न्यूज़ 18 ਤੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਕਿਹੜਾ ਮਹਿਕਮਾ ਕਿਸ ਦੇ ਕੋਲ ਗਿਆ ਹੈ, ਕਿਹੜੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਗਈ ਹੈ, ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਹੁਣ ਤੋਂ ਥੋੜੀ ਦੇਰ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਪੇਚ ਫਸਿਆ ਹੋਇਆ ਹੈ, ਕੀ ਉਹ ਪੇਚ ਨਿਕਲ ਗਿਆ ਹੈ, ਗ੍ਰਹਿ ਮੰਤਰਾਲੇ ਦੇ ਉੱਪਰ ਕੀ ਸਹਿਮਤੀ ਬਣੀ ਹੈ ਉਹ ਵੀ ਤੁਹਾਨੂੰ ਦੱਸਾਂਗੇ, ਵਿਜੀਲੈਂਸ ਦੇ ਉੱਪਰ ਕੀ ਸਹਿਮਤੀ ਬਣੀ ਹੈ, ਕਿਸ ਦੇ ਕੋਲ ਮਹਿਕਮਾ ਕਿਹੜਾ ਹੋਵੇਗਾ, ਸੀਐਮ ਆਪਣੇ ਕੋਲ ਕਿਹੜਾ ਮਹਿਕਮਾ ਰੱਖਣਗੇ ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਡਿਪਟੀ ਸੀਐਮ ਨੇ ਉਹਨਾਂ ਨੂੰ ਕਿਹੜਾ ਮਹਿਕਮਾ ਦਿੱਤਾ ਜਾਵੇਗਾ। ਨਵੀਂ ਸਰਕਾਰ ਦੇ ਵਿੱਚ ਵਿਭਾਗਾਂ ਦੀ ਵੰਡ ਹੋਈ ਹੈ, ਵਿਭਾਗ ਕਿਹੜੇ ਮੰਤਰੀ ਨੂੰ ਕਿਹੜੇ ਦਿੱਤੇ ਗਏ ਨੇ ਉਸ ਦੀ ਪੂਰੀ ਜਾਣਕਾਰੀ ਦੇਵਾਂਗੇ। ਜੋ ਪੁਰਾਣੇ 8 ਮੰਤਰੀ ਨੇ ਉਹਨਾਂ ਨੂੰ ਕੀ ਸੇਮ ਵਿਭਾਗ ਦਿੱਤੇ ਗਏ ਨੇ ਜਾਂ ਬਦਲਾਅ ਕੀਤਾ ਗਿਆ ਹੈ ਜਾਂ ਫਿਰ ਪੁਰਾਣਿਆਂ ਦੇ ਨਵਿਆਂ ਦੇ ਨਾਲ ਕੁਝ ਮਹਿਕਮਿਆਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ, ਇਸ ਦੀ ਪੂਰੀ ਜਾਣਕਾਰੀ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਪੂਰਾ ਜੋ ਹੈ ਤੁਹਾਨੂੰ ਅਸੀਂ ਲਿਸਟ ਦੇ ਨਾਲ ਰੂਬਰੂ ਕਰਵਾਵਾਂਗੇ, ਉਹ ਲਿਸਟ ਜਿਸ ਦੇ ਵਿੱਚ ਇੱਕ ਮਹਿਕਮੇ ਦੇ ਅੱਗੇ ਮੰਤਰੀ ਦਾ ਨਾਮ ਲਿਖਿਆ ਹੋਵੇਗਾ। ਕਿਸ ਦੇ ਕੋਲ ਇੱਕ ਮਹਿਕਮਾ ਹੈ ਜਾਂ ਇੱਕ ਤੋਂ ਜ਼ਿਆਦਾ ਮਹਿਕਮੇ ਦੀ ਜ਼ਿੰਮੇਵਾਰੀ ਵੀ ਕਿਸੇ ਨੂੰ ਦਿੱਤੀ ਗਈ ਹੈ ਇਹ ਵੀ ਦੇਖਣਾ ਹੋਵੇਗਾ, ਕਿਉਂਕਿ ਜਦੋਂ ਪਿਛਲੀ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਹੁੰਦਿਆਂ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਸੀ, ਕਈ ਅਹਿਮ ਮੰਤਰਾਲੇ ਉਹਨਾਂ ਨੇ ਰੱਖੇ ਸੀ, ਪਰ ਹੁਣ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇ ਦਿੱਤੀ ਗਈ ਹੈ। ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨਿਊਜ਼ 18 ਦੇ ਵੱਲੋਂ ਲਗਾਤਾਰ ਜੋ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਕਿ ਲਗਭਗ ਗ੍ਰਹਿ ਮੰਤਰਾਲੇ ਦੇ ਉੱਪਰ ਸਹਿਮਤੀ ਬਣ ਗਈ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦਿੱਤਾ ਜਾਵੇਗਾ। ਤਾਂ ਇੱਕ ਵਾਰ ਫਿਰ ਤੋਂ ਜੋ ਅਸੀਂ ਦੱਸ ਰਹੇ ਹਾਂ ਕਿ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੀ ਦਿੱਤਾ ਗਿਆ ਹੈ ਡਿਪਟੀ ਸੀਐਮ ਨੇ, ਕਿਉਂਕਿ ਜਿਵੇਂ ਨਪਿੰਦਰ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ ਜਿਸ ਵੇਲੇ ਮੁੱਖ ਮੰਤਰੀ ਦੀ ਜਗ੍ਹਾ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਗਿਆ ਤਾਂ ਕਮਿਟਮੈਂਟ ਸ਼ਾਇਦ ਹੋਈ ਹੋਵੇ, ਤਾਂ ਉਹੀ ਗੱਲ ਹੋਈ ਹੈ। ਦੂਜੇ ਪਾਸੇ ਵਿਜੀਲੈਂਸ ਖੁਦ ਸੀਐਮ ਸੰਭਾਲਣਗੇ, ਮੁੱਖ ਮੰਤਰੀ ਚੰਨੀ ਵਿਜੀਲੈਂਸ ਮਹਿਕਮਾ ਸੰਭਾਲਣਗੇ ਤੇ ਦੂਜੇ ਪਾਸੇ ਜੋ ਗ੍ਰਹਿ ਮੰਤਰਾਲਾ ਹੈ ਉਹ ਡਿਪਟੀ ਸੀਐਮ ਨੂੰ, ਯਾਨੀ ਜੋ ਜ਼ਿਕਰ ਅਸੀਂ ਕਰ ਰਹੇ ਸੀ ਕਿ ਸ਼ਾਇਦ ਹਰਿਆਣਾ ਦਾ ਫਾਰਮੂਲਾ ਅਪਣਾਇਆ ਜਾ ਸਕਦਾ ਹੈ, ਹਰਿਆਣਾ ਦੀ ਤਰਜ਼ ਤੇ ਮਹਿਕਮਿਆਂ ਦੀ ਵੰਡ ਕੀਤੀ ਜਾ ਸਕਦੀ ਹੈ, ਜੋੜ ਤੋੜ ਕੀਤਾ ਜਾ ਸਕਦਾ ਹੈ, ਤੇ ਉਹੀ ਤੋੜ-ਫੋੜ ਹੋਈ ਹੈ। ਤੋੜ ਕੇ ਮਹਿਕਮੇ ਵੰਡੇ ਗਏ ਨੇ, ਵਿਜੀਲੈਂਸ ਅਤੇ ਗ੍ਰਹਿ ਇੱਕੋ ਵਿਅਕਤੀ ਨੂੰ, ਇੱਕੋ ਆਗੂ ਨੂੰ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਨੇ ਦੋਨੇ ਮਹਿਕਮੇ ਆਪਣੇ ਕੋਲ ਨਹੀਂ ਰੱਖੇ ਜਾਂ ਡਿਪਟੀ ਸੀਐਮ ਨੂੰ ਦੋਵੇਂ ਮਹਿਕਮੇ ਨਹੀਂ ਦਿੱਤੇ ਗਏ, ਬਲਕਿ ਜੋ ਗ੍ਰਹਿ ਮੰਤਰਾਲਾ ਹੈ ਉਹ ਦਿੱਤਾ ਗਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ, ਤੇ ਦੂਜੇ ਪਾਸੇ ਜੋ ਵਿਜੀਲੈਂਸ ਦਾ ਮਹਿਕਮਾ ਹੈ ਉਹ ਖੁਦ ਸੀਐਮ ਨੇ ਆਪਣੇ ਕੋਲ ਰੱਖਿਆ ਹੈ। ਪਹਿਲਾਂ ਵਿਜੀਲੈਂਸ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ, ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ, ਪਰ ਹੁਣ ਵੰਡ ਹੋ ਗਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਡਿਪਟੀ ਸੀਐਮ ਨਹੀਂ ਸੀ ਕੋਈ, ਇਸ ਲਈ ਜੋ ਅਹਿਮ ਮਹਿਕਮੇ ਸੀ ਉਹ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ, ਪਰ ਹੁਣ ਸੀਐਮ ਵੀ ਨੇ ਤੇ ਨਾਲ ਡਿਪਟੀ ਸੀਐਮ ਵੀ ਨੇ, ਤੇ ਡਿਪਟੀ ਸੀਐਮ ਵੀ ਉਹ ਨੇ ਜਿਨ੍ਹਾਂ ਦਾ ਨਾਮ ਸੀਐਮ ਦੀ ਰੇਸ ਵਿੱਚ ਸੀ ਤੇ ਲਗਭਗ ਫਾਈਨਲ ਹੋ ਗਿਆ ਸੀ। ਅਜਿਹੇ ਦੇ ਵਿੱਚ ਅਹਿਮ ਮਹਿਕਮਾ ਦਿੱਤੇ ਜਾਣ ਤੇ ਹੀ ਲੱਗਦਾ ਹੈ ਕਿ ਉਸ ਵੇਲੇ ਰਾਜ਼ੀਨਾਮਾ ਹੋਇਆ ਹੈ ਤੇ ਉਸ ਰਾਜ਼ੀਨਾਮੇ ਦੇ ਚੱਲਦਿਆਂ ਫਿਰ ਮਹਿਕਮਾ ਤਾਂ ਵੰਡਣਾ ਪੈਣਾ ਹੀ ਸੀ, ਹੁਣ ਸ਼ੇਅਰਿੰਗ ਤਾਂ ਕਰਨੀ ਪੈਣੀ ਸੀ ਤੇ ਉਹ ਸ਼ੇਅਰਿੰਗ ਕੀਤੀ ਵੀ ਗਈ ਹੈ ਸੀਐਮ ਦੇ ਵੱਲੋਂ ਡਿਪਟੀ ਸੀਐਮ ਦੇ ਨਾਲ। ਸੀਐਮ ਨੇ ਆਪਣੇ ਕੋਲ ਵਿਜੀਲੈਂਸ ਰੱਖਿਆ ਹੈ ਅਤੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੋ ਹੈ ਉਹ ਦਿੱਤਾ ਗਿਆ ਹੈ ਗ੍ਰਹਿ ਮੰਤਰਾਲਾ। ਇਸ ਤੋਂ ਇਲਾਵਾ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜਾ ਮਹਿਕਮਾ ਜੋ ਹੈ ਉਹ ਕੇਸ ਨੂੰ ਦਿੱਤਾ ਗਿਆ ਹੈ। ਸਭ ਤੋਂ ਵੱਡੇ ਮਹਿਕਮੇ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਉਹ ਦਿੱਤਾ ਗਿਆ ਹੈ ਜੋ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਨੂੰ। ਸੰਗਤ ਸਿੰਘ ਗਿਲਜੀਆਂ ਓਬੀਸੀ ਕੋਟੇ ਦੇ ਵਿੱਚੋਂ ਕੈਬਨਿਟ ਮੰਤਰੀ ਬਣੇ ਤਾਂ ਫੋਰੈਸਟ ਵਾਈਲਡ ਲਾਈਫ ਲੇਬਰ ਯਾਨੀ ਕਿ ਜੰਗਲਾਤ ਮਹਿਕਮਾ ਦਿੱਤਾ ਗਿਆ ਹੈ ਸੰਗਤ ਸਿੰਘ ਗਿਲਜੀਆਂ ਨੂੰ। ਉਸ ਤੋਂ ਇਲਾਵਾ ਪ੍ਰਗਟ ਸਿੰਘ ਯਾਨੀ ਕਿ ਜ਼ਾਹਿਰ ਸੀ ਕਿ ਪ੍ਰਗਟ ਸਿੰਘ ਨੂੰ ਸਪੋਰਟਸ ਮਿਲੇਗਾ, ਪਰ ਸਪੋਰਟਸ ਦੇ ਨਾਲ ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ, ਐਨਆਰਆਈ ਅਫੇਅਰ ਯਾਨੀ ਕਿ ਪ੍ਰਗਟ ਸਿੰਘ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਗਈ ਹੈ। ਲੱਗਦਾ ਸੀ ਕਿ ਪ੍ਰਗਟ ਸਿੰਘ ਕਿਉਂਕਿ ਸਾਬਕਾ ਹਾਕੀ ਕਪਤਾਨ ਨੇ ਉਹਨਾਂ ਨੂੰ ਜੋ ਮਹਿਕਮਾ ਦਿੱਤਾ ਜਾਵੇਗਾ ਖੇਡ ਮੰਤਰਾਲਾ, ਰਾਣਾ ਗੁਰਮੀਤ ਸੋਢੀ ਦੀ ਛੁੱਟੀ ਕੀਤੀ ਗਈ ਤੇ ਰਾਣਾ ਗੁਰਮੀਤ ਸੋਢੀ ਦੀ ਜਗ੍ਹਾ ਪ੍ਰਗਟ ਸਿੰਘ ਨੂੰ ਮਹਿਕਮਾ ਦਿੱਤਾ ਜਾਵੇਗਾ, ਪਰ ਪ੍ਰਗਟ ਸਿੰਘ ਨੂੰ ਜ਼ਿਆਦਾ ਜ਼ਿੰਮੇਵਾਰੀ ਮਿਲੀ ਹੈ। ਜੋ ਮੰਗ ਕਰ ਰਹੇ ਸੀ ਰਾਜਾ ਵੜਿੰਗ, ਥੋੜੀ ਦੇਰ ਪਹਿਲਾਂ ਉਹਨਾਂ ਨੇ ਨਿਊਜ਼ 18 ਦੇ ਨਾਲ ਵੀ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਟਰਾਂਸਪੋਰਟ ਮਹਿਕਮਾ ਮਿਲ ਜਾਵੇ ਤਾਂ ਮੈਂ ਜ਼ਿਆਦਾ ਖੁਸ਼ ਹੋਵਾਂਗਾ। ਉਹੀ ਗੱਲ ਹੋਈ ਹੈ, ਇੱਛਾ ਪੂਰਤੀ ਹੋਈ ਹੈ, ਟਰਾਂਸਪੋਰਟ ਮਹਿਕਮਾ ਦੇ ਦਿੱਤਾ ਗਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ। ਗੁਰਕਿਰਤ ਕੋਟਲੀ ਉਹਨਾਂ ਨੂੰ ਦਿੱਤਾ ਗਿਆ ਹੈ ਉਦਯੋਗ ਮੰਤਰਾਲਾ, ਕਿਉਂਕਿ ਸੁੰਦਰ ਸ਼ਾਮ ਅਰੋੜਾ ਦੀ ਛੁੱਟੀ ਕੀਤੀ ਗਈ, ਕੈਬਨਿਟ ਤੋਂ ਬਾਹਰ ਕੀਤਾ ਗਿਆ ਤਾਂ ਉਹਨਾਂ ਦਾ ਮੰਤਰਾਲਾ ਜੋ ਹੈ ਉਹ ਦਿੱਤਾ ਗਿਆ ਹੈ। ਨਵੇਂ ਮੰਤਰੀ ਬਣੇ ਗੁਰਕਿਰਤ ਕੋਟਲੀ, ਖੰਨਾ ਤੋਂ ਵਿਧਾਇਕ ਨੇ, ਉਹਨਾਂ ਨੂੰ ਇੰਡਸਟਰੀ, ਕਾਮਰਸ, ਇਨਫੋਰਮੇਸ਼ਨ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ ਇਹ ਵਿਭਾਗ ਦਿੱਤੇ ਗਏ ਨੇ। ਜ਼ਿੰਮੇਵਾਰੀਆਂ ਇੱਕ ਤੋਂ ਵੱਧ ਵੀ ਕਈਆਂ ਨੂੰ ਦਿੱਤੀਆਂ ਗਈਆਂ ਨੇ। ਤ੍ਰਿਪਤ ਰਜਿੰਦਰ ਬਾਜਵਾ ਦੇ ਕੋਲ ਆਪਣਾ ਪੁਰਾਣਾ ਮਹਿਕਮਾ ਹੀ ਹੈ, ਪੰਚਾਇਤੀ ਵਾਲਾ ਮਹਿਕਮਾ ਜੋ ਉਹਨਾਂ ਦਾ ਸੀ ਉਹੀ ਮਹਿਕਮਾ ਤ੍ਰਿਪਤ ਰਜਿੰਦਰ ਬਾਜਵਾ ਦੇ ਕੋਲ ਹੈ। ਅਰੁਣਾ ਚੌਧਰੀ ਦੇ ਕੋਲ ਰੈਵਨਿਊ ਅਤੇ ਨਾਲ ਡਿਜ਼ਾਸਟਰ ਮੈਨੇਜਮੈਂਟ,
ਰਿਹੈਬਿਲਿਟੇਸ਼ਨ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਸੇਮ ਉਹਨਾਂ ਦੇ ਕੋਲ ਵਾਟਰ ਰਿਸੋਰਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਮਹਿਕਮਾ ਰਾਣਾ ਗੁਰਜੀਤ ਸਿੰਘ ਟੈਕਨੀਕਲ ਐਜੂਕੇਸ਼ਨ ਐਂਡ इंडस्ट्रीयल ट्रेनिंग इंप्लॉयमेंट जनरेशन ट्रेनिंग हॉर्टिकल्चर स्पॉइल एंड वाटर हालांकि लग रहा सी कि बिजली विभाग शायद उन्होंने दिता जा सकता है क्योंकि पहला कैप्टन अमरिंदर सिंह दे वेले बिजली मंत्री सी पर फिलहाल उन्हों का महकमा बदलिया गया है रजिया सुल्ताना जल सप्लाई सैनिटाइजेशन महकमा उन्होंने दिता गया है नाल ही महिला ਅਤੇ ਬਾਲ ਸੁਰੱਖਿਆ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਹੈ ਸੋਸ਼ਲ ਸਿਕਿਉਰਿਟੀ ਉਹਨਾਂ ਨੂੰ ਦਿੱਤਾ ਗਿਆ ਹੈ ਵਿਜੇ ਇੰਦਰ ਸਿੰਗਲਾ ਕਿਉਂਕਿ ਹੁਣ ਜੋ ਸਿੱਖਿਆ ਦਾ ਮਹਿਕਮਾ ਸੀ ਪ੍ਰਗਟ ਸਿੰਘ ਨੂੰ ਦੇ ਦਿੱਤਾ ਗਿਆ ਤਾਂ ਵਿਜੇ ਇੰਦਰ ਸਿੰਗਲਾ ਨੂੰ ਪਬਲਿਕ ਵਰਕਸ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਮਹਿਕਮਾ ਦਿੱਤਾ ਗਿਆ ਹੈ ਭਾਰਤ ਭੂਸ਼ਣ ਆਸ਼ੂ ਦਾ ਮਹਿਕਮਾ ਸੇਮ ਰਹੇਗਾ ਫੂਡ ਸਪਲਾਈ ਖੁਰਾਕ ਮੰਤਰੀ ਰਣਦੀਪ ਸਿੰਘ ਨਾਭਾ ਇਹਨਾਂ ਨੂੰ ਖੇਤੀਬਾੜੀ ਮਹਿਕਮਾ ਦਿੱਤਾ ਗਿਆ ਹੈ ਫੂਡ ਪ੍ਰੋਸੈਸਿੰਗ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਕਿਉਂਕਿ ਕਾਕਾ ਰਣਦੀਪ ਸਿੰਘ ਨਾਭਾ ਅਮਲੋਹ ਤੋਂ ਵਿਧਾਇਕ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਰਾਜਕੁਮਾਰ ਵੇਰਕਾ ਸੋਸ਼ਲ ਜਸਟਿਸ ਇੰਪਾਵਰਮੈਂਟ ਮਾਈਨੋਰਿਟੀਜ਼ ਲੱਗ ਹੀ ਰਿਹਾ ਸੀ ਕਿ ਅਨੁਸੂਚਿਤ ਜਾਤੀਆਂ ਦੇ ਨਾਲ ਜੁੜਿਆ ਮਹਿਕਮਾ ਉਹਨਾਂ ਨੂੰ ਦਿੱਤਾ ਜਾਵੇਗਾ ਉਹੀ ਹੋਇਆ ਹੈ ਮਹਿਕਮਾ ਉਹਨਾਂ ਨੂੰ ਦਿੱਤਾ ਗਿਆ ਹੈ ਜੋ ਮਹਿਕਮੇ ਸੀਐਮ ਨੇ ਆਪਣੇ ਕੋਲ ਰੱਖੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਪਰਸਨਲ ਵਿਜੀਲੈਂਸ ਜਨਰਲ ਐਡਮਿਨਿਸਟ੍ਰੇਸ਼ਨ ਜਸਟਿਸ ਲੀਗਲ ਲੈਜਿਸਲੇਚਰ ਅਫੇਅਰ ਇਨਫੋਰਮੇਸ਼ਨ ਪਬਲਿਕ ਰਿਲੇਸ਼ਨ ਇਨਵਾਇਰਨਮੈਂਟ ਇਸ ਤੋਂ ਇਲਾਵਾ ਸਿਵਲ ਐਵੀਏਸ਼ਨ ਐਕਸਾਈਜ਼ ਇਨਵੈਸਟਮੈਂਟ ਪ੍ਰਮੋਸ਼ਨ ਹਸਪਿਟੈਲਿਟੀ ਪਾਵਰ ਟੂਰਿਜ਼ਮ ਐਂਡ कल्चरल अफेयर यानी बिजली मंत्राला भी अपने कोल रखा सीएम ने टूरिज्म एंड कल्चरल अफेयर अपने कोल रखा है विजिलेंस अपने कोल रखा है ता ਸੁਖਜਿੰਦਰ ਸਿੰਘ ਰੰਧਾਵਾ ਨੂੰ ਹੋਮ ਮਿਨਿਸਟਰੀ ਦਿੱਤੀ ਗਈ ਹੈ ਕਾਰਪੋਰੇਸ਼ਨ ਦਿੱਤੀ ਗਈ ਹੈ ਜੇਲ੍ਹਾਂ ਦਾ ਮਹਿਕਮਾ ਉਹਨਾਂ ਦੇ ਕੋਲ ਪਹਿਲਾਂ ਹੀ ਸੀ ਕੈਬਨਿਟ ਮੰਤਰੀ ਹੁੰਦਿਆਂ ਯਾਨੀ ਕਿ ਨਿਊਜ਼ 18 ਦੀ ਖਬਰ ਤੇ ਇੱਕ ਵਾਰ ਫਿਰ ਤੋਂ ਮੋਹਰ ਲੱਗੀ ਹੈ ਫਿਰ ਤੋਂ ਪੁਸ਼ਟੀ ਹੋਈ ਹੈ ਅਸੀਂ ਕਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦੇਣ ਤੇ ਸਹਿਮਤੀ ਲਗਭਗ ਬਣ ਗਈ ਹੈ पेच जो है वो विजिलेंस से फंसिया हुआ है तो विजिलेंस जो है वो सीएम ने अपने कोल रख लिया है दूजे जो ओम प्रकाश सोनी डिप्टी सीएम उन्होंने हैल्थ एंड फैमिली क्योंकि लगता सी ओपी सोनी पहला भी हैल्थ मिनिस्टर रहे ने उस तो बाद बलबीर सिद्धू ਨੂੰ हैल्थ मिनिस्ट्री दे दी गई पर हुण बलबीर सिद्धू ਨੂੰ बाहर कर दिता गया है तो दोबारा हैल्थ मिनिस्ट्री आ गई है ओपी सोनी दे कोल हैल्थ एंड फैमिली वेलफेयर डिफेंस सर्विसेज वेलफेयर ते फ्रीडम फाइटर ब्रह्म महिंद्रा दे कोल पुराना लोकल बॉडी महकमा ही उन्हां दे कोल रहेगा ते मनप्रीत बादल जिवें पहला ही ਅਸੀਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਖਜ਼ਾਨਾ ਮੰਤਰਾਲਾ ਮਨਪ੍ਰੀਤ ਬਾਦਲ ਦੇ ਕੋਲ ਹੀ ਰਹੇਗਾ ਤਾਂ ਨਿਊਜ਼ 18 ਦੇ ਵੱਲੋਂ ਜੋ ਜਿਸ ਤਰੀਕੇ ਦੇ ਨਾਲ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜਾ ਮਹਿਕਮਾ ਜਿਸ ਨੂੰ ਦਿੱਤਾ ਜਾ ਸਕਦਾ ਹੈ ਲਗਭਗ ਉਹੀ ਉਸੇ ਤਰੀਕੇ ਦੇ ਨਾਲ ਮਹਿਕਮੇ ਵੰਡੇ ਗਏ ਨੇ ਤਾਂ ਪੂਰੀ ਲਿਸਟ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਪੂਰੀ ਜਾਣਕਾਰੀ ਵੱਡੇ ਜੋ ਮਹਿਕਮੇ ਦਿੱਤੇ ਗਏ ਨੇ ਜਾਂ ਵੱਡੇ ਬਦਲਾਅ ਕਹਿ ਲੋ ਕੀਤੇ ਗਏ ਨੇ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਅਤੇ ਵਨ ਵਿਭਾਗ ਪ੍ਰਗਟ ਸਿੰਘ ਨੂੰ ਵੱਡਾ ਮਹਿਕਮਾ ਮਿਨਿਸਟਰੀ ਸਪੋਰਟਸ ਦੀ ਤਾਂ ਦਿੱਤੀ ਗਈ ਹੈ ਪਰ ਨਾਲ ਹੀ ਉਹਨਾਂ ਨੂੰ ਐਜੂਕੇਸ਼ਨ ਮਿਨਿਸਟਰੀ ਵੀ ਦਿੱਤੀ ਗਈ ਹੈ ਤੇ ਨਾਲ ਹੀ ਐਨਆਰਆਈ ਮਾਮਲਿਆਂ ਦੀ ਵੀ ਜੋ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ ਟਰਾਂਸਪੋਰਟ ਮੰਤਰਾਲਾ ਪਹਿਲਾਂ ਹੀ ਮੰਗਿਆ ਸੀ ਜੋ ਰਾਜਾ ਵੜਿੰਗ ਨੇ ਉਹਨਾਂ ਨੇ ਇੱਛਾ ਜਤਾਈ ਸੀ ਕਿ ਜੇਕਰ ਮੈਨੂੰ ਟਰਾਂਸਪੋਰਟ ਮਹਿਕਮਾ ਮਿਲ ਜਾਵੇ ਤਾਂ ਮੈਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰ ਪਾਵਾਂਗਾ ਤੇ ਉਹੀ ਗੱਲ ਹੋਈ ਹੈ ਉਹਨਾਂ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ ਕਿਉਂਕਿ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਈਆਂ ਨੇ ਆਪਣੀ ਇੱਛਾ ਦੇ ਅਨੁਸਾਰ ਮਹਿਕਮਾ ਮੰਗਿਆ ਹੈ ਉਸ ਦੇ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ ਥੋੜਾ ਸਮਾਂ ਇਸ ਲਈ ਵੀ ਜ਼ਿਆਦਾ ਲੱਗਾ ਤੇ ਕਈਆਂ ਦੇ ਵੱਲੋਂ ਸੀ ਕਿ ਸਾਨੂੰ ਜਿਹੜਾ ਵੀ ਮਹਿਕਮਾ ਦਿੱਤਾ ਜਾਵੇਗਾ ਅਸੀਂ ਉਸ ਮਹਿਕਮੇ ਦੇ ਵਿੱਚ ਕੰਮ ਕਰਾਂਗੇ ਤੇ ਕਿਉਂਕਿ ਦੂਜੇ ਡਿਪਟੀ ਸੀਐਮ ਨੇ ਜੋ ਓਪੀ ਸੋਨੀ ਉਹ ਪਹਿਲਾਂ ਵੀ ਸਿਹਤ ਮੰਤਰੀ ਸੀ ਉਹਨਾਂ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ ਪਰ ਮੇਨ अहम जो जानकारी असी दी सी कि गृह मंत्रालय ते पेच फसिया है तो वही हरियाणा वाला फॉर्मूला अपना के तोड़फोड़ करके महकमे सीएम ते डिप्टी सीएम दे विचाले वंडे गए ने सिद्धा रुख करते हैं पंकज कपाही साडे सहयोगी जुड़े ने पंकज लगातार जो असी जिक्र कीता सी न्यूज़ 18 ने उस तरह ये लिस्ट उस दे नाल मेल खांदी हुई नजर आई है ट्रांसपोर्ट महकमा राजा वड़िंग दे कोल गया है ਤੇ ਜੋ ਪ੍ਰਗਟ ਸਿੰਘ ਨੇ ਖੇਡ ਦੇ ਨਾਲ ਉਹਨਾਂ ਦੀ ਲੋਟਰੀ ਕਹਿ ਸਕਦੇ ਆ ਲੱਗੀ ਹੈ ਕਿ ਐਜੂਕੇਸ਼ਨ ਮਿਨਿਸਟਰੀ ਜਾਂ ਡਬਲ ਜ਼ਿੰਮੇਵਾਰੀ ਕਹਿ ਲੋ ਮਿਲੀ ਹੈ ਤੇ ਗ੍ਰਹਿ ਮੰਤਰਾਲੇ ਦਾ ਜੋ ਪੇਜ ਸੀ ਉਹ ਨਿਕਲ ਗਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇ ਦਿੱਤਾ ਹੈ ਤੇ ਵਿਜੀਲੈਂਸ ਸੀਐਮ ਨੇ ਆਪਣੇ ਕੋਲ ਰੱਖ ਲਿਆ ਹੋਰ ਕਈ ਵੱਡੇ ਮਹਿਕਮਿਆਂ ਦੇ ਨਾਲ ਜਿਹੜਾ ਹੈ ਉਹ ਰਾਜਾ ਅਮਰਿੰਦਰ ਸਿੰਘ ਬਰਾੜ ਹੋਰਾਂ ਨੂੰ ਮਿਲ ਸਕਦਾ ਹੈ ਕਿਉਂਕਿ ਰਾਜਾ ਵੜਿੰਗ ਹੋਰਾਂ ਦੀ ਆਪਣੀ ਪਸੰਦ ਸੀਗੀ ਕਿ ਟਰਾਂਸਪੋਰਟ ਮਹਿਕਮਾ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਬੱਸਾਂ ਨੂੰ ਲੈ ਕੇ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਅਕਸਰ ਅਮੂਮਨ ਉਹ ਸਵਾਲ ਚੁੱਕਦੇ ਰਹੇ ਨੇ ਤਾਂ ਟਰਾਂਸਪੋਰਟ ਮਹਿਕਮਾ ਜਿਹੜਾ ਹੈ ਉਹ ਰਾਜਾ ਅਮਰਿੰਦਰ ਸਿੰਘ ਬਰਾੜ ਦੇ ਕੋਲ ਪਹੁੰਚ ਚੁੱਕਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪ੍ਰਗਟ ਸਿੰਘ ਨੂੰ ਦੋ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਪ੍ਰਗਟ ਸਿੰਘ ਕਹਿ ਰਹੇ ਸੀਗੇ ਕਿ ਖੇਡ ਮੰਤਰਾਲਾ ਉਹਨਾਂ ਨੂੰ ਮਿਲੇ ਤਾਂ ਖੇਡ ਮੰਤਰਾਲਾ ਪ੍ਰਗਟ ਸਿੰਘ ਹੋਰਾਂ ਨੂੰ ਮਿਲ ਗਿਆ ਨਾਲ ਹੀ ਨਾਲ ਸਿੱਖਿਆ ਮੰਤਰੀ ਵੀ ਜਿਹੜੇ ਨੇ ਉਹ ਪੰਜਾਬ ਦੇ ਪ੍ਰਗਟ ਸਿੰਘ ਹੋਰੀ ਬਣ ਗਏ ਨੇ ਇਸ ਵੇਲੇ ਉਹਨਾਂ ਦੇ ਦਫ਼ਤਰ ਦੇ ਬਾਹਰ ਹੀ ਅਸੀਂ ਖੜੇ ਹਾਂ ਥੋੜੀ ਦੇਰ ਬਾਅਦ ਚਾਰਜ ਵੀ ਸੰਭਾਲਦੇ ਹੋਏ ਨਜ਼ਰ ਆਣਗੇ ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਜੋ ਡਿਪਟੀ ਸੀਐਮ ਪੰਜਾਬ ਦੇ ਨੇ ਹੋਮ ਮਿਨਿਸਟਰ
ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਜਿਹੜਾ ਵਿਜੀਲੈਂਸ ਨੂੰ ਲੈ ਕੇ ਲਗਾਤਾਰ ਸੀਗਾ ਕਿ ਵਿਜੀਲੈਂਸ ਕੀ ਸੁਖਜਿੰਦਰ ਰੰਧਾਵਾ ਹੋਰਾਂ ਕੋ ਜਾਏਗਾ ਜਾਂ ਮੁੱਖ ਮੰਤਰੀ ਕੋ ਜਾਏਗਾ, ਤਾਂ ਵਿਜੀਲੈਂਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੁੱਖ ਮੰਤਰੀ ਖੁਦ ਸੰਭਾਲਦੇ ਹੋਏ ਨਜ਼ਰ ਆ ਰਹੇ। ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮਹਿਕਮਾ ਪਾਵਰ ਮਹਿਕਮਾ ਬਿਜਲੀ ਨੂੰ ਲੈ ਕੇ ਜਿਸ ਗੱਲ ਦਾ ਜ਼ਿਕਰ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਬਿਜਲੀ ਮਹਿਕਮਾ ਕਿਸ ਦੇ ਕੋਲ ਜਾਏਗਾ, ਤਾਂ ਮੁੱਖ ਮੰਤਰੀ ਬਿਜਲੀ ਮਹਿਕਮਾ ਜਿਹੜਾ ਵਾ ਉਹ ਸੰਭਾਲਦੇ ਹੋਏ ਨਜ਼ਰ ਆ ਰਹੇ। ਤਮਾਮ ਲਿਸਟ ਇਸ ਵੇਲੇ ਨਿਊਜ਼ 18 ਦੇ ਕੋਲ ਹੈ ਔਰ ਬ੍ਰਹਮ ਮਹਿੰਦਰਾ ਹੋਰਾਂ ਨੂੰ ਲੋਕਲ ਬੋਡੀ ਮਿਨਿਸਟਰੀ ਇੱਕ ਵਾਰ ਫਿਰ ਤੋਂ ਮਿਲੀ ਹੈ, ਯਾਨੀ ਕਿ ਲੋਕਲ ਬੋਡੀ ਮਿਨਿਸਟਰ ਜਿਹੜੇ ਉਹ ਬ੍ਰਹਮ ਮਹਿੰਦਰਾ ਬੰਦੇ ਹੋਏ ਨਜ਼ਰ ਆ ਰਹੇ ਹੈ। ਫਾਈਨਾਂਸ ਦੀ ਜ਼ਿੰਮੇਵਾਰੀ ਖਜ਼ਾਨਾ ਪੰਜਾਬ ਦਾ ਖਜ਼ਾਨਾ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਨਪ੍ਰੀਤ ਸਿੰਘ ਬਾਦਲ ਸੰਭਾਲਦੇ ਹੋਏ ਨਜ਼ਰ ਆਣਗੇ। ਮੁੱਖ ਮੰਤਰੀ ਦੇ ਗੁਆਂਢੀ ਨੇ, ਅਮੂਮਨ ਮੁੱਖ ਮੰਤਰੀ ਦੀ ਸਲਾਹ ਵੀ ਉਹਨਾਂ ਤੋਂ ਲੈਂਦੇ ਹੋਏ ਨਜ਼ਰ ਆਉਂਦੇ ਨੇ। ਤਾਂ ਮਨਪ੍ਰੀਤ ਸਿੰਘ ਬਾਦਲ ਕੋਲ ਖਜ਼ਾਨਾ ਹੈ, ਟੈਕਸਟਾਈਲ ਹੈ ਔਰ ਗਵਰਨਮੈਂਟ ਰਿਫਾਰਮ ਪਲੈਨਿੰਗ, ਇਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਕੋਲ ਨੇ। ਇਸ ਤੋਂ ਇਲਾਵਾ ਰਾਜਕੁਮਾਰ ਵੇਰਕਾ ਜੋ ਕੈਬਨਿਟ ਦੇ ਵਿੱਚ ਨਵੇਂ ਆਏ ਨੇ, ਉਹਨਾਂ ਨੂੰ ਸੋਸ਼ਲ ਜਸਟਿਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਂਪੀ ਗਈ ਹੈ। ਇਸ ਮਹਿਕਮੇ ਨੂੰ ਲੈ ਕੇ ਸਾਧੂ ਸਿੰਘ ਧਰਮਸੋਧ ਹੋਰਾਂ ਦੇ ਪਹਿਲਾਂ ਸਵਾਲ ਵੀ ਖੜੇ ਹੋਏ, ਉਹਨਾਂ ਦੀ ਕੁਰਸੀ ਵੀ ਚਲੇਗੀ, ਤਾਂ ਉਹ ਮਹਿਕਮਾ ਜਿਹੜਾ ਵਾ ਉਹ ਸੰਭਾਲਦੇ ਹੋਏ ਨਜ਼ਰ ਆਣਗੇ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਕੋਲ ਫੋਰੈਸਟ ਮਹਿਕਮਾ, ਜੰਗਲਾਤ ਮਹਿਕਮਾ ਜਿਹੜਾ ਵਾ ਉਹ ਸੰਗਤ ਸਿੰਘ ਗਿਲਜੀਆਂ ਕੋਲ ਗਿਆ। ਨਾਲ ਹੀ ਨਾਲ ਲੇਬਰ ਮਿਨਿਸਟਰ ਵੀ ਸੰਗਤ ਸਿੰਘ ਗਿਲਜੀਆਂ ਜਿਹੜੇ ਨੇ ਉਹ ਬਣ ਗਏ ਨੇ, ਜੋ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਇੰਡਸਟਰੀ ਐਂਡ ਕਮਰਸ ਜੋ ਸੁੰਦਰ ਸ਼ਾਮ ਅਰੋੜਾ ਹੋਰਾਂ ਦੇ ਕੋਲ ਮਹਿਕਮਾ ਹੁੰਦਾ ਸੀ, ਉਹ ਹੁਣ ਗੁਰਕੀਰਤ ਸਿੰਘ ਕੋਟਲੀ ਹੋਰੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਮਹਿਕਮੇ ਦੱਸੇ ਨੇ, ਪਰ ਜੇਕਰ ਪੁਰਾਣੇ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਸਭ ਦੇ ਮਹਿਕਮੇ ਸੇਮ ਰਹੇ ਨੇ। ਵਿਜੇਂਦਰ ਸਿੰਗਲਾ ਦੇ ਮਹਿਕਮੇ ਦੇ ਉੱਪਰ ਕੈਂਚੀ ਚੱਲੀ ਹੈ। ਵਿਜੇਂਦਰ ਸਿੰਗਲਾ ਸਿੱਖਿਆ ਦਾ ਮਹਿਕਮਾ ਉਹਨਾਂ ਦੇ ਕੋਲ ਵੱਡਾ ਇੰਪੋਰਟੈਂਟ ਮਹਿਕਮਾ ਸੀ, ਪਰ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਹੈ ਕਿਉਂਕਿ ਇਹ ਵੀ ਚਰਚਾਵਾਂ ਸੀ ਜਿਸ ਵੇਲੇ ਕਿ ਬਾਹਰ ਕੀਤੇ ਜਾ ਸਕਦੇ ਨੇ ਮੰਤਰੀ, ਉਸ ਡੇਂਜਰ ਜ਼ੋਨ ਦੇ ਵਿੱਚ ਵਿਜੇਂਦਰ ਸਿੰਗਲਾ ਵੀ ਸੀ। ਤਾਂ ਬੇਸ਼ੱਕ ਆਪਣੀ ਕੁਰਸੀ ਤਾਂ ਬਚਾ ਲਈ ਹੈ ਪਰ ਆਪਣਾ ਮਹਿਕਮਾ ਨਹੀਂ ਬਚਾ ਪਾਏ ਵਿਜੇਂਦਰ ਸਿੰਗਲਾ। ਬਿਲਕੁਲ ਕਿਤੇ ਨਾ ਕਿਤੇ ਡਿਮੋਸ਼ਨ ਇਸ ਨਵੀਂ ਕੈਬਨਿਟ ਦੇ ਵਿੱਚ ਵਿਜੇਂਦਰ ਸਿੰਗਲਾ ਹੋਰਾਂ ਦੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਬਲਿਕ ਵਰਕ ਐਡਮਿਨਿਸਟ੍ਰੇਸ਼ਨ ਰਿਫਾਰਮ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ। ਇਹ ਸਿੱਖਿਆ ਮੰਤਰੀ ਵੀ ਸੀਗੇ, PWD ਮਹਿਕਮਾ ਵੀ ਸੀਗਾ, ਲੇਕਿਨ ਹੁਣ ਜਿਹੜੀ ਹੈ ਜਾਣਕਾਰੀ ਮਿਲੀ ਹੈ ਤਾਂ ਕੁਝ ਬਦਲਾਵ ਜ਼ਰੂਰ ਹੋਏ ਨੇ। ਇਸ ਤੋਂ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਦੀ ਗੱਲ ਕੀਤੀ ਜਾਵੇ, ਇੱਕ ਵਾਰ ਫਿਰ ਪੰਚਾਇਤੀ ਤੇ ਰੂਰਲ ਮੰਤਰੀ ਜਿਹੜੇ ਨੇ ਉਹ ਬਣੇ ਨੇ ਔਰ ਨਾਲ ਹੀ ਨਾਲ ਐਨੀਮਲ ਯਾਨੀ ਕਿ ਜਾਨਵਰਾਂ ਦੇ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਹੈ। ਇਹ ਰਜ਼ੀਆ ਸੁਲਤਾਨਾ ਹੋਰੀ ਵਾਟਰ ਸਪਲਾਈ ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਤੋਂ ਇਲਾਵਾ ਵੂਮਨ ਯਾਨੀ ਕਿ ਮਹਿਲਾਵਾਂ ਦੇ ਮੰਤਰੀ ਵੀ ਜਿਹੜੇ ਨੇ ਉਹ ਰਜ਼ੀਆ ਸੁਲਤਾਨਾ ਹੋਰਾਂ ਦੇ ਕੋਲ ਜ਼ਿੰਮੇਵਾਰੀ। ਇੱਕ ਅਹਿਮ ਮਹਿਕਮਾ ਰਣਦੀਪ ਸਿੰਘ ਨਾਭਾ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਮਹਿਕਮਾ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਰਣਦੀਪ ਸਿੰਘ ਨਾਭਾ ਹੋਰਾਂ ਦੇ ਕੋਲ ਮਿਲੀ ਹੈ। ਜਦੋਂ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਖੇਤੀਬਾੜੀ ਮੰਤਰਾਲੇ ਦਾ ਬਣਿਆ ਹੋਇਆ ਤਾਂ ਇੱਕ ਅਹਿਮ ਰੋਲ ਜਿਹੜਾ ਵਾ ਰਣਦੀਪ ਸਿੰਘ ਨਾਭਾ ਹੋਰਾਂ ਦਾ ਰਹਿਣ ਵਾਲਾ ਵਾ। ਇਹ ਜਿਹੜੀ ਨਵੀਂ ਲਿਸਟ ਜਿਹੜੀ ਕੈਬਨਿਟ ਦੀ ਨਵੀਂ ਲਿਸਟ ਆਈ ਹੈ ਉਸ ਦੇ ਵਿੱਚ ਇਹ ਤਮਾਮ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ। ਬ੍ਰਹਮ ਮਹਿੰਦਰਾ ਹੋਰੀ ਇੱਕ ਵਾਰ ਫਿਰ ਲੋਕਲ ਬੋਡੀ ਮਿਨਿਸਟਰ ਬਣੇ ਨੇ। ਸੁਖਜਿੰਦਰ ਰੰਧਾਵਾ ਹੋਰਾਂ ਦੇ ਕੋਲ ਹੋਮ ਮਹਿਕਮਾ ਤੇ ਜੇਲ੍ਹ ਮਹਿਕਮਾ, ਜੇਲ੍ਹ ਮੰਤਰੀ ਪਹਿਲਾਂ ਵੀ ਸੀਗੇ, ਹੋਮ ਮਹਿਕਮਾ ਜਿਹੜਾ ਵਾ ਉਹ ਨਾਲ ਮਿਲ ਗਿਆ ਵਾ। ਤਾਂ ਇਹ ਨਵੇਂ ਮੰਤਰੀਆਂ ਦੀ ਲਿਸਟ ਹੈ। ਥੋੜੀ ਦੇਰ ਬਾਅਦ ਚਾਰਜ ਵੀ ਜਿਹੜਾ ਵਾ ਨਵੇਂ ਮਿਨਿਸਟਰ ਸੰਭਾਲਦੇ ਹੋਏ ਨਜ਼ਰ ਆਣਗੇ। ਪ੍ਰਗਟ ਸਿੰਘ ਹੋਰਿਆਂ ਦਾ ਇਹ ਦਫ਼ਤਰ ਹੈ, ਪ੍ਰਗਟ ਸਿੰਘ ਹੋਰਾਂ ਦਾ ਇੱਥੇ ਥੋੜੀ ਦੇਰ ਬਾਅਦ ਆਪਣਾ ਚਾਰਜ ਸੰਭਾਲਦੇ ਹੋਏ ਨਜ਼ਰ ਆਣਗੇ। ਇਸ ਤੋਂ ਇਲਾਵਾ ਜਿਹੜੇ ਨੇ ਬਾਕੀ ਮਿਨਿਸਟਰ ਵੀ ਅੱਜ ਚਾਰਜ ਸੰਭਾਲਦੇ ਹੋਏ ਨਜ਼ਰ ਆਣਗੇ। ਸੁਖ ਸਰਕਾਰੀਆ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਆਪਣੇ ਚਾਰਜ ਜਿਹੜਾ ਵਾ ਉਹ ਸੰਭਾਲਿਆ ਵਾ। ਅਮਰਿਤ ਬਿਲਕੁਲ ਪੰਕਜ, ਕਿਉਂਕਿ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਇਹਨਾਂ ਮੰਤਰੀਆਂ ਦੇ ਵੱਲੋਂ ਵੀ, ਕਿਉਂਕਿ ਸਮਾਂ ਪਹਿਲਾਂ ਹੀ ਬੜਾ ਘੱਟ ਹੈ ਤੇ ਅਜਿਹੇ ਦੇ ਵਿੱਚ ਜੇਕਰ ਹੋਰ ਸਮਾਂ ਲੱਗਦਾ ਤਾਂ ਹੋਰ ਵੀ ਜ਼ਿਆਦਾ ਵੱਡਾ ਕਹਿ ਸਕਦੇ ਹਾਂ ਕਿ ਚੁਣੌਤੀਆਂ ਨੇ ਕਿ ਪਹਿਲਾਂ ਹੀ ਆਪਣੇ ਮਹਿਕਮਿਆਂ ਨੂੰ ਸੰਭਾਲਣਾ, ਉਹਨਾਂ ਦੇ ਬਾਰੇ ਪਹਿਲਾਂ ਸਮਝਣਾ, ਕਿਉਂਕਿ ਜਿਸ ਤਰੀਕੇ ਦੇ ਨਾਲ ਨਵੇਂ ਮੰਤਰੀ ਬਣੇ ਨੇ, ਕਈ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਨੇ, ਤਾਂ ਉਹਨਾਂ ਨੂੰ ਪਹਿਲਾਂ ਸਮਝਣ ਦੇ ਵਿੱਚ ਵੀ ਸਮਾਂ ਲੱਗੇਗਾ। ਆਪਣੇ ਮਹਿਕਮਿਆਂ ਦੇ ਬਾਰੇ ਪਿਛਲੀਆਂ ਫਾਈਲਾਂ, ਪੈਂਡਿੰਗ ਫਾਈਲਾਂ ਪਈਆਂ ਨੇ, ਉਹਨਾਂ ਦੇ ਬਾਰੇ ਜਾਣਕਾਰੀ ਲੈਣੀ ਹੋਵੇਗੀ ਤੇ ਫਿਰ ਕੰਮ ਸ਼ੁਰੂ ਕਿੱਥੋਂ ਕਰਨਾ ਹੈ ਉਸ ਦੇ ਬਾਰੇ ਵੀ ਇੱਕ ਵੱਡੀ ਚੁਣੌਤੀ ਜ਼ਰੂਰ ਹੈ। ਨੇ ਘੱਟ ਸਮੇਂ ਦੇ ਵਿੱਚ ਆਪਣੇ ਜੋ ਵਾਅਦੇ ਹਰ ਮਹਿਕਮੇ ਦੇ ਵੱਲੋਂ ਕੀਤੇ ਗਏ ਨੇ, ਹਰ ਮਹਿਕਮੇ ਦੇ ਨਾਲ ਜੁੜੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਨੇ, ਚਾਹੇ ਉਹ ਸਿੱਖਿਆ ਦੇ ਨਾਲ ਜੁੜੇ ਹੋਣ, ਉਹਨਾਂ ਦੇ ਵਿੱਚ ਬੇਰੋਜ਼ਗਾਰ ਅਧਿਆਪਕ ਨੇ ਨੌਕਰੀ ਦੀ ਮੰਗ ਕਰ ਰਹੇ ਨੇ, ਬਿਜਲੀ ਦਾ ਮਹਿਕਮਾ ਹੋਵੇ ਜਾਂ ਫਿਰ ਖੇਡਾਂ ਦਾ ਮਹਿਕਮਾ ਹੋਵੇ, ਹਰ ਮਹਿਕਮੇ ਦੇ ਵੱਲੋਂ ਆਪਣੀ ਜੋ ਕੋਸ਼ਿਸ਼ ਹੈ ਕਿ ਆਪਣੇ ਮਹਿਕਮੇ ਦੇ ਨਾਲ ਜੁੜੇ ਕੰਮ ਪੂਰੇ ਕੀਤੇ ਜਾਣ ਤੇ ਲੋਕਾਂ ਦੇ ਵਿੱਚ ਇੱਕ ਚੰਗੀ ਰੈਪੂਟੇਸ਼ਨ ਜ਼ਰੂਰ ਬਣਾ ਲਈ ਜਾਵੇ। ਤਾਂ ਫਿਲਹਾਲ ਪੰਕਜ ਬਣੇ ਰਹੋ। ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਨਵੀਂ ਸਰਕਾਰ ਦੇ ਵਿੱਚ ਵਿਭਾਗਾਂ ਦੀ ਵੰਡ ਹੋ ਗਈ ਹੈ। ਮੁੱਖ ਮੰਤਰੀ ਚੰਨੀ ਸੰਭਾਲਣਗੇ ਵਿਜੀਲੈਂਸ ਮਹਿਕਮਾ ਤੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਅਤੇ ਅਨੁਸੂਚਿਤ ਮਹਿਕਮਾ ਦਿੱਤਾ ਗਿਆ ਹੈ। ਕਾਕਾ ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮਹਿਕਮਾ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਨੂੰ ਸਾਧੂ ਸਿੰਘ ਧਰਮਸੋਤ ਵਾਲਾ ਵਨ ਅਤੇ ਜੰਗਲਾਤ ਮਹਿਕਮਾ ਦਿੱਤਾ ਗਿਆ ਹੈ। ਪ੍ਰਗਟ ਸਿੰਘ ਨੂੰ
ਖੇਡ ਮਹਿਕਮਾ ਤਾਂ ਦਿੱਤਾ ਗਿਆ ਹੀ ਹੈ, ਇਸ ਦੇ ਨਾਲ ਹੀ ਸਕੂਲ ਅਤੇ ਉੱਚ ਸਿੱਖਿਆ ਤੇ ਨਾਲ ਹੀ NRI ਮਾਮਲਿਆਂ ਦਾ ਯਾਨੀ ਕਿ ਪ੍ਰਗਟ ਸਿੰਘ ਦੇ ਉੱਪਰ ਇੱਕ ਵੱਡੀ ਜ਼ਿੰਮੇਵਾਰੀ ਜ਼ਰੂਰ ਹੈ। ਉਹਨਾਂ ਨੂੰ ਕਹਿ ਸਕਦੇ ਹਾਂ ਕਿ ਕੈਬਨਿਟ ਦੇ ਵਿੱਚ ਵੱਡੀ ਜ਼ਿੰਮੇਵਾਰੀ, ਵੱਡੇ ਮਹਿਕਮੇ ਦਿੱਤੇ ਨੇ। ਨਾਲ ਹੀ ਜੋ ਰਾਜਾ ਵੜਿੰਗ ਨੇ ਉਹਨਾਂ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ। ਗੁਰਕਿਰਤ ਕੋਟਲੀ ਨੂੰ ਇੰਡਸਟਰੀ ਅਤੇ ਕਾਮਰਸ ਵਿਭਾਗ, ਵਿਜੇਂਦਰ ਸਿੰਗਲਾ ਦੀ ਡਿਮੋਸ਼ਨ ਹੋਈ ਹੈ। ਵਿਜੇਂਦਰ ਸਿੰਗਲਾ PWD ਮਿਨਿਸਟਰ ਸੀ, ਸਿੱਖਿਆ ਮਹਿਕਮਾ ਉਹਨਾਂ ਦੇ ਕੋਲ ਸੀ, ਪਰ ਹੁਣ ਜਾਂਦੇ ਜਾਂਦੇ ਪਬਲਿਕ ਵਰਕਸ ਦਾ ਜੋ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਹੈ, ਯਾਨੀ ਕਿ ਸਿਰਫ ਆਪਣੀ ਕੁਰਸੀ ਬਚਾ ਸਕੇ ਨੇ। ਪੁਰਾਣੇ ਮੰਤਰੀ ਜੋ 8 ਸੀ ਉਹਨਾਂ ਦੇ ਮਹਿਕਮੇ ਸੇਮ ਰਹੇ ਨੇ, ਸਿਰਫ ਵਿਜੇ ਇੰਦਰ ਸਿੰਗਲਾ ਦਾ ਜੋ ਮਹਿਕਮਾ ਹੈ ਉਹ ਬਦਲਿਆ ਗਿਆ ਹੈ। ਵਿਜੇ ਇੰਦਰ ਸਿੰਗਲਾ ਦਾ ਮਹਿਕਮਾ ਬਦਲ ਕੇ ਪ੍ਰਗਟ ਸਿੰਘ ਨੂੰ ਦੇ ਦਿੱਤਾ ਗਿਆ ਹੈ, ਜੋ ਪਹਿਲੀ ਵਾਰ ਕਾਂਗਰਸ ਦੇ ਵਿੱਚ ਆਏ, ਵਿਧਾਇਕ ਬਣੇ, ਉਸ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਤੇ ਇੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲ ਗਈ ਹੈ। ਭਾਰਤ ਭੂਸ਼ਣ ਆਸ਼ੂ ਦਾ ਮਹਿਕਮਾ ਸੇਮ ਰਿਹਾ ਹੈ। ਫੂਡ ਅਤੇ ਉਪਭੋਗਤਾ ਵਿਭਾਗ, ਰਜ਼ੀਆ ਸੁਲਤਾਨਾ ਦਾ ਵਾਟਰ ਸਪਲਾਈ, ਮਹਿਲਾ ਬਾਲ ਵਿਕਾਸ ਸੇਮ ਜੋ ਰਿਹਾ ਹੈ। ਤਾਂ ਇਹ ਜੋ ਮਹਿਕਮੇ ਨੇ ਉਹ ਦਿੱਤੇ ਗਏ ਨੇ। ਤਾਂ ਜੋ ਇੱਕ ਵਾਰ ਨਿਊਜ਼ 18 ਦੀ ਖਬਰ ਤੇ ਫਿਰ ਤੋਂ ਮੋਹਰ ਲੱਗੀ ਹੈ, ਆਪਣੇ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕੈਬਨਿਟ ਵਿਸਥਾਰ ਤੋਂ ਲੈ ਕੇ ਹੁਣ ਤੱਕ ਜੋ ਤੁਹਾਨੂੰ ਮਹਿਕਮਿਆਂ ਦੀ ਜਾਣਕਾਰੀ ਦਿੰਦੇ ਆਏ ਹਾਂ ਉਹ ਪੂਰੀ ਪੁਖਤਾ ਸਟੀਕ ਸਾਬਿਤ ਹੋਈ ਹੈ, ਕਿਉਂਕਿ ਡਿਪਟੀ CM ਦਾ ਜੋ ਅਸੀਂ ਜ਼ਿਕਰ ਕਰ ਰਹੇ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦਿੱਤਾ ਜਾ ਸਕਦਾ ਹੈ, ਸਵੇਰੇ 11 ਵਜੇ ਹੀ ਨਿਊਜ਼ 18 ਨੇ ਜਾਣਕਾਰੀ ਦਿੱਤੀ ਸੀ, ਉਹ ਗੱਲ ਬਿਲਕੁਲ ਠੀਕ ਸਾਬਿਤ ਹੋਈ ਹੈ। ਉਸੇ ਦੇ ਮੁਤਾਬਿਕ ਜੋ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ ਹੈ। ਜ਼ਿਕਰ ਅਸੀਂ ਇਹ ਵੀ ਕੀਤਾ ਸੀ ਕਿ ਵਿਜੀਲੈਂਸ CM ਆਪਣੇ ਕੋਲ ਰੱਖ ਸਕਦੇ ਨੇ, ਬਿਲਕੁਲ ਉਸੇ ਤਰ੍ਹਾਂ ਹੋਇਆ ਹੈ। ਮੋਹਰ ਲੱਗੀ ਸਾਡੀ ਖਬਰ ਤੇ, ਵਿਜੀਲੈਂਸ CM ਨੇ ਆਪਣੇ ਕੋਲ ਰੱਖਿਆ ਹੈ। ਹਰਿਆਣਾ ਦੇ ਫਾਰਮੂਲੇ ਦਾ ਅਸੀਂ ਜ਼ਿਕਰ ਕਰ ਰਹੇ ਸੀ, ਉਹੀ ਫਾਰਮੂਲਾ ਪੰਜਾਬ ਸਰਕਾਰ ਨੇ ਅਖਤਿਆਰ ਜੋ ਹੈ ਉਹ ਕੀਤਾ ਹੈ। ਉਸੇ ਤਰੀਕੇ ਦੇ ਨਾਲ ਵਿਜੀਲੈਂਸ CM ਨੇ ਰੱਖਿਆ ਹੈ ਅਤੇ ਗ੍ਰਹਿ ਮੰਤਰਾਲਾ ਜੋ ਹੈ ਉਹ ਡਿਪਟੀ CM ਨੂੰ ਦਿੱਤਾ ਗਿਆ ਹੈ। ਪਰ ਹੁਣ ਫਿਲਹਾਲ ਇਹ ਤੋੜ-ਫੋੜ ਕਰਕੇ ਮਹਿਕਮੇ ਵੰਡ ਤਾਂ ਦਿੱਤੇ ਗਏ ਨੇ, ਪਰ ਆਪਸ ਦੇ ਵਿੱਚ ਕਿੰਨਾ ਜੁੜ ਕੇ CM ਅਤੇ ਡਿਪਟੀ CM ਕੰਮ ਕਰਦੇ ਨੇ, ਕਿਉਂਕਿ ਦੋਵੇਂ ਮਹਿਕਮੇ ਬੜੇ ਇੰਪੋਰਟੈਂਟ ਹੁੰਦੇ ਨੇ ਤੇ ਕਿਤੇ ਨਾ ਕਿਤੇ ਦੋਵੇਂ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ। ਜੇਕਰ ਗ੍ਰਹਿ ਦੀ ਗੱਲ ਕੀਤੀ ਜਾਵੇ, ਹੋਮ ਮਿਨਿਸਟਰੀ ਦੀ ਜਾਂ ਫਿਰ ਵਿਜੀਲੈਂਸ ਦੀ, ਤਾਂ ਅਜਿਹੇ ਦੇ ਵਿੱਚ ਦੋ ਮਹਿਕਮੇ ਨੇ, ਦੋ ਵੱਡੀਆਂ ਜ਼ਿੰਮੇਵਾਰੀਆਂ, ਦੋ ਵੱਡੇ ਚਿਹਰਿਆਂ ਦੇ ਕੋਲ। ਕਿਸ ਤਰੀਕੇ ਦੇ ਨਾਲ ਇਹਨਾਂ ਦਾ ਸੁਮੇਲ ਬਣੇਗਾ, ਸੰਤੁਲਨ, ਬੈਲੈਂਸ ਬਣਾ ਕੇ ਕਿਸ ਤਰ੍ਹਾਂ ਚੱਲਣਗੇ, ਇਹ ਬੜੀ ਇੱਕ ਵੱਡੀ ਚੁਣੌਤੀ ਕਹਿ ਸਕਦੇ ਹਾਂ। ਸਮਾਂ ਘੱਟ, ਚੁਣੌਤੀਆਂ ਕਾਂਗਰਸ ਦੇ ਅੱਗੇ ਬੇਹੱਦ ਜ਼ਿਆਦਾ। ਤਾਂ ਫਿਲਹਾਲ ਹੁਣ ਕੁਝ ਹੀ ਦੇਰ ਦੇ ਵਿੱਚ ਸਾਰੇ ਮੰਤਰੀ ਆਪਣਾ ਚਾਰਜ ਵੀ ਲੈ ਲੈਣਗੇ। ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਕਿ ਦਫ਼ਤਰ ਤਾਂ ਅਲਾਟ ਹੋ ਗਏ ਸੀ, ਉਹਨਾਂ ਦਫ਼ਤਰਾਂ ਦੇ ਵਿੱਚ ਜਾ ਕੇ ਹੁਣ ਕਿਉਂਕਿ ਨੇਮ ਪਲੇਟਾਂ ਲੱਗਣਗੀਆਂ ਬਾਹਰ ਮਹਿਕਮੇ ਦੇ ਨਾਲ, ਹਜੇ ਤੱਕ ਮਹਿਕਮੇ ਫਾਈਨਲ ਨਹੀਂ ਸੀ, ਤਾਂ ਹੁਣ ਉਹ ਮਹਿਕਮੇ ਲਿਖੇ ਜਾਣਗੇ ਉਹਨਾਂ ਪਲੇਟਸ ਦੇ ਉੱਪਰ ਤੇ ਉਹ ਪਲੇਟਸ ਦਫ਼ਤਰ ਦੇ ਬਾਹਰ ਲੱਗਣਗੀਆਂ, ਜਿਸ ਦੇ ਉੱਪਰ ਜੇਕਰ ਜਿਵੇਂ ਪ੍ਰਗਟ ਸਿੰਘ ਨੇ ਤਾਂ ਪ੍ਰਗਟ ਸਿੰਘ ਦੀ ਪਲੇਟ ਦੇ ਉੱਪਰ ਲਿਖਿਆ ਜਾਵੇਗਾ ਕਿ ਪ੍ਰਗਟ ਸਿੰਘ ਸਕੂਲ ਐਜੂਕੇਸ਼ਨ ਮਿਨਿਸਟਰ ਨੇ, ਹਾਇਰ ਐਜੂਕੇਸ਼ਨ ਨੇ, ਸਪੋਰਟਸ ਐਂਡ ਯੂਥ ਸਰਵਿਸਿਜ਼ ਤੇ ਨਾਲ ਹੀ NRI ਅਫੇਅਰਸ ਦੇ ਮਿਨਿਸਟਰ ਨੇ, ਤੇ ਉਹਨਾਂ ਦੀ ਪਲੇਟ ਲੱਗੇਗੀ। ਤੇ ਉਸ ਤੋਂ ਬਾਅਦ ਚਾਰਜ ਜੋ ਹੈ ਅੱਜ ਹੀ ਤਕਰੀਬਨ ਸਾਰਿਆਂ ਦੇ ਵੱਲੋਂ ਸੰਭਾਲਿਆ ਜਾਵੇਗਾ। ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਜੋ ਮੰਤਰੀ ਨੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ। ਤਾਂ ਸੰਗਤ ਸਿੰਘ ਗਿੱਲ ਜੀਆਂ ਜਿਹੜੇ OBC ਕੋਟੇ ਤੋਂ ਆਏ ਸੀ ਉਹਨਾਂ ਨੂੰ ਫੋਰੈਸਟ ਵਿਭਾਗ ਦਿੱਤਾ ਗਿਆ ਹੈ, ਫੋਰੈਸਟ, ਵਾਈਲਡ ਲਾਈਫ ਤੇ ਲੇਬਰ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਹੈ। ਤਕਰੀਬਨ ਜੋ ਪੁਰਾਣੇ 8 ਮੰਤਰੀ ਸੀ, ਕਿਉਂਕਿ 8 ਪੁਰਾਣੇ ਮੰਤਰੀ, 7 ਨਵੇਂ ਮੰਤਰੀ ਚੁਣੇ ਗਏ। 8 ਪੁਰਾਣੇ ਮੰਤਰੀਆਂ ਵਿੱਚੋਂ 7 ਦਾ ਮਹਿਕਮਾ ਜੋ ਸੇਮ ਹੈ, ਜਿਵੇਂ ਅਸੀਂ ਜ਼ਿਕਰ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਦਾ ਕੀਤਾ ਸੀ ਕਿ ਫਾਈਨਾਂਸ ਦੇ ਨਾਲ ਇਸ ਸਮੇਂ ਛੇੜਛਾੜ ਕਰਨ ਦਾ ਸੋਚਿਆ ਵੀ ਨਹੀਂ ਜਾ ਸਕਦਾ, ਤੇ ਇਹ ਤਾਂ ਬਿਲਕੁਲ ਤੈਅ ਮੰਨਿਆ ਜਾ ਰਿਹਾ ਸੀ ਕਿ ਜੋ ਫਾਈਨਾਂਸ ਮਿਨਿਸਟਰੀ ਹੈ ਉਹ ਰਵੇਗੀ ਮਨਪ੍ਰੀਤ ਬਾਦਲ ਦੇ ਕੋਲ, ਤੇ ਉਹੀ ਹੋਇਆ ਹੈ। ਮਨਪ੍ਰੀਤ ਬਾਦਲ ਦੇ ਕੋਲ ਖਜ਼ਾਨਾ ਮੰਤਰਾਲਾ ਰਿਹਾ ਹੈ। ਦੂਜੇ ਪਾਸੇ ਰਜ਼ੀਆ ਸੁਲਤਾਨਾ ਦੀ ਗੱਲ ਕੀਤੀ ਜਾਵੇ, ਅਰੁਣਾ ਚੌਧਰੀ ਦੀ ਗੱਲ ਕੀਤੀ ਜਾਵੇ, ਭਾਰਤ ਭੂਸ਼ਣ ਆਸ਼ੂ ਜਾਂ ਤ੍ਰਿਪਤ ਰਜਿੰਦਰ ਬਾਜਵਾ, ਬ੍ਰਹਮ ਮਹਿੰਦਰਾ, ਇਹਨਾਂ ਦੇ ਮਹਿਕਮੇ ਵੀ ਜੋ ਨੇ ਉਹ ਸੇਮ ਰਹੇ ਨੇ। ਪਰ ਸਿਰਫ ਜੇਕਰ ਡਿਮੋਸ਼ਨ ਹੋਈ ਹੈ, ਜੇਕਰ ਮਹਿਕਮਾ ਬਦਲਿਆ ਗਿਆ ਹੈ ਕਿਸੇ ਦਾ, ਤੇ ਉਸ ਦੇ ਬਦਲੇ ਸਿਰਫ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਪਬਲਿਕ ਵਰਕਸ ਦੀ, ਉਹ ਦਿੱਤੀ ਗਈ ਹੈ ਵਿਜੇ ਇੰਦਰ ਸਿੰਗਲਾ ਨੂੰ, ਕਿਉਂਕਿ ਉਹਨਾਂ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਅਹਿਮ ਮਹਿਕਮਿਆਂ ਦੇ ਵਿੱਚੋਂ ਇੱਕ ਸਿੱਖਿਆ ਮੰਤਰਾਲਾ। ਹਾਲਾਂਕਿ ਸਿੱਖਿਆ ਮੰਤਰੀ ਰਹਿੰਦੇ ਹੋਏ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਵਿਜੇ ਇੰਦਰ ਸਿੰਗਲਾ ਨੂੰ ਹੀ ਕਰਨਾ ਪਿਆ ਹੈ। ਸੰਗਰੂਰ ਦੇ ਵਿੱਚ ਲਗਾਤਾਰ ਅਧਿਆਪਕਾਂ ਦੇ ਵੱਲੋਂ ਧਰਨਾ ਲਗਾ ਕੇ ਰੱਖਿਆ ਗਿਆ, ਤੇ ਅੱਜ ਅਧਿਆਪਕ ਬੇਰੋਜ਼ਗਾਰ ਜੋ ਨੇ ਉਹ CM ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਪਰ ਹੁਣ ਅੱਗੇ ਜੋ ਨਵੇਂ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦੇ ਅੱਗੇ ਵੀ ਬੜੀ ਵੱਡੀ ਚੁਣੌਤੀ ਹੈ। ਪ੍ਰਗਟ ਸਿੰਘ ਇਸ ਚੁਣੌਤੀ ਦੇ ਨਾਲ ਕਿਸ ਤਰ੍ਹਾਂ ਨਜਿੱਠਦੇ ਨੇ, ਇਹ ਵੀ ਜੋ ਦੇਖਣਾ ਕਾਫੀ ਅਹਿਮ ਹੋਵੇਗਾ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਹੋਏ ਨੇ। ਤਾਂ ਪੰਕਜ, ਚੁਣੌਤੀਆਂ ਹਾਲਾਂਕਿ ਇੱਕ ਮਹਿਕਮੇ ਦੇ ਨਹੀਂ ਹੈ, ਹਰ ਕਿਸੇ ਮਹਿਕਮੇ ਦੇ ਅੱਗੇ ਚੁਣੌਤੀਆਂ ਜ਼ਿਆਦਾ ਨੇ, ਕਿਉਂਕਿ ਗੱਲ ਸਮੇਂ ਤੇ ਆਣ ਕੇ ਜਦੋਂ ਖੜਦੀ ਹੈ ਤਾਂ ਸਮਾਂ ਘੱਟ ਹੈ, ਚੁਣੌਤੀਆਂ ਜ਼ਿਆਦਾ ਇਸ ਲਈ ਹੋ ਜਾਂਦੀਆਂ ਨੇ। ਤਾਂ ਕੀ ਫਿਲਹਾਲ ਜਾਣਕਾਰੀ ਹੈ, ਅੱਜ ਸਾਰੇ ਮੰਤਰੀਆਂ ਦੇ ਵੱਲੋਂ ਚਾਰਜ ਕਦੋਂ ਤੱਕ ਲਿਆ ਜਾਵੇਗਾ? ਕਿੰਨੇ ਮੰਤਰੀ ਪਹੁੰਚ ਚੁੱਕੇ ਨੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ? ਦੇਖੋ, ਇਸ ਵੇਲੇ तमाम ਮੰਤਰੀ ਇੰਤਜ਼ਾਰ ਕਰ ਰਹੇ ਸੀਗੇ ਕਿ ਪੋਰਟਫੋਲੀਓ ਮਿਲੇ ਤਾਂ ਉਸ ਤੋਂ ਬਾਅਦ ਹੀ ਚਾਰਜ ਜਿਹੜਾ ਵਾ ਉਹ ਸੰਭਾਲਿਆ ਜਾਵੇ। ਤਾਂ 12:30 ਵਜੇ ਤੋਂ ਬਾਅਦ
तमाम मंत्री ਜਿਹੜੇ ਨੇ ਉਹ ਚਾਰ ਸੰਭਾਲਦੇ ਹੋਏ ਨਜ਼ਰ ਆਣਗੇ, ਚਾਹੇ ਰਾਜਾ ਅਮਰਿੰਦਰ ਸਿੰਘ ਬਰਾੜ ਹੋਣ। ਟਰਾਂਸਪੋਰਟ ਮਹਿਕਮਾ ਉਹਨਾਂ ਨੂੰ ਮਿਲਿਆ ਇੱਕ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਅਮੂਮਨ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਘਾਟੇ 'ਚ ਜਾਂਦੀਆਂ ਨੇ, ਲੇਕਿਨ ਪ੍ਰਾਈਵੇਟ ਬੱਸਾਂ ਫਾਇਦੇ ਦੇ ਵਿੱਚ ਪਹੁੰਚਦੀਆਂ ਨੇ। ਤਾਂ ਖੁਦ ਰਾਜਾ ਅਮਰਿੰਦਰ ਸਿੰਘ ਬਰਾੜ ਪ੍ਰਾਈਵੇਟ ਕੰਪਨੀਆਂ ਨੂੰ ਲੈ ਕੇ ਸਵਾਲ ਖੜੇ ਕਰਦੇ ਰਹੇ ਨੇ। ਤਾਂ ਹੁਣ ਕਿਉਂਕਿ 100 ਦਿਨ ਤੋਂ ਘੱਟ ਦਾ ਸਮਾਂ ਹੈ ਔਰ ਅਜਿਹੇ 'ਚ ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ तमाम ਅਧਿਕਾਰੀਆਂ ਨੂੰ ਕਿਹਾ ਸੀਗਾ ਕਿ 100 ਦਿਨਾਂ ਦਾ ਰੋਡ ਮੈਪ ਜਿਹੜਾ ਉਹ ਤਿਆਰ ਕਰਕੇ ਦਿੱਤਾ ਜਾਵੇ। ਤਾਂ ਟਰਾਂਸਪੋਰਟ ਦੀ ਜ਼ਿੰਮੇਵਾਰੀ ਹੁਣ ਰਾਜਾ ਅਮਰਿੰਦਰ ਸਿੰਘ ਬਰਾੜ ਹੋਰਾਂ ਦੇ ਮੋਢਿਆਂ ਦੇ ਉੱਤੇ ਹੈ। ਤਾਂ ਉਹ ਕਿਸ ਤਰੀਕੇ ਦੇ ਨਾਲ ਸੰਭਾਲਦੇ ਆ। ਦੂਸਰਾ 14 ਮਹਿਕਮੇ ਜਿਹੜੇ ਨੇ ਅੰਮ੍ਰਿਤ, ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ 14 ਮਹਿਕਮੇ ਨੇ, ਵਿਜੀਲੈਂਸ ਸਭ ਤੋਂ ਵੱਡਾ ਮਹਿਕਮਾ ਉਹਨਾਂ ਦੇ ਕੋਲ ਜਾਂਦਾ ਹੋਇਆ ਨਜ਼ਰ ਆ ਰਿਹਾ। ਮਾਈਨਿੰਗ ਮਹਿਕਮਾ ਵੀ ਜਿਹੜਾ ਵਾ ਚਰਨਜੀਤ ਸਿੰਘ ਚੰਨੀ ਸੰਭਾਲਦੇ ਹੋਏ ਨਜ਼ਰ ਆ ਰਹੇ। ਟੂਰਿਜ਼ਮ ਐਂਡ ਕਲਚਰ, ਇਹ ਮਹਿਕਮਾ ਪਹਿਲਾਂ ਤੋਂ ਚਰਨਜੀਤ ਸਿੰਘ ਚੰਨੀ ਹੋਰਾਂ ਕੋਲ ਸੀਗਾ, ਇੱਕ ਵਾਰ ਫਿਰ ਉਹਨਾਂ ਨੇ ਮਹਿਕਮਾ ਆਪਣੇ ਕੋਲ ਰੱਖਿਆ। ਪਾਵਰ ਮਹਿਕਮਾ, ਜਿਸ ਨੂੰ ਲੈ ਕੇ ਲਗਾਤਾਰ ਜ਼ਿਕਰ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲੇ। ਨਵਜੋਤ ਸਿੰਘ ਸਿੱਧੂ ਤਾਂ ਕਹਿੰਦੇ ਨੇ ਕਿ 3 ਰੁਪਏ ਤੱਕ ਬਿਜਲੀ ਜਿਹੜੀ ਹੋਣੀ ਚਾਹੀਦੀ ਆ। ਪ੍ਰਗਟ ਸਿੰਘ ਲਗਾਤਾਰ ਕਹਿੰਦੇ ਰਹੇ ਨੇ ਕਿ तमाम ਸਮਝੌਤੇ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ। ਤਾਂ ਇੱਕ ਅਹਿਮ ਜ਼ਿੰਮੇਵਾਰ ਆ ਬਿਜਲੀ ਮਹਿਕਮਾ ਜਿਹੜਾ ਵਾ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਖੁਦ ਸੰਭਾਲ ਰਹੇ ਨੇ। ਦੂਸਰਾ ਬੇਅਦਬੀ ਨੂੰ ਲੈ ਕੇ ਲਗਾਤਾਰ ਇਹ ਸਵਾਲ ਚੁੱਕਦੇ ਰਹੇ ਨੇ ਕਿ ਇਨਸਾਫ ਨਹੀਂ ਮਿਲ ਪਾਇਆ। ਲਗਾਤਾਰ ਪ੍ਰਗਟ ਸਿੰਘ ਹੋਣ, ਸੁਖਜਿੰਦਰ ਰੰਧਾਵਾ ਹੋਣ, ਤਾਂ ਹੋਮ ਮਹਿਕਮੇ ਤੇ ਸਵਾਲ ਖੜੇ ਹੁੰਦੇ ਰਹੇ ਨੇ। ਹੋਮ ਮਹਿਕਮਾ ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਆਪਣੇ ਮੋਢਿਆਂ ਦੇ ਉੱਤੇ ਸੰਭਾਲਦੇ ਹੋਏ ਨਜ਼ਰ ਆਣਗੇ। ਡਿਪਟੀ ਸੀਐਮ ਨੇ, ਡਿਪਟੀ ਸੀਐਮ ਦੇ ਨਾਲ ਹੋਮ ਮਿਨਿਸਟਰ ਵੀ ਹੁਣ ਪੰਜਾਬ ਦੇ ਸੁਖਜਿੰਦਰ ਸਿੰਘ ਰੰਧਾਵਾ ਬੰਦੇ ਹੋਏ ਨਜ਼ਰ ਆਏ ਨੇ। ਇਸ ਤੋਂ ਇਲਾਵਾ ਦੂਸਰੇ ਡਿਪਟੀ ਸੀਐਮ ਓਪੀ ਸੋਨੀ, ਹੈਲਥ ਐਂਡ ਫੈਮਿਲੀ ਵੈਲਫੇਅਰ, ਸਵਾਸਥ ਮਹਿਕਮਾ ਜਿਹੜਾ ਵਾ ਉਹ ਓਪੀ ਸੋਨੀ ਹੋਰੀ ਸੰਭਾਲਦੇ ਹੋਏ ਨਜ਼ਰ ਆਏ। ਪਿਛਲੇ ਦਿਨਾਂ 'ਚ ਬਲਬੀਰ ਸਿੱਧੂ ਹੋਰਾਂ ਤੇ ਸਵਾਲ ਵੀ ਉੱਠੇ ਸੀ ਪਰਫਾਰਮੈਂਸ ਨੂੰ ਲੈ ਕੇ ਵੀ, ਔਰ ਬਾਹਰ ਦਾ ਸਾਹਮਣਾ ਵੀ ਕਰਨਾ ਪਿਆ। ਤਾਂ ਓਪੀ ਸੋਨੀ ਦੇ ਮੋਢਿਆਂ ਦੇ ਉੱਤੇ, ਡਿਪਟੀ ਸੀਐਮ ਦੇ ਮੋਢਿਆਂ ਦੇ ਉੱਤੇ ਜਿਹੜਾ ਵਾ ਸਵਾਸਥ ਮਹਿਕਮਾ ਜਿਹੜਾ ਰਹਿਣ ਵਾਲਾ। ਮਨਪ੍ਰੀਤ ਸਿੰਘ ਬਾਦਲ ਅਮੂਮਨ ਲਗਾਤਾਰ, ਕਿਉਂਕਿ ਖਜ਼ਾਨੇ ਦੀ ਚਾਬੀ ਸਭ ਤੋਂ ਅਹਿਮ ਵੱਡਾ ਰੋਲ ਅਦਾ ਕਰਦੀ ਹੈ, ਤਾਂ ਮਨਪ੍ਰੀਤ ਸਿੰਘ ਬਾਦਲ ਇੱਕ ਵਾਰ ਫਿਰ ਖਜ਼ਾਨਾ ਮੰਤਰੀ ਬਣੇ ਨੇ। ਮਹਿਜ਼ 100 ਦਿਨ ਤੋਂ ਘੱਟ ਦਾ ਸਮਾਂ ਬਚਿਆ ਔਰ ਇਹ ਨਵੀਂ ਕੈਬਨਿਟ ਦੇ ਸਾਹਮਣੇ ਕਈ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਰਹਿਣ ਵਾਲੀਆਂ ਨੇ। ਔਰ ਜਿਹੜਾ ਸਿੱਖਿਆ ਵਿਭਾਗ ਹੈ, ਸਿੱਖਿਆ ਵਿਭਾਗ ਵਿਜੇਂਦਰ ਸਿੰਗਲਾ ਕੋਲ ਸੀ। ਲਗਾਤਾਰ ਇਹ ਕਿਹਾ ਗਿਆ ਕਿ ਨੰਬਰ 1 ਪੰਜਾਬ ਦੇ ਵਿੱਚ ਸਿੱਖਿਆ ਮਹਿਕਮਾ ਵੀ ਹੋਇਆ। ਦੂਜੇ ਪਾਸੇ ਧਰਨੇ ਵੀ ਚਲਦੇ ਰਹੇ ਵਿਜੇਂਦਰ ਸਿੰਗਲਾ ਦੇ ਘਰ ਦੇ ਬਾਹਰ। ਲੇਕਿਨ ਹੁਣ ਸਿੱਖਿਆ ਮੰਤਰੀ ਜਿਹੜੇ ਨੇ ਉਹ ਜਿਹੜੇ ਨੇ ਪ੍ਰਗਟ ਸਿੰਘ, ਜੋ ਨਵਜੋਤ ਸਿੰਘ ਸਿੱਧੂ ਤੇ ਬੇਹੱਦ ਖਾਸ ਨੇ, ਉਹਨਾਂ ਦੇ ਕੋਲ ਹੈ। ਖੇਡ ਮੰਤਰਾਲਾ, ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ 올림픽 'ਚ ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਨੇ ਪਰਫਾਰਮ ਕੀਤਾ। ਔਰ ਪ੍ਰਗਟ ਸਿੰਘ ਅਮੂਮਨ ਕਹਿੰਦੇ ਰਹੇ ਨੇ ਕਿ ਖੇਡ ਮੰਤਰਾਲੇ 'ਚ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ। ਤਾਂ ਖੇਡ ਮੰਤਰਾਲਾ ਵੀ ਜਿਹੜਾ ਵੈ ਉਹ ਹੁਣ ਪ੍ਰਗਟ ਸਿੰਘ ਹੋਰਾਂ ਦੇ ਕੋਲ ਹੈ। ਤਾਂ ਕਿਸ ਤਰੀਕੇ ਨਾਲ ਤਬਦੀਲੀ ਕਰਨਗੇ ਖੇਡ ਮੰਤਰਾਲੇ ਦੇ ਵਿੱਚ, ਇਹ ਵੀ ਇੱਕ ਵੱਡਾ ਰੋਲ ਜਿਹੜਾ ਵੈ ਉਹ ਰਹਿਣ ਵਾਲਾ ਹੈ। ਇੱਕ ਹੋਰ ਮਹਿਕਮਾ ਹੈ ਰਾਜਕੁਮਾਰ ਵੇਰਕਾ। ਲਗਾਤਾਰ ਸਟੂਡੈਂਟ ਦੀ ਸਕਾਲਰਸ਼ਿਪ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਤੇ ਸਵਾਲ ਉੱਠੇ, ਇਨਕੁਆਇਰੀ ਵੀ ਚੱਲਦੀ ਰਹੀ ਔਰ ਬਾਹਰ ਦਾ ਸਾਹਮਣਾ ਵੀ ਕਰਨਾ ਪਿਆ। ਤਾਂ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਹੁਣ ਰਾਜਕੁਮਾਰ ਵੇਰਕਾ ਸੋਸ਼ਲ ਜਸਟਿਸ ਮਹਿਕਮਾ ਜਿਹੜਾ ਵਾ ਉਹ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ। ਅੰਮ੍ਰਿਤ, ਬਿਲਕੁਲ ਪੰਕਜ, ਤਾਂ ਫਿਲਹਾਲ ਮਹਿਕਮਿਆਂ ਦੀ ਵੰਡ ਹੋ ਗਈ ਹੈ। ਹੁਣ ਜੋ ਆਪੋ ਆਪਣਾ ਚਾਰਜ ਇਹਨਾਂ ਮੰਤਰੀਆਂ ਦੇ ਵੱਲੋਂ ਸੰਭਾਲਿਆ ਜਾਵੇਗਾ। ਲਗਾਤਾਰ ਨਜ਼ਰ ਬਣੀ ਹੋਈ ਹੈ, ਜਦੋਂ ਮੰਤਰੀ ਆਪਣਾ ਮਹਿਕਮਾ ਸੰਭਾਲਣ ਦੇ ਲਈ ਪਹੁੰਚਣਗੇ ਤਾਂ ਉਸ ਵੇਲੇ ਵੀ ਉਹ ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ। ਤੇ ਕੋਸ਼ਿਸ਼ ਵੀ ਰਹੇਗੀ ਕਿ ਸਾਡੇ ਸਹਿਯੋਗੀ ਜੋ ਇਸ ਵੇਲੇ ਗਰਾਊਂਡ ਜ਼ੀਰੋ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ, ਕਿਉਂਕਿ ਨਵੀਂ ਜ਼ਿੰਮੇਵਾਰੀ ਮਿਲੀ ਹੈ। ਅੱਜ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਕਿ ਇਸ ਨਵੀਂ ਜ਼ਿੰਮੇਵਾਰੀ ਦੇ ਮਿਲਣ ਦੇ ਨਾਲ ਕਿੰਨੀ ਚੁਣੌਤੀ ਜੋ ਹੈ ਉਹ ਵੱਧ ਗਈ ਹੈ। ਪੰਕਜ, ਫਿਰ ਰੁਖ ਕਰਾਂਗੇ ਤੁਹਾਡਾ। ਫਿਲਹਾਲ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਮਹਿਕਮਿਆਂ ਦੀ ਵੰਡ ਜੋ ਹੈ ਉਹ ਕਰ ਦਿੱਤੀ ਗਈ ਹੈ। ਜੋ ਮੇਨ ਮਹਿਕਮਾ ਸੀ ਜਿਸ ਦੇ ਉੱਪਰ ਪੇਚ ਫਸਿਆ ਹੋਇਆ ਸੀ ਗ੍ਰਹਿ ਮੰਤਰਾਲਾ, ਉਹ ਗ੍ਰਹਿ ਮੰਤਰਾਲਾ ਜਿਵੇਂ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਦਿੱਤਾ ਜਾਵੇਗਾ ਸੁਖਜਿੰਦਰ ਸਿੰਘ ਰੰਧਾਵਾ ਨੂੰ, ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੋ 14 ਮਹਿਕਮੇ ਨੇ ਉਹ ਸੀਐਮ ਨੇ ਆਪਣੇ ਕੋਲ ਰੱਖੇ ਨੇ, ਜਿਨ੍ਹਾਂ ਦੇ ਵਿੱਚ ਵਿਜੀਲੈਂਸ ਵੀ ਹੈ, ਜਿਨ੍ਹਾਂ ਦੇ ਵਿੱਚ ਟੂਰਿਜ਼ਮ ਵੀ ਹੈ, ਜਿਨ੍ਹਾਂ ਦੇ ਵਿੱਚ ਮਾਈਨਿੰਗ ਵੀ ਹੈ, ਜਿਨ੍ਹਾਂ ਦੇ ਵਿੱਚ ਬਿਜਲੀ ਵੀ ਹੈ। ਤਾਂ ਇਸ ਤੋਂ ਇਲਾਵਾ ਕਿਸ ਨੂੰ ਕਿਹੜਾ ਮਹਿਕਮਾ ਮਿਲਿਆ ਹੈ, ਕਿਸ ਦੇ ਖਾਤੇ ਕੀ ਆਇਆ ਹੈ, ਇਹ ਵੀ ਤੁਹਾਨੂੰ ਅਸੀਂ ਜੋ ਲਗਾਤਾਰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਜੋ ਮਹਿਕਮਾ ਕਿਸ ਨੂੰ ਕਿਹੜਾ ਮਿਲਿਆ ਹੈ, ਕਿਸ ਦਾ ਮਹਿਕਮਾ ਸੇਮ ਰਿਹਾ ਹੈ ਤੇ ਕਿਸ ਦਾ ਮਹਿਕਮਾ ਬਦਲਿਆ ਹੈ, ਕਿਸ ਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਤੇ ਕਿਸ ਨੂੰ ਇੱਕ ਤੋਂ ਵੱਧ ਜ਼ਿੰਮੇਵਾਰੀ ਮਿਲੀ ਹੈ। ਵਿਭਾਗਾਂ ਦੀ ਵੰਡ ਹੋ ਗਈ ਹੈ, ਜੋ ਇੰਤਜ਼ਾਰ ਸੀ ਉਹ ਖਤਮ ਹੋ ਗਿਆ ਹੈ। ਰਾਣਾ ਗੁਰਜੀਤ ਸਿੰਘ ਜੋ ਲਗਾਤਾਰ ਵਿਵਾਦ ਦੇ ਵਿੱਚ ਰਹੇ, ਕਾਫੀ ਜ਼ਿਆਦਾ ਸਹੁੰ ਚੁੱਕ ਸਮਾਗਮ ਵਾਲੇ ਦਿਨ ਵੀ ਚਰਚਾ ਦੇ ਵਿੱਚ ਰਹੇ, ਉਹਨਾਂ ਨੂੰ ਤਕਨੀਕੀ ਸਿੱਖਿਆ ਦਾ ਜੋ ਵਿਭਾਗ ਹੈ ਉਹ ਦਿੱਤਾ ਗਿਆ ਹੈ ਰਾਣਾ ਗੁਰਜੀਤ ਨੂੰ। ਇਸ ਦੇ ਨਾਲ ਹੀ ਕਿਸ ਨੂੰ ਕਿਹੜਾ ਵਿਭਾਗ ਮਿਲਿਆ ਹੈ ਉਹ ਲਗਾਤਾਰ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਪੁਰਾਣੇ 8 ਮੰਤਰੀਆਂ ਦੇ ਵਿੱਚੋਂ 7 ਮੰਤਰੀਆਂ ਦੇ ਵਿਭਾਗ ਸੇਮ ਰਹੇ ਨੇ, ਜਿਨ੍ਹਾਂ ਦੇ ਵਿੱਚ ਮਨਪ੍ਰੀਤ ਬਾਦਲ ਨੇ, ਜਿਨ੍ਹਾਂ 'ਚ ਬ੍ਰਹਮ ਮਹਿੰਦਰਾ ਨੇ, ਜਿਨ੍ਹਾਂ ਦੇ ਵਿੱਚ ਸੁਖਵਿੰਦਰ ਸੁਖ ਸਰਕਾਰੀਆ ਨੇ, ਅਰੁਣਾ ਚੌਧਰੀ ਨੇ, ਜੋ ਨਾਲ ਹੀ
ਸੁਖਬਿੰਦਰ ਸਰਕਾਰੀਆ ਨੇ ਤੇ ਜਿਹੜੇ ਨਵੇਂ ਨੇ ਉਹਨਾਂ ਨੂੰ ਵੀ ਜੋ ਮਹਿਕਮੇ ਵੰਡ ਦਿੱਤੇ ਗਏ ਨੇ। ਤਾਂ ਕੁਲਦੀਪ ਵੈਦ ਜੁੜੇ ਨੇ, ਸਿੱਧਾ ਰੁਕ ਕਰਦੇ ਹਾਂ ਕੁਲਦੀਪ ਵੈਦ ਜੀ ਨੂੰ। ਇਸ ਵਾਰ ਤਾਂ ਜ਼ਰੂਰ ਹੋਵੇਗਾ ਕਿ ਜਲਦ ਫੋਨ ਮਿਲਾਇਆ ਜਾਵੇ, ਕਿਉਂਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਦੁਪਹਿਰ ਤੱਕ ਜੋ ਹੈ ਉਹ ਮਹਿਕਮੇ ਵੰਡ ਦਿੱਤੇ ਜਾਣਗੇ। ਤਾਂ ਕੁਲਦੀਪ ਵੈਦ ਜੀ, ਮਹਿਕਮੇ ਵੰਡ ਦਿੱਤੇ ਗਏ ਨੇ? ਅਮਰਤਾ ਜੀ, ਮੈਂ ਤੁਹਾਨੂੰ ਗਲਤ ਇਨਫੋਰਮੇਸ਼ਨ ਨਹੀਂ ਸੀ ਦਿੱਤੀ, ਮੈਂ ਤੁਹਾਨੂੰ ਬਿਲਕੁਲ ਪੁਖਤਾ ਇਨਫੋਰਮੇਸ਼ਨ ਦਿੱਤੀ ਸੀ। ਤੁਸੀਂ ਸਗੋਂ ਸਵਾਲ ਖੜਾ ਕੀਤਾ ਸੀਗਾ ਕਿ ਅਗਰ ਇਹ ਗੱਲ ਠੀਕ ਨਾ ਹੋਈ ਤਾਂ ਅਸੀਂ ਕੁਲਦੀਪ ਸਿੰਘ ਵੈਦ ਨੂੰ ਕਹਾਂਗੇ ਕਿ ਉਹਨਾਂ ਦੀ ਗੱਲ ਠੀਕ ਨਹੀਂ ਹੋਈ। ਜੀ ਬਿਲਕੁਲ, ਕਿਉਂਕਿ ਸਵਾਲ ਖੜੇ ਕਰਨਾ ਸਾਡਾ ਕੰਮ ਹੈ, ਕਿਉਂਕਿ ਤੁਹਾਨੂੰ ਵੀ ਪਤਾ ਹੈ ਉਮੀਦ ਤਾਂ ਕੱਲ ਵੀ ਕੀਤੀ ਜਾ ਰਹੀ ਸੀ, ਦਾਅਵਾ ਤੁਸੀਂ ਕੱਲ ਵੀ ਕੀਤਾ ਸੀ। ਚਲੋ ਖੈਰ ਦੇਰ ਆਏ ਦਰੁਸਤ ਆਏ। ਕੁਲਦੀਪ ਵੈਦ ਜੀ, ਮਹਿਕਮੇ ਤਾਂ ਵੰਡੇ ਗਏ ਨੇ, ਲੱਗਦਾ ਹੈ ਕਿ ਪੂਰੀ ਸਹੀ ਵੰਡ ਹੋਈ ਹੈ? ਬਿਲਕੁਲ ਬਿਲकुल ਅਮਰਤਾ, ਬਹੁਤ ਵਧੀਆ ਵੰਡ ਹੋਈ ਹੈ। ਤੁਸੀਂ ਦੇਖੋਗੇ ਕਿ ਜਿਹੜੀ ਇਹ ਸਰਕਾਰ ਬਣੀ ਹੈ ਇਹਦੇ ਵਿੱਚ ਜਿੰਨੇ ਵੀ ਪੁਰਾਣੇ ਮਿਨਿਸਟਰਸ ਵੀ ਨੇ, ਸਾਡੇ ਨਵੇਂ ਮਿਨਿਸਟਰਸ ਵੀ ਨੇ, ਸਾਰੇ ਨੇ ਜਿਹੜੇ ਬਹੁਤ ਵਧੀਆ ਢੰਗ ਨਾਲ ਕੰਮ ਕਰਨਗੇ। ਚੀਫ ਮਿਨਿਸਟਰ ਸਾਹਿਬ ਦੀਆਂ ਹਦਾਇਤਾਂ ਨੇ ਕੈਬਨਿਟ ਦੇ ਵਿੱਚ, ਈਵਨ ਸਾਡੀ ਬਿਊਰੋਕ੍ਰੇਸੀ ਨੂੰ ਵੀ ਚੀਫ ਮਿਨਿਸਟਰ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਹੈ ਕਿ ਕੋਈ ਵੀ ਅਫਸਰ ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝੇ। ਤੇ ਮੈਂ ਵੀ ਕਹਿਣਾ ਚਾਹਣਾ ਔਨ ਬਿਹਾਫ ਆਫ ਆਨਰੇਬਲ ਚੀਫ ਮਿਨਿਸਟਰ ਸਾਹਿਬ ਕਿ ਹਰ ਇੱਕ ਵਰਗ, ਚਾਹੇ ਉਹ ਅਫੀਸ਼ੀਅਲ ਹੈ ਜਾਂ ਜਿਹੜੇ ਸਰਕਾਰ ਨਾਲ ਰਿਲੇਟਡ ਹੈ, ਸਾਰੇ ਤਨਦੇਹੀ ਨਾਲ ਕੰਮ ਕਰੋ। ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਤਨਦੇਹੀ ਨਾਲ ਕੰਮ ਕਰੋ, ਬਿਲਕੁਲ ਪਾਰਦਰਸ਼ਤਾ ਨਾਲ ਕੰਮ ਹੋਣਾ ਚਾਹੀਦਾ ਹੈ। ਸੋ ਮੈਂ ਆਸ ਕਰਦਾ ਸਾਡੀ ਜਿਹੜੀ ਨਵੀਂ ਹੁਣ ਕੈਬਨਿਟ ਬਣੀ ਹੈ, ਪੰਜਾਬ ਦੇ ਲੋਕ ਬਹੁਤ ਖੁਸ਼ ਨੇ, ਇਹਦੇ ਤੋਂ ਮੁਬਾਰਕਾਂ ਵੀ ਬਹੁਤ ਆ ਰਹੀਆਂ ਨੇ। ਸਾਰੇ ਤਾਂ ਖੁਸ਼ ਨੇ, ਪਰ ਕੁਲਦੀਪ ਵੈਦ ਜੀ ਲੱਗਦਾ ਹੈ ਕਿ ਵਿਜੇਂਦਰ ਸਿੰਗਲਾ ਖੁਸ਼ ਨਹੀਂ ਹੋਣਗੇ, ਕਿਉਂਕਿ ਬਾਕੀਆਂ ਨੂੰ ਤੇ ਕਈਆਂ ਨੂੰ ਇੱਕ ਤੋਂ ਵੱਧ ਮਹਿਕਮੇ ਮਿਲ ਗਏ, ਪਰ ਉਹਨਾਂ ਦੀ ਤਾਂ ਡਿਮੋਸ਼ਨ ਹੋ ਗਈ ਹੈ। ਉਹਨਾਂ ਦੇ ਕੋਲੋਂ ਤਾਂ PWD ਸਿੱਖਿਆ ਮੰਤਰੀ ਹੋ ਕੇ ਉਹਨਾਂ ਨੂੰ ਤਾਂ ਪਬਲਿਕ ਵਰਕਸ ਦੇ ਦਿੱਤਾ ਗਿਆ ਹੈ। ਅਮ੍ਰਿਤਾ, ਬਿਲਕੁਲ ਕੋਈ ਡਿਮੋਸ਼ਨ ਨਹੀਂ ਹੋਈ ਹੈ, ਕੋਈ ਡਿਮੋਸ਼ਨ ਨਹੀਂ ਹੈ। ਇਹ ਕਿਸੇ ਦਾ ਕੋਈ ਰਾਈਟ ਨਹੀਂ ਹੁੰਦਾ ਕਿ ਅਗਰ ਕਿਸੇ ਕੋਲੇ ਪਹਿਲਾਂ 3 ਮਹਿਕਮੇ ਸੀ, ਸਾਡੇ ਮਿਨਿਸਟਰ ਸਾਹਿਬ ਕੋਲੇ ਹੁਣ 1 ਰਹਿ ਗਿਆ ਜਾਂ 2 ਹੋ ਗਏ ਜਾਂ 4 ਹੋਣੇ ਚਾਹੀਦੇ ਆ। ਇਹ ਕੋਈ ਰਾਈਟ ਨਹੀਂ ਹੈ, ਇਹ ਚੀਫ ਮਿਨਿਸਟਰ ਦਾ ਪ੍ਰੈਰੋਗੇਟਿਵ ਹੈ। ਚੀਫ ਮਿਨਿਸਟਰ ਨੇ ਦੇਖਣਾ ਹੈ ਕਿ ਕੌਣ ਕਿੱਥੇ ਫਿੱਟ ਹੁੰਦਾ, ਕਿਹੜਾ ਵਧੀਆ ਕੰਮ ਕਰ ਸਕਦਾ। ਪਹਿਲੀ ਸਰਕਾਰ ਦੇ ਵੀ ਜਿੰਨੇ ਸਾਡੇ ਮਿਨਿਸਟਰ ਸੀ ਉਹਨਾਂ ਨੇ ਵੀ ਵਧੀਆ ਰਿਜ਼ਲਟਸ ਦਿੱਤੇ ਆ। ਸੋ ਇਸ ਕਰਕੇ ਕੋਈ ਐਸਾ ਇਸ਼ੂ ਨਹੀਂ ਹੈ ਕਿ ਕਿਸੇ ਕੋਲ 1 ਮਹਿਕਮਾ ਜਾਂ 2 ਮਹਿਕਮਾ। ਸਾਡੇ ਆਨਰੇਬਲ ਚੀਫ ਮਿਨਿਸਟਰ ਦਾ ਸਾਰਿਆਂ ਨੂੰ ਹਦਾਇਤਾਂ ਨੇ ਕਿ ਜਿਵੇਂ ਉਹ 24 ਘੰਟੇ ਕੰਮ ਕਰ ਰਹੇ, ਸਾਡੇ ਹੁਣ ਮੰਤਰੀ ਵੀ ਨੇ ਜਿਹੜੇ ਉਹ ਵੀ 24 ਘੰਟੇ ਕੰਮ ਕਰਨ। ਇੱਕ ਹੋਰ ਗੱਲ ਕੁਲਦੀਪ ਜੀ, ਇੱਕ ਹੋਰ ਗੱਲ, ਕਿਉਂਕਿ ਜਿਵੇਂ ਬੇਸ਼ੱਕ ਤੁਸੀਂ ਹਰ ਵਾਰ ਡਿਨਾਈ ਕਰਦੇ ਹੋ ਗੱਲਾਂ ਨੂੰ, ਕਿਉਂਕਿ ਤੁਸੀਂ ਸਿਆਸਤਦਾਨ ਹੋ ਤੇ ਪਾਰਟੀ ਦਾ ਪੱਖ ਪੂਰਨਾ ਪੈਂਦਾ ਹੈ, ਪਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਹਿਲਾਂ ਕਿ ਗ੍ਰਹਿ ਮੰਤਰਾਲੇ ਤੇ ਵਿਜੀਲੈਂਸ ਨੂੰ ਲੈ ਕੇ ਪੇਚ ਫਸਿਆ ਸੀ ਤੇ ਸ਼ਾਇਦ ਹੋ ਸਕਦਾ ਹੈ ਹਰਿਆਣਾ ਵਾਲਾ ਫਾਰਮੂਲਾ ਹੋ ਜਾਵੇ। ਉਹੀ ਹੋਇਆ, ਗ੍ਰਹਿ ਮੰਤਰਾਲਾ ਜੋ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇ ਦਿੱਤਾ ਗਿਆ ਹੈ ਤੇ ਵਿਜੀਲੈਂਸ ਜੋ ਹੈ ਉਹ ਸੀਐਮ ਨੇ ਆਪਣੇ ਕੋਲ ਰੱਖ ਲਿਆ ਹੈ। ਤਾਂ ਹੁਣ ਲੱਗਦਾ ਹੈ ਕਿ ਸੀਐਮ ਤੇ ਡਿਪਟੀ ਸੀਐਮ ਬੈਲੈਂਸ ਬਣਾ ਪਾਉਣਗੇ, ਕਿਉਂਕਿ ਫਾਰਮੂਲਾ ਤਾਂ ਬੇਸ਼ੱਕ ਹਰਿਆਣਾ ਦਾ ਹੈ, ਪਰ ਹਰਿਆਣਾ ਦੇ ਸੀਐਮ ਤੇ ਗ੍ਰਹਿ ਮੰਤਰਾਲੇ ਵਿਚਾਲੇ ਅਕਸਰ ਜੋ ਹੈ ਉਹ ਟਸਲ ਦੇਖਣ ਨੂੰ ਮਿਲਦੀ ਹੈ, ਖੜਕਦੀ ਰਹਿੰਦੀ ਹੈ। ਬਿਲਕੁਲ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ ਜੀ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਬਹੁਤ ਹੀ ਮੈਂ ਕਹਾਂ ਸੇ ਗ੍ਰੇਟ ਸਟੇਟਸਮੈਨ। ਸੋ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ, ਹਰਿਆਣਾ ਦੀ ਪੋਲਿਟਿਕਸ ਹੋ ਰਿਹਾ, ਪੰਜਾਬ ਦੀ ਪੋਲਿਟਿਕਸ ਹੋ ਰਿਹਾ। ਤੁਸੀਂ ਵੇਖਿਆ ਹੋਊਗਾ ਹਰਿਆਣਾ ਦੇ ਵਿੱਚ ਤੇ ਪੰਜਾਬ ਦੇ ਵਿੱਚ ਲੋਟ ਆਫ ਡਿਫਰੈਂਸ ਹੈ। ਜਿਹੜੇ ਸਾਡੇ ਪੰਜਾਬ ਦੇ ਮਿਨਿਸਟਰਸ ਨੇ ਜਾਂ ਪੰਜਾਬ ਦੇ ਪੋਲੀਟੀਸ਼ੀਅਨਸ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਦੇ ਵਿੱਚ ਜਿਹੜੀ ਕੋਆਪਰੇਸ਼ਨ ਦੀ ਕਹਿ ਲਓ ਉਹ ਬਹੁਤ ਜ਼ਿਆਦਾ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਹੈ ਸਾਡੇ ਲੋਕਾਂ ਨੂੰ। ਸੋ ਕੋਈ ਐਸਾ ਇਸ਼ੂ ਨਹੀਂ ਹੋਏਗਾ ਜੀ। ਚਲੋ ਕੁਲਦੀਪ ਵੈਦ ਜੀ, ਫਿਲਹਾਲ ਦੇਖਦੇ ਹਾਂ ਕਿ ਇੰਨੇ ਘੱਟ ਸਮੇਂ ਦੇ ਵਿੱਚ ਕਿਸ ਤਰ੍ਹਾਂ ਚੁਣੌਤੀਆਂ ਪੂਰੀਆਂ ਹੁੰਦੀਆਂ ਨੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ ਉਹ ਡਿਲੀਵਰ ਹੁੰਦੇ ਨੇ। ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਕੁਲਦੀਪ ਵੈਦ, ਕਿਉਂਕਿ ਹੁਣ ਤੋਂ ਕਰੀਬ ਅਸੀਂ ਕਹਿ ਲਈਏ ਤਾਂ ਪੌਣਾ ਘੰਟਾ ਪਹਿਲਾਂ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਤਾਂ ਇਹਨਾਂ ਨੇ ਦਾਅਵਾ ਜ਼ਰੂਰ ਕੀਤਾ ਸੀ ਕਿ ਦੁਪਹਿਰ ਤੱਕ ਜੋ ਮਹਿਕਮੇ ਵੰਡੇ ਜਾਣਗੇ, ਤਾਂ ਜੇਕਰ ਨਹੀਂ ਵੰਡੇ ਗਏ ਤਾਂ ਉਸ ਦੇ ਲਈ ਵੀ ਇਹ ਜਵਾਬ ਦੇ ਸੀ। ਤਾਂ ਇਸੇ ਲਈ ਹੁਣ ਕਿਉਂਕਿ ਉਹਨਾਂ ਦੀ ਗੱਲ ਪੂਰੀ ਹੋਈ ਹੈ, ਮੋਹਰ ਲੱਗੀ ਹੈ, ਜੋ ਉਹਨਾਂ ਨੇ ਦਾਅਵਾ ਕੀਤਾ ਸੀ ਉਹ ਪੂਰਾ ਹੋ ਗਿਆ, ਤਾਂ ਇਸ ਲਈ ਪੂਰੀ ਉਹਨਾਂ ਨੂੰ ਵੀ ਇਸ ਵੇਲੇ ਐਕਸਾਈਟਮੈਂਟ ਸੀ ਕਿ ਆਪਣੀ ਗੱਲ ਹੁਣ ਰੱਖੀ ਜਾਵੇ ਕਿ ਜਿਸ ਤਰ੍ਹਾਂ ਮੈਂ ਕਿਹਾ ਸੀ ਉਸੇ ਤਰ੍ਹਾਂ ਹੋਇਆ ਹੈ। ਪਰ ਫਿਲਹਾਲ ਮਹਿਕਮੇ ਤਾਂ ਵੰਡ ਦਿੱਤੇ ਗਏ ਨੇ, ਕਹਿੰਦੇ ਨੇ ਡਿਮੋਸ਼ਨ ਨਹੀਂ ਹੋਈ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਪਹਿਲਾਂ 1 ਮਹਿਕਮਾ ਸੀ ਜਾਂ 4 ਮਹਿਕਮੇ ਸੀ ਤਾਂ ਹੁਣ ਵੀ 4 ਮਹਿਕਮੇ ਹੀ ਦਿੱਤੇ ਜਾਣ। ਪਰ ਫਿਲਹਾਲ ਵਿਜੇਂਦਰ ਸਿੰਗਲਾ ਇਸ ਬਾਰੇ ਕੀ ਸੋਚਦੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਹੋਵੇਗੀ ਜਦੋਂ ਆਪਣੇ ਨਵੇਂ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਉਹ ਪਹੁੰਚਣਗੇ। ਤਾਂ ਹੁਣ ਕਿਸ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਹੈ ਉਸ ਦੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੀ ਟੀਵੀ ਸਕਰੀਨ ਤੇ ਹੈ। ਕਿਸ ਨੂੰ ਕਿਹੜਾ ਮਹਿਕਮਾ ਮਿਲਿਆ ਹੈ, ਕਿਸ ਨੂੰ 1 ਤੋਂ ਵੱਧ ਮਹਿਕਮੇ ਮਿਲੇ ਨੇ, ਕਿਸ ਨੂੰ 1 ਦੇ ਵਿੱਚ ਹੀ ਗੁਜ਼ਾਰਾ ਕਰਨਾ ਪਵੇਗਾ। ਤਾਂ ਪੁਰਾਣੇ ਮੰਤਰੀ ਜੋ ਤਕਰੀਬਨ ਨੇ 7 ਮੰਤਰੀ, ਉਹਨਾਂ ਦੇ ਕੋਲ ਸੇਮ ਮਹਿਕਮੇ ਨੇ, ਸਿਰਫ ਵਿਜੇਂਦਰ ਸਿੰਗਲਾ ਦਾ ਮਹਿਕਮਾ ਬਦਲਿਆ ਗਿਆ ਹੈ ਤੇ ਨਵੇਂ ਜੋ 7 ਮੰਤਰੀ ਨੇ ਉਹਨਾਂ ਨੂੰ ਜੋ ਨਵੇਂ ਮਹਿਕਮੇ ਦਿੱਤੇ ਗਏ ਨੇ, ਕਿਉਂਕਿ 5 ਮੰਤਰੀ ਬਾਹਰ ਕੀਤੇ ਗਏ ਸੀ, ਉਹਨਾਂ ਦੇ ਮਹਿਕਮੇ ਜੋ ਉਹ ਵੰਡੇ ਗਏ ਆ।
ਤਾਂ ਫਿਲਹਾਲ ਜੋ ਅਸੀਂ ਤੁਹਾਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਾਂ ਇਹਨਾਂ ਮਹਿਕਮਿਆਂ ਦੀ ਕਿ ਮਹਿਕਮਿਆਂ ਦੀ ਤਬਦੀਲੀ ਜੋ ਹੈ ਉਹ ਕਰ ਦਿੱਤੀ ਗਈ ਹੈ। ਵਿਜੀਲੈਂਸ ਦੇ ਨਾਲ ਜੇਕਰ ਜਸਟਿਸ ਦੀ ਗੱਲ ਕੀਤੀ ਜਾਵੇ, ਲੀਗਲ ਦੀ ਇਨਫੋਰਮੇਸ਼ਨ, ਪਬਲਿਕ ਰਿਲੇਸ਼ਨ ਦੀ ਗੱਲ ਕੀਤੀ ਜਾਵੇ, ਵਾਤਾਵਰਣ ਦੀ ਗੱਲ ਕੀਤੀ ਜਾਵੇ, ਮਾਈਨਿੰਗ ਦੀ, ਸਿਵਲ ਐਵੀਏਸ਼ਨ, ਐਕਸਾਈਜ਼, ਇਨਵੈਸਟਮੈਂਟ ਪ੍ਰਮੋਸ਼ਨ, ਹਸਪਿਟੈਲਿਟੀ, ਪਾਵਰ, ਟੂਰਿਜ਼ਮ ਐਂਡ ਕਲਚਰਲ ਅਫੇਅਰਸ, ਇਹ ਸਾਰੇ ਮਹਿਕਮੇ, ਇਹ 14 ਮਹਿਕਮੇ ਜੋ ਨੇ ਜਿਨ੍ਹਾਂ ਦੇ ਵਿੱਚੋਂ ਵੱਡੇ ਅਹਿਮ ਕਿਹੜੇ ਨੇ? ਬਿਜਲੀ ਦਾ ਮਹਿਕਮਾ, ਜਿਨ੍ਹਾਂ ਦੇ ਵਿੱਚੋਂ ਮਹਿਕਮਾ ਮਾਈਨਿੰਗ ਦਾ ਵੀ ਇੰਪੋਰਟੈਂਟ ਹੈ, ਵਿਜੀਲੈਂਸ ਦਾ ਸਭ ਤੋਂ ਇੰਪੋਰਟੈਂਟ ਹੈ, ਟੂਰਿਜ਼ਮ, ਇਹ ਸਾਰੇ ਮਹਿਕਮੇ ਜੋ 14 ਮਹਿਕਮੇ ਆਪਣੇ ਕੋਲ ਰੱਖੇ ਨੇ ਸੀਐਮ ਨੇ। ਅਤੇ ਦੂਜੇ ਪਾਸੇ ਡਿਪਟੀ ਸੀਐਮ, ਦੂਜੇ ਨੰਬਰ ਤੇ ਹੋਮ ਅਫੇਅਰਸ, ਗ੍ਰਹਿ ਮੰਤਰਾਲਾ ਜੋ ਇੱਕ ਪਾਵਰਫੁਲ ਮਹਿਕਮਾ ਕਿਹਾ ਜਾਂਦਾ ਹੈ, ਪਾਵਰਫੁਲ ਮਹਿਕਮਾ ਜੋ ਹੈ ਉਹ ਦਿੱਤਾ ਗਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ। ਕਾਰਪੋਰੇਸ਼ਨ ਵੀ ਉਹਨਾਂ ਦੇ ਕੋਲ ਹੈ ਤੇ ਜੇਲਾਂ ਪਹਿਲਾਂ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਸੀ, ਜੇਲ੍ਹ ਮੰਤਰੀ ਸੀ ਤੇ ਇਸ ਤੋਂ ਇਲਾਵਾ ਓਪੀ ਸੋਨੀ ਜੋ ਦੂਜੇ ਡਿਪਟੀ ਸੀਐਮ ਨੇ, ਕਿਉਂਕਿ ਓਪੀ ਸੋਨੀ ਵੀ ਪਹਿਲਾਂ ਜੋ ਉਹ ਹੈਲਥ ਮਿਨਿਸਟਰ ਰਹਿ ਚੁੱਕੇ ਨੇ, ਇਸ ਲਈ ਉਹਨਾਂ ਨੂੰ ਦੁਬਾਰਾ ਤੋਂ ਹੈਲਥ ਦੇ ਨਾਲ ਫੈਮਿਲੀ ਵੈਲਫੇਅਰ, ਡਿਫੈਂਸ ਸਰਵਿਸਿਜ਼ ਵੈਲਫੇਅਰ ਤੇ ਫਰੀडम ਫਾਈਟਰਸ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ। ਤਾਂ ਕੈਬਨਿਟ ਮੰਤਰੀ, ਇਹ ਸੀਐਮ ਤੇ ਡਿਪਟੀ ਸੀਐਮ ਦੀ ਗੱਲ ਹੋਈ, ਕੈਬਨਿਟ ਮੰਤਰੀਆਂ ਦੇ ਵਿੱਚੋਂ ਸਭ ਤੋਂ ਸੀਨੀਅਰ ਜੋ ਬ੍ਰਹਮ ਮਹਿੰਦਰਾ, ਉਹਨਾਂ ਦੇ ਕੋਲ ਉਹੀ ਲੋਕਲ ਬਾਡੀ ਗਵਰਨਮੈਂਟ ਦਾ ਜੋ ਮਹਿਕਮਾ ਪੁਰਾਣਾ ਹੈ ਉਹਨਾਂ ਨੂੰ ਉਹੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨਪ੍ਰੀਤ ਬਾਦਲ ਦੇ ਕੋਲ ਫਾਈਨੈਂਸ, ਟੈਕਸੇਸ਼ਨ, ਉਹੀ ਜੋ ਪਲੈਨਿੰਗ, ਪ੍ਰੋਗਰਾਮਿੰਗ, ਇੰਪਲੀਮੈਂਟੇਸ਼ਨ, ਉਸ ਦਾ ਮਹਿਕਮਾ ਦਿੱਤਾ ਗਿਆ ਹੈ। ਤ੍ਰਿਪਤ ਰਜਿੰਦਰ ਬਾਜਵਾ ਦੇ ਕੋਲ ਵੀ ਆਪਣਾ ਰੂਰਲ ਡਿਵੈਲਪਮੈਂਟ ਪੰਚਾਇਤੀ ਵਿਭਾਗ ਹੈ। ਅਰੁਣਾ ਚੌਧਰੀ ਦੇ ਕੋਲ ਰੈਵਨਿਊ, ਰਿਹੈਬਿਲਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਹੈ। ਸੁਖਵਿੰਦਰ ਸੁਖ ਸਰਕਾਰੀਆ ਦੇ ਕੋਲ ਵੀ ਆਪਣਾ ਪੁਰਾਣਾ ਮਹਿਕਮਾ ਹੈ, ਵਾਟਰ ਰਿਸੋਰਸਿਸ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ। ਰਾਣਾ ਗੁਰਜੀਤ, ਕਿਉਂਕਿ ਨਵੇਂ ਮੰਤਰੀ ਬਣੇ ਰਾਣਾ ਗੁਰਜੀਤ, ਤਾਂ ਉਹਨਾਂ ਨੂੰ ਤਕਨੀਕੀ ਸਿੱਖਿਆ ਦਾ ਮਹਿਕਮਾ ਦਿੱਤਾ ਗਿਆ ਹੈ, ਹਾਰਟੀਕਲਚਰ ਤੇ ਨਾਲ ਹੀ ਜੋ ਸੋਇਲ ਐਂਡ ਵਾਟਰ ਕਨਵਰਸੇਸ਼ਨ ਦਾ ਵੀ ਮਹਿਕਮਾ ਦਿੱਤਾ ਗਿਆ ਹੈ। ਰਜ਼ੀਆ ਸੁਲਤਾਨਾ ਦੇ ਕੋਲ ਵੀ ਪੁਰਾਣਾ ਮਹਿਕਮਾ ਵਾਟਰ ਸਪਲਾਈ, ਸੈਨੀਟਾਈਜੇਸ਼ਨ, ਸੋਸ਼ਲ ਸਿਕਿਉਰਿਟੀ, ਪਰ ਇੱਥੇ ਦੱਸ ਦਈਏ ਕਿ ਅਰੁਣਾ ਚੌਧਰੀ ਦੇ ਕੋਲ ਤਾਂ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਵਾਟਰ ਰਿਸੋਰਸਿਸ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਆਪਣਾ ਮਹਿਕਮਾ ਸੰਭਾਲ ਲਿਆ ਹੈ, ਆਪਣਾ ਚਾਰਜ ਲੈਣ ਆ ਗਏ ਨੇ, ਕਿਉਂਕਿ ਹੁਣ ਤੱਕ ਦਫ਼ਤਰਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਇੰਤਜ਼ਾਰ ਸੀ ਕਿ ਮਹਿਕਮਿਆਂ ਦੀ ਵੰਡ ਹੋ ਜਾਵੇ ਤਾਂ ਫਿਰ ਉਸੇ ਮਹਿਕਮੇ ਦੇ ਮੰਤਰੀ ਅਸੀਂ ਕਹਿਲਾਏ ਜਾਵਾਂਗੇ ਤੇ ਉਹ ਫਿਲਹਾਲ ਜੋ ਹੈ ਉਹ ਸਭ ਤੋਂ ਪਹਿਲਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਪੁਰਾਣੇ ਮੰਤਰੀ ਵੀ ਨੇ, ਹੁਣ ਦੁਬਾਰਾ ਆਪਣੀ ਕੁਰਸੀ ਉਹਨਾਂ ਨੇ ਬਚਾਈ ਹੈ ਤਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਉਹਨਾਂ ਨੇ ਆਪਣਾ ਚਾਰਜ ਲੈ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਨ੍ਹਾਂ ਨੇ ਬਾਕੀ ਸੁਰ ਇਖਤਿਆਰ ਕੀਤੇ ਸੀ ਉਹਨਾਂ ਦੇ ਵਿੱਚ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਇੱਕ ਸੀ। ਤਾਂ ਫਿਲਹਾਲ ਉਹਨਾਂ ਦੇ ਕੋਲ ਜੋ ਮਹਿਕਮੇ ਉਹਨਾਂ ਨੂੰ ਮਿਲੇ ਨੇ ਉਸ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਆਪਣੇ ਨਵੇਂ ਦਫ਼ਤਰ ਦੇ ਵਿੱਚ ਇੱਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਦੇ ਲਈ ਪਹੁੰਚ ਗਏ ਨੇ। ਨਿਊਜ਼ 18 ਦੀ ਟੀਮ ਐਕਸਕਲੂਸਿਵਲੀ ਮੌਜੂਦ ਹੈ, ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਫਿਲਹਾਲ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਜਲ ਸਰੋਤ ਮੰਤਰਾਲਾ ਸੰਭਾਲਣ ਦੇ ਲਈ ਸੁਖ ਸਰਕਾਰੀਆ ਪਹੁੰਚ ਗਏ ਨੇ। ਹਾਊਸ ਅਤੇ ਅਰਬਨ ਡਿਵੈਲਪਮੈਂਟ ਦਾ ਜੋ ਮੰਤਰਾਲਾ ਹੈ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਹੈ ਤਾਂ ਸੁਖ ਸਰਕਾਰੀਆ ਆਪਣੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਆਪਣੇ ਦਫ਼ਤਰ ਦੇ ਵਿੱਚ ਪਹੁੰਚ ਗਏ ਨੇ। ਇਸ ਤੋਂ ਇਲਾਵਾ ਹੁਣ ਹੋਰ ਵੀ ਜੋ ਤਕਰੀਬਨ 12:30 ਦਾ ਸਮਾਂ ਜਿਵੇਂ ਸਾਡੇ ਸਹਿਯੋਗੀ ਪੰਕਜ ਨੇ ਜਾਣਕਾਰੀ ਦਿੱਤੀ ਸੀ ਤਾਂ ਇੱਕ ਇੱਕ ਕਰਕੇ ਸਾਰੇ ਮੰਤਰੀ ਜੋ ਨੇ ਉਹ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚਣਗੇ, ਚਾਰਜ ਲੈਣਗੇ, ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਤਾਂ ਇਹ ਫਿਲਹਾਲ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲੀਆਂ ਦੇ ਵਿੱਚ ਜਾ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਚੰਨੀ ਸਰਕਾਰ ਦੇ ਵਿੱਚ ਵਿਭਾਗਾਂ ਦੀ ਵੰਡ ਹੋ ਗਈ ਹੈ ਤੇ ਹੁਣ ਜੋ ਹੈ ਉਹ ਜ਼ਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਨੇ। ਤਕਰੀਬਨ ਕਹਿ ਸਕਦੇ ਹਾਂ ਕਿ ਹੁਣ ਸਭ ਕੁਝ ਸਮੂਥ ਕਰਨ ਦੀ ਕੋਸ਼ਿਸ਼ ਤਾਂ ਸਰਕਾਰ ਨੇ ਕਰ ਲਈ ਹੈ। ਮੁੱਖ ਮੰਤਰੀ ਨਵਾਂ ਬਣ ਗਿਆ, ਡਿਪਟੀ ਸੀਐਮ ਬਣ ਗਏ, ਕੈਬਨਿਟ ਵਿਸਥਾਰ ਹੋ ਗਿਆ, ਸਹੁੰ ਚੁੱਕ ਸਮਾਗਮ ਹੋ ਗਿਆ, ਇੰਤਜ਼ਾਰ ਸੀ ਮਹਿਕਮਿਆਂ ਦੀ ਵੰਡ ਦਾ ਉਹ ਵੀ ਹੁਣ ਹੋ ਗਈ ਹੈ ਤੇ ਹੁਣ ਸਿਰਫ ਰਹਿ ਗਿਆ ਹੈ ਪਿੱਛੇ ਵਾਅਦੇ ਪੂਰੇ ਕਰਨੇ, ਕੰਮ ਕਰਨਾ। ਸਮਾਂ ਬੜਾ ਘੱਟ ਹੈ, ਇੰਨੇ ਘੱਟ ਸਮੇਂ ਦੇ ਵਿੱਚ ਚੁਣੌਤੀਆਂ ਪੂਰੀਆਂ ਕਿਸ ਤਰ੍ਹਾਂ ਕੀਤੀਆਂ ਜਾਂਦੀਆਂ ਨੇ, ਪੈਂਡਿੰਗ ਕੰਮ ਕਿਸ ਤਰ੍ਹਾਂ ਕੀਤੇ ਜਾਂਦੇ ਨੇ, ਕਿਉਂਕਿ ਸਮਾਂ ਜ਼ਾਇਆ ਕਾਫੀ ਹੋਇਆ ਹੈ। ਪਿਛਲੇ ਦਿਨਾਂ 'ਚ ਕਾਂਗਰਸ ਤੇ ਕਾਟੋ ਕਲੇਸ਼ ਵਿਚਾਲੇ ਕਾਫੀ ਸਮਾਂ ਜੋ ਜ਼ਾਇਆ ਹੋਇਆ ਇਸ ਨੂੰ ਕਿਸ ਤਰ੍ਹਾਂ ਯੂਟਿਲਾਈਜ਼ ਕੀਤਾ ਜਾਵੇਗਾ, ਇਹ ਹੁਣ ਇਹਨਾਂ ਮੰਤਰੀਆਂ ਦੇ ਅੱਗੇ ਇੱਕ ਵੱਡੀ ਚੁਣੌਤੀ ਹੈ। ਤਾਂ ਸਾਰੇ ਮੰਤਰੀਆਂ ਨੂੰ ਸਾਰੇ ਮਹਿਕਮੇ ਮਿਲੇ ਨੇ, ਉਸ ਦੀ ਜਾਣਕਾਰੀ ਕੱਲੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਤੇ ਇਹ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕੌਣ ਆਪਣਾ ਮਹਿਕਮਾ ਜਾ ਕੇ ਸੰਭਾਲ ਰਿਹਾ ਹੈ। ਸਭ ਤੋਂ ਪਹਿਲਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਤੋਂ ਇਲਾਵਾ ਬਾਕੀ ਮੰਤਰੀ ਵੀ ਜੋ ਨੇ ਉਹ ਹੁਣ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚਣਗੇ। ਤਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਆਪਣੇ ਦਫ਼ਤਰ ਪਹੁੰਚ ਗਏ ਨੇ, ਕੁਰਸੀ ਤੇ ਬੈਠ ਗਏ ਨੇ, ਫਾਈਲਾਂ ਉਹਨਾਂ ਨੇ ਖੋਲ ਲਈਆਂ ਨੇ ਤੇ ਹੁਣ ਕੰਮ ਆਪਣੇ ਜੋ ਨੇ ਉਹ ਸ਼ੁਰੂ ਕਰ ਦੇਣਗੇ। ਤੇ ਥੋੜੀ ਦੇਰ ਦੇ ਵਿੱਚ ਹੋਰ ਮੰਤਰੀਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜੋ ਆਪੋ ਆਪਣੇ ਮਹਿਕਮੇ ਸੰਭਾਲਣ ਦੇ ਲਈ, ਖਾਸ ਤੌਰ ਤੇ ਨਵੇਂ ਮੰਤਰੀ ਪਹਿਲੀ ਵਾਰ ਜੋ ਸੰਭਾਲਣ ਜਾਣਗੇ ਜ਼ਿੰਮੇਵਾਰੀ, ਕਿਉਂਕਿ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਪਹਿਲਾਂ ਵੀ ਕੈਬਨਿਟ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ। ਤਾਂ ਹੁਣ ਜੋ ਹੈ ਉਹ ਨਵੇਂ ਮੰਤਰੀ ਜਦੋਂ ਪਹੁੰਚਣਗੇ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ, ਪਰ ਫਿਲਹਾਲ ਇੱਕ ਵਾਰ ਫਿਰ ਤੋਂ ਡਿਟੇਲ ਵਾਈਜ਼ ਦੱਸ ਰਹੇ ਹਾਂ ਕਿਸ ਨੂੰ ਕਿਹੜਾ ਮਹਿਕਮਾ ਮਿਲਿਆ ਹੈ
ਓਪੀ ਸੋਨੀ ਡਿਪਟੀ ਸੀਐਮ ਨੇ ਇਸ ਲਈ ਸਿਹਤ ਮੰਤਰਾਲਾ ਉਹਨਾਂ ਨੂੰ ਦਿੱਤਾ ਗਿਆ ਹੈ ਕਿਉਂਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਾਹਰ ਕਰ ਦਿੱਤਾ ਗਿਆ ਤੇ ਓਪੀ ਸੋਨੀ ਕਿਉਂਕਿ ਪਹਿਲਾਂ ਵੀ ਸਿਹਤ ਮੰਤਰੀ ਰਹਿ ਚੁੱਕੇ ਨੇ, ਇਸ ਲਈ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਹੈਲਥ ਮਿਨਿਸਟਰੀ ਜੋ ਹੈ ਉਹਨਾਂ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਦੂਜੇ ਡਿਪਟੀ ਸੀਐਮ, ਉਹਨਾਂ ਨੂੰ ਪੁਰਾਣਾ ਮਹਿਕਮਾ ਜੇਲ੍ਹਾਂ ਦਾ ਤਾਂ ਦਿੱਤਾ ਹੀ ਗਿਆ ਹੈ, ਕਾਰਪੋਰੇਸ਼ਨ ਦਾ ਤਾਂ ਦਿੱਤਾ ਹੀ ਗਿਆ ਹੈ, ਪਰ ਵੱਡੀ ਜ਼ਿੰਮੇਵਾਰੀ ਜੋ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਗ੍ਰਹਿ ਮੰਤਰਾਲੇ ਦੀ। ਬ੍ਰਹਮ ਮਹਿੰਦਰਾ ਪੁਰਾਣੇ ਮੰਤਰੀ, ਬ੍ਰਹਮ ਮਹਿੰਦਰਾ ਸੀਨੀਅਰ ਮੰਤਰੀਆਂ ਦੇ ਵਿੱਚੋਂ ਜਿਨ੍ਹਾਂ ਨੂੰ ਪਿਛਲਾ ਮਹਿਕਮਾ ਜੋ ਲੋਕਲ ਬਾਡੀ ਮਿਨਿਸਟਰੀ ਦਿੱਤਾ ਗਿਆ ਹੈ, ਸੰਸਦੀ ਕਾਰਜ ਮੰਤਰੀ ਵੀ ਜੋ ਹੈ ਉਹਨਾਂ ਨੂੰ ਬਣਾਇਆ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਲੋਕਲ ਬਾਡੀ ਮਿਨਿਸਟਰੀ, ਜਿਸ ਮਹਿਕਮੇ ਨੂੰ ਲੈ ਕੇ ਸਾਰਾ ਵਿਵਾਦ ਨਵਜੋਤ ਸਿੰਘ ਸਿੱਧੂ ਦਾ ਛਿੜਿਆ, ਜਦੋਂ ਮਹਿਕਮਾ ਸਿੱਧੂ ਕੋਲੋਂ ਲੈ ਲਿਆ ਗਿਆ ਉਸ ਤੋਂ ਬਾਅਦ ਇਹ ਮਿਨਿਸਟਰੀ ਜੋ ਹੈ ਉਹ ਬ੍ਰਹਮ ਮਹਿੰਦਰਾ ਸੰਭਾਲਦੇ ਆ ਰਹੇ ਨੇ ਤੇ ਹੁਣ ਵੀ ਉਹਨਾਂ ਦੇ ਉੱਪਰ ਹੀ ਇਹ ਜ਼ਿੰਮੇਵਾਰੀ ਪੁਰਾਣੀ ਉਹਨਾਂ ਨੂੰ ਸੌਂਪੀ ਗਈ ਹੈ ਕਿਉਂਕਿ ਇਸ ਟਾਈਮ ਤੇ ਆ ਕੇ ਇਹਨੇ ਘੱਟ ਸਮੇਂ ਦੇ ਵਿੱਚ ਸਾਰੇ ਮਹਿਕਮਿਆਂ ਦੇ ਨਾਲ ਛੇੜਛਾੜ ਜਾਂ ਉਹਨਾਂ ਦਾ ਬਦਲਾਵ ਕੀਤੇ ਜਾਣਾ ਸੰਭਵ ਨਹੀਂ ਸੀ, ਇਸ ਲਈ ਜ਼ਿਆਦਾ ਛੇੜਛਾੜ ਨਹੀਂ ਹੋਈ ਹੈ। ਮਨਪ੍ਰੀਤ ਬਾਦਲ ਖਜ਼ਾਨਾ ਮੰਤਰਾਲਾ ਉਹਨਾਂ ਦੇ ਨਾਲ, ਕਿਉਂਕਿ ਖਜ਼ਾਨੇ ਦੇ ਨਾਲ ਤਾਂ ਬਿਲਕੁਲ ਵੀ ਇਸ ਵੇਲੇ ਛੇੜਛਾੜ ਨਹੀਂ ਕੀਤੀ ਜਾ ਸਕਦੀ, ਇਸ ਲਈ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਹੀ ਰਹਿਣਗੇ। ਹਾਲਾਂਕਿ ਬੇਸ਼ੱਕ ਫਾਈਨੈਂਸ ਮਿਨਿਸਟਰੀ ਤੋਂ ਤੌਬਾ ਕਰ ਚੁੱਕੇ ਨੇ ਮਨਪ੍ਰੀਤ ਬਾਦਲ, ਪਰ ਇਹ ਜ਼ਿੰਮੇਵਾਰੀ ਇੱਕ ਵਾਰ ਫਿਰ ਤੋਂ ਉਹਨਾਂ ਦੇ ਮੋਢਿਆਂ ਤੇ ਹੀ ਪਈ ਹੈ, ਉਹਨਾਂ ਨੂੰ ਹੀ ਸੰਭਾਲਣ ਦੇ ਲਈ ਖਜ਼ਾਨਾ ਜੋ ਹੈ ਉਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਹੜੇ ਮੰਤਰੀ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਹੈ, ਪੂਰੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਤੇ ਕਿਹੜਾ ਮੰਤਰੀ ਪਹੁੰਚ ਰਿਹਾ ਹੈ ਆਪਣਾ ਕਾਰਜਭਾਰ ਸੰਭਾਲਣ ਉਹ ਵੀ ਦਿਖਾ ਰਹੇ ਹਾਂ। ਤਾਂ ਜੋ ਕਹਿ ਸਕਦੇ ਹਾਂ ਕਿ ਡਿਮੋਸ਼ਨ ਹੋਈ ਹੈ ਉਹ ਹੋਈ ਹੈ ਵਿਜੇਂਦਰ ਸਿੰਗਲਾ ਦੀ। ਵਿਜੇਂਦਰ ਸਿੰਗਲਾ ਕੈਬਨਿਟ ਮੰਤਰੀ ਤਾਂ ਬੇਸ਼ੱਕ ਰਹੇ ਨੇ, ਪਰ ਮਹਿਕਮੇ ਉਹਨਾਂ ਦੇ ਬਦਲ ਗਏ ਨੇ। ਪਬਲਿਕ ਵਰਕਸ ਤੇ ਹੁਣ ਪ੍ਰਸ਼ਾਸਨਿਕ ਸੁਧਾਰ ਮੰਤਰੀ ਬਣ ਗਏ ਨੇ, ਜਦਕਿ ਪਹਿਲਾਂ PWD ਅਤੇ ਸਿੱਖਿਆ ਮੰਤਰੀ ਸੀ। ਅਹਿਮ ਮੰਤਰਾਲਾ ਉਹਨਾਂ ਦੇ ਕੋਲ ਸੀ, ਪਰ ਉਹ ਮੰਤਰਾਲਾ ਉਹਨਾਂ ਦੇ ਕੋਲੋਂ ਲੈ ਲਿਆ ਗਿਆ ਹੈ ਕਿਉਂਕਿ ਵਿਜੇਂਦਰ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੇ ਵਿੱਚੋਂ ਇੱਕ ਨੇ ਤੇ ਉਸ ਦਾ ਅਸਰ ਸਿੱਧੇ ਤੌਰ ਤੇ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਜ਼ਿਆਦਾਤਰ ਕੈਪਟਨ ਦੇ ਕਰੀਬੀ ਬੇਸ਼ੱਕ ਕੈਬਨਿਟ ਤੋਂ ਬਾਹਰ ਕਰ ਦਿੱਤੇ ਗਏ, ਪਰ ਵਿਜੇਂਦਰ ਸਿੰਗਲਾ ਆਪਣੀ ਕੁਰਸੀ ਤਾਂ ਬਚਾ ਗਏ, ਪਰ ਆਪਣਾ ਮਹਿਕਮਾ ਜੋ ਵਿਜੇਂਦਰ ਸਿੰਗਲਾ ਉਹ ਨਹੀਂ ਬਚਾ ਪਾਏ ਨੇ। ਪਬਲਿਕ ਵਰਕਸ ਤੇ ਪ੍ਰਸ਼ਾਸਨਿਕ ਸੁਧਾਰ ਮੰਤਰਾਲਾ ਉਹਨਾਂ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਮੰਤਰੀਆਂ ਦੀ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਪਹਿਲਾਂ ਵੀ ਫੂਡ ਸਪਲਾਈ ਮਿਨਿਸਟਰ ਸੀ, ਤਾਂ ਉਹਨਾਂ ਨੂੰ ਫੂਡ ਅਤੇ ਉਪਭੋਗਤਾ ਵਿਭਾਗ ਦਿੱਤਾ ਗਿਆ ਹੈ। ਭਾਰਤ ਭੂਸ਼ਣ ਆਸ਼ੂ ਵੀ ਪਹਿਲਾਂ ਵੀ ਕੈਬਨਿਟ ਮੰਤਰੀ ਸੀ ਤੇ ਹੁਣ ਵੀ ਕੈਬਨਿਟ ਮੰਤਰੀ ਦੂਜੀ ਵਾਰ ਉਹ ਬਣੇ ਨੇ ਦੂਜੀ ਨਵੀਂ ਸਰਕਾਰ ਦੇ ਵਿੱਚ, ਤਾਂ ਉਹਨਾਂ ਨੂੰ ਫੂਡ ਸਪਲਾਈ ਮਿਨਿਸਟਰੀ ਦਿੱਤੀ ਗਈ ਹੈ। ਪੁਰਾਣਾ ਮਹਿਕਮਾ ਹੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਮਿਲਿਆ ਹੈ। ਤਾਂ ਨਵੇਂ ਮੰਤਰੀਆਂ ਨੂੰ ਜਿਹੜੇ ਮਹਿਕਮੇ ਮਿਲੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਹੈ ਨਵੇਂ ਮੰਤਰੀਆਂ ਦੇ ਵਿੱਚ, ਕਿਉਂਕਿ ਕਾਕਾ ਰਣਦੀਪ ਸਿੰਘ ਸ਼ਾਮਲ ਨੇ ਜਿਨ੍ਹਾਂ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮਹਿਕਮਾ ਦਿੱਤਾ ਗਿਆ ਹੈ। ਕਾਕਾ ਰਣਦੀਪ ਸਿੰਘ ਸਭ ਤੋਂ ਐਂਡ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਕੀਤਾ ਗਿਆ, ਕੁਲਜੀਤ ਨਾਗਰਾ ਦਾ ਨਾਮ ਕੱਟ ਕੇ। ਤਾਂ ਕਾਕਾ ਰਣਦੀਪ ਸਿੰਘ ਅਮਲੋਹ ਤੋਂ 4 ਵਾਰ ਦੇ ਵਿਧਾਇਕ ਜਿਨ੍ਹਾਂ ਨੂੰ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਕੈਬਨਿਟ ਦੇ ਵਿੱਚ ਪਹਿਲਾਂ ਥਾਂ ਦਿੱਤੀ ਗਈ ਤੇ ਹੁਣ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮਹਿਕਮਾ ਦਿੱਤਾ ਗਿਆ ਹੈ। ਕਾਕਾ ਰਣਦੀਪ ਸਿੰਘ ਨੂੰ ਅਮਲੋਹ ਤੋਂ ਵਿਧਾਇਕ ਨੇ 4 ਵਾਰ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਪੁਰਾਣੇ ਕਾਂਗਰਸੀ, ਉਹਨਾਂ ਨੂੰ ਕੈਬਨਿਟ ਦੇ ਵਿੱਚ ਪਹਿਲੀ ਵਾਰ ਥਾਂ ਦਿੱਤੀ ਗਈ ਹੈ। ਤੇ ਦੂਜੇ ਪਾਸੇ ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਸੋਸ਼ਲ ਜਸਟਿਸ ਅਤੇ ਅਨੁਸੂਚਿਤ ਮਹਿਕਮਾ ਜੋ ਦਿੱਤਾ ਗਿਆ ਹੈ। ਫਿਲਹਾਲ ਸਿੱਧਾ ਰੁਖ ਕਰਦੇ ਹਾਂ, ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ ਕੁਝ ਖਾਸ ਜਾਣਕਾਰੀ ਦੇ ਨਾਲ। ਜੀ ਪੰਕਜ, ਕੀ ਕੁਝ ਜਾਣਕਾਰੀ, ਓਵਰ ਟੂ ਯੂ। ਦੇਖੋ ਇਸ ਵੇਲੇ 4 ਸੰਭਾਲਣ ਦੇ ਲਈ ਰਾਜਕੁਮਾਰ ਵੇਰਕਾ ਹੋਰੀ ਪਹੁੰਚ ਚੁੱਕੇ ਨੇ। ਅਹਿਮ 2 ਮੰਤਰਾਲੇ ਜਿਹੜੇ ਨੇ ਰਾਜਕੁਮਾਰ ਵੇਰਕਾ ਹੋਰਾਂ ਨੂੰ ਮਿਲੇ ਨੇ। ਚੁਣੌਤੀਆਂ ਬਹੁਤ ਸਾਰੀਆਂ ਰਹਿਣ ਵਾਲੀਆਂ ਨੇ ਔਰ ਉਹਨਾਂ ਦੇ ਜਿਹੜੇ ਚਾਹਵਾਨ ਨੇ ਉਹ ਦਫ਼ਤਰ ਪਹੁੰਚ ਚੁੱਕੇ ਨੇ। ਤਾਂ ਰਾਜਕੁਮਾਰ ਵੇਰਕਾ ਹੋਰੀ ਆਪਣੇ ਨਵੇਂ ਮੰਤਰਾਲੇ ਦੇ ਵਿੱਚ ਦਫ਼ਤਰ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਤਰੀ ਬਣਨ ਤੋਂ ਬਾਅਦ ਰਾਜਕੁਮਾਰ ਵੇਰਕਾ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਨਿਊਜ਼ 18 ਗੱਲਬਾਤ ਕਰਦਾ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਤੁਹਾਡਾ। ਹੁਣ ਮੈਂ ਅੱਜ ਮੁੱਖ ਮੰਤਰੀ ਜੀ ਆਣਗੇ ਇੱਥੇ 3 ਵਜੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ 4 ਟੇਕ ਆਫ ਕਰਾਂਗਾ। ਮੈਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਜੀ ਦਾ ਔਰ ਕਾਂਗਰਸ ਹਾਈ ਕਮਾਂਡ ਦਾ, ਰਾਹੁਲ ਗਾਂਧੀ ਜੀ ਦਾ, ਸੋਨੀਆ ਗਾਂਧੀ ਜੀ ਦਾ, ਹਰੀਸ਼ ਰਾਵਤ ਜੀ ਦਾ, ਅਜੇ ਮਾਕਨ ਜੀ ਦਾ, ਹਰੀਸ਼ ਚੌਧਰੀ ਜੀ ਦਾ, ਇਹ ਨਵਜੋਤ ਸਿੰਘ ਸਿੱਧੂ ਜੀ ਸਾਡੇ ਕਾਂਗਰਸ ਦੇ ਪ੍ਰਧਾਨ, ਇਹ ਸਾਰਿਆਂ ਦੀ ਇੱਕ ਸੋਚ ਜਿਹੜੀ ਹੈ ਔਰ ਮੈਨੂੰ ਉਮੀਦ ਹੈ ਕਿ 2022 ਦਾ ਅਸੀਂ ਸਾਰੇ ਰਲ ਕੇ ਟੀਚਾ ਪੂਰਾ ਕਰਾਂਗੇ। ਕੋਈ ਸ਼ੱਕ ਨਹੀਂ
ਕਿ ਆ ਜਿਹੜਾ ਤੁਸੀਂ ਫੁੱਲਾਂ ਦੇ ਗੁਲਦਸਤੇ ਦੇਖ ਰਹੇ ਹੋ, ਇਹਦੇ ਅੱਗੇ ਮੈਨੂੰ ਮਿਹਨਤ ਦਾ ਪਸੀਨਾ ਨਜ਼ਰ ਆ ਰਿਹਾ ਹੈ ਔਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਹੁਣ ਇਹਦੇ ਬਾਅਦ ਇਹ ਫੁੱਲਾਂ ਦੀ ਮਹਿਕ ਤੋਂ ਬਾਅਦ ਇਹ ਜ਼ਮੀਨ ਤੇ ਉਤਰ ਕੇ ਪਸੀਨਾ ਬਹਾਣਾ ਪੈਣਾ ਹੈ। ਔਰ ਮੈਂ ਚੁਣੌਤੀਆਂ ਬਹੁਤ ਸਾਰੀਆਂ ਰਹਿਣ ਵਾਲੀਆਂ। ਜਿਹੜਾ ਮਹਿਕਮਾ ਤੁਹਾਨੂੰ ਮਿਲਿਆ ਉਹ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ। ਮੰਤਰੀ ਦੀ ਛੁੱਟੀ ਵੀ ਇਸੇ ਕਰਕੇ ਹੋਈ ਕਿਉਂਕਿ ਤੁਸੀਂ ਵੀ ਆਵਾਜ਼ ਚੱਕਦੇ ਰਹੇ ਹੋ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ। ਤਾਂ ਕਿਵੇਂ ਉਹ ਸਟੂਡੈਂਟ ਜਿਨ੍ਹਾਂ ਦੇ ਭਵਿੱਖ ਖਤਰੇ ਦੇ ਵਿੱਚ ਹੈ, ਤੁਸੀਂ ਪਹਿਲੇ ਹਫਤੇ ਕੀ ਕੁਝ ਐਕਸ਼ਨ ਲਓਗੇ? ਨਹੀਂ, ਮੈਂ ਬੈਠਾ ਨਾ, ਜਦੋਂ ਮੈਂ ਆ ਗਿਆ ਹੁਣ ਕਿਸੇ ਦਾ ਵੀ ਭਵਿੱਖ ਖਤਰੇ 'ਚ ਨਹੀਂ ਭਾਈ। ਇਹ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ, ਹੁਣ ਮੈਂ ਹੈਗਾ ਇੱਥੇ ਨਾ, ਇੱਕ ਵੀ ਬੱਚੇ ਦਾ ਸਕਾਲਰਸ਼ਿਪ ਨਹੀਂ ਰੁਕੇਗੀ, ਇੱਕ ਵੀ ਬੱਚਾ ਮੇਰੇ ਹੁੰਦਿਆਂ ਡ੍ਰੌਪ ਨਹੀਂ ਹੋਏਗਾ ਔਰ ਇੱਕ ਵੀ ਦਿਨ ਇਹ ਗਰੀਬਾਂ ਦੀ ਪੈਨਸ਼ਨਾਂ ਨਹੀਂ ਰੁਕਣਗੀਆਂ। ਔਰ ਇਹ ਜਿੰਨਾ ਜਿਹੜੇ ਸਾਡਾ ਮੇਰੇ ਕੋਲ ਮੈਡੀਕਲ ਹੈਲਥ ਹੈ, ਮੇਰੇ ਕੋਲ ਰਿਨਿਊਵਲ એનર્ਜੀ ਵੀ ਹੈ, ਔਰ ਇਹ ਸਾਰੇ ਜਿਹੜੇ ਮਹਿਕਮੇ ਹੈ, ਮੈਂ ਸਮਝਣਾ ਇੱਕ ਬਹੁਤ ਵੱਡੇ 4 ਮਹਿਕਮੇ ਮੇਰੇ ਕੋਲ ਬਹੁਤ ਵੱਡੇ ਮਹੱਤਵਪੂਰਨ ਮਹਿਕਮੇ ਹੈ। ਔਰ ਇਹਨਾਂ ਸਾਰੇ ਮਹਿਕਮਿਆਂ ਦੇ ਵਿੱਚ ਹੁਣ ਤੋਂ ਮੈਂ ਤੁਹਾਡੇ ਨਿਊਜ਼ 18 ਦੇ ਚੈਨਲ ਤੇ ਗੱਲ ਕਰਨ ਤੋਂ ਬਾਅਦ ਆਪਣੇ ਕੰਮ ਨੂੰ ਸ਼ੁਰੂ ਕਰਨ ਜਾ ਰਿਹਾ। ਕੰਮ ਸ਼ੁਰੂ ਕਰਨ ਜਾ ਰਹੇ ਹੋ। ਸਿਰਫ 100 ਦਿਨ ਦਾ ਸਮਾਂ, ਏਜੰਡਾ ਬੇहद ਥੋੜਾ ਵੈ। ਔਰ ਪਿਛਲੇ ਦਿਨਾਂ 'ਚ ਮੈਡੀਕਲ ਜਿਹੜਾ ਵੈ ਉਹ ਓਪੀ ਸੋਨੀ ਹੋਰਾਂ ਕੋਲ ਸੀ, ਡਿਪਟੀ ਸੀਐਮ ਬਣ ਗਏ। ਮੇਰੀ ਗੱਲ ਸੁਣੋ ਜੀ, ਮੰਗਲਵਾਰ ਵਾਲੇ ਦਿਨ ਮੀਟਿੰਗ ਜਿਹੜੀ ਹੋਣੀ ਹੈ ਨਾ, ਮੈਂ ਉਹਦੀ ਤਿਆਰੀ ਕਰੂੰਗਾ ਹੁਣ ਤੋਂ, ਤੇ ਤਿਆਰੀ ਕਰਨ ਤੋਂ ਬਾਅਦ ਆਪਣੇ ਡਿਪਾਰਟਮੈਂਟ ਦੀਆਂ ਅਨਾਉਂਸਮੈਂਟਾਂ ਜਿਹੜੀਆਂ ਲੋਕ ਭਲਾਈ ਦੀਆਂ ਉਹ ਸਭ ਤੋਂ ਪਹਿਲੇ ਮੈਂ ਕਰਾਉਂਗਾ। ਅੱਛਾ, ਪੂਰਾ ਪੰਜਾਬ ਤੁਹਾਨੂੰ ਦੇਖ ਰਿਹਾ। ਇਹ ਦੱਸ ਦਿਓ ਕਿ ਸਭ ਤੋਂ ਪਹਿਲਾਂ ਹੁਣ ਤੁਸੀਂ ਸੀਟ ਤੇ ਬਹਿੰਦੇ ਨਾਲ ਹੀ ਸੰਦੀਪ ਸੀਟ ਵੀ ਦਿਖਾਓ। 3 ਵਜੇ ਇਹ ਸੀਟ ਸੰਭਾਲਣਗੇ, 4 ਸੰਭਾਲਣਗੇ। ਤਸਵੀਰਾਂ ਦੇ ਵਿੱਚ ਤੁਹਾਨੂੰ ਬਾਬਾ ਸਾਹਿਬ ਅੰਬੇਦਕਰ ਨਜ਼ਰ ਆ ਰਹੇ ਨੇ, ਤਸਵੀਰਾਂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਜ਼ਰ ਆ ਰਹੇ ਨੇ ਔਰ ਗਣੇਸ਼ ਭਗਵਾਨ ਦੀ ਵੀ ਤਸਵੀਰ ਜਿਹੜੀ ਇਸ ਦਫ਼ਤਰ 'ਚ ਲੱਗ ਚੁੱਕੀ ਹੈ। ਗੁਲਦਸਤੇ ਪਹੁੰਚ ਚੁੱਕੇ, ਮੰਤਰੀ ਪਹੁੰਚ ਚੁੱਕੇ ਨੇ। ਤਾਂ ਅਜਿਹੇ 'ਚ ਹੁਣ ਕਿਉਂਕਿ ਇਸ ਕੁਰਸੀ ਤੇ ਤੁਸੀਂ 3 ਵਜੇ ਬਹਿਣਾ, ਬੈਠਦਿਆਂ ਨਾਲ ਹੀ ਪਹਿਲਾ ਐਕਸ਼ਨ ਕੀ ਨਜ਼ਰ ਆਏਗਾ? ਕਿਉਂਕਿ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਵੀ ਬਹੁਤ ਉਮੀਦ ਹੈ। ਮੈਂ ਤੁਹਾਨੂੰ ਇਹ ਕਿਹਾ ਕਿ ਮੰਗਲਵਾਰ ਵਾਲੇ ਦਿਨ ਹਰ ਸੀਰੀਅਲ ਚਲਾਣਾ ਨਹੀਂ, ਮੰਗਲਵਾਰ ਤੇ ਮੰਗਲਵਾਰ ਹਰ ਮੰਗਲਵਾਰ ਖੁਸ਼ੀ ਦੀ ਖਬਰ ਦੇਣੀ ਹੈ ਨਾ, ਉਹ ਖੁਸ਼ੀ ਦੀ ਖਬਰ ਵਾਸਤੇ ਇਹ ਮੈਂ ਤਿਆਰੀ ਕਰ ਲੱਗਾ ਹੁਣ ਤੋਂ। ਔਰ ਇਹ ਜਿਹੜੀ ਤਿਆਰੀ ਹੋਏਗੀ, ਮੰਗਲਵਾਰ ਪੰਕਜ ਮੇਰੇ ਨਾਲ ਖਲੋ ਜਾਏਗਾ ਔਰ ਕਿਉਂਕਿ ਵਿਆਹ ਵੀ ਹੈ 10 ਤਰੀਕ ਨੂੰ, ਤੇਰਾ ਕੋਈ ਗੱਲ ਨਹੀਂ, ਲੇਕਿਨ ਉਸ ਤੋਂ ਪਹਿਲੇ ਮੈਂ ਚੰਗੀਆਂ ਖਬਰਾਂ ਇਹ ਲੋਕਾਂ ਤੱਕ ਪਹੁੰਚਾਵਾਂ। ਕਿਉਂਕਿ ਇਸ ਵੇਲੇ ਜਿਹੜੀ ਜਾਂਚ ਵੀ ਚੱਲ ਰਹੀ ਹੈ, ਈਡੀ ਦੀ ਜਾਂਚ ਚੱਲ ਰਹੀ, ਸੀਬੀਆਈ ਦੀ ਜਾਂਚ ਚੱਲ ਰਹੀ, ਮੰਤਰੀ ਦੀ ਛੁੱਟੀ ਹੋ ਚੁੱਕੀ ਹੈ। ਤੁਸੀਂ ਵੀ ਜਾਂਚ ਆਪਣੇ ਪੱਧਰ ਤੇ ਕਰਵਾਓਗੇ, ਆਪਣੇ ਪੱਧਰ ਤੇ, ਕਿਉਂਕਿ ਤੁਸੀਂ ਕਹਿੰਦੇ ਰਹੇ ਹੋ ਕਿ ਸਟੂਡੈਂਟ ਜਿਹੜੇ ਨੇ ਉਹਨਾਂ ਦਾ ਰੋਲ ਨੰਬਰ ਨਹੀਂ ਰੁਕੇਗਾ, ਉਹਨਾਂ ਦਾ ਭਵਿੱਖ ਖਤਰੇ 'ਚ ਨਹੀਂ ਹੋਏਗਾ। ਤਾਂ ਕੀ ਇਸ ਮੁਤਲਕ ਜਿਹੜਾ ਐਕਸ਼ਨ ਲਿੱਤਾ? ਮੈਂ ਤੁਹਾਨੂੰ ਇਹ ਕੀ ਕਿਹਾ ਵੀ ਇਹ ਹੁਣ ਮੇਰੀ ਜ਼ਿੰਮੇਵਾਰੀ ਹੈ ਨਾ, ਮੇਰੀ ਕਾਬਲੀਅਤ ਹੈ ਨਾ, ਤੇ ਹੁਣ ਮੈਂ ਜਵਾਬ ਦੇ ਆ ਨਾ ਇਸ ਗੱਲ ਦਾ, ਤੇ ਮੈਂ ਜਵਾਬ ਦਊਂਗਾ। ਦੇਖਾਂਗਾ ਕਿਹੜਾ ਅਧਿਕਾਰੀ ਕਿਸੇ ਦਾ ਰੋਲ ਨੰਬਰ ਰੋਕਦਾ, ਕਿਹੜਾ ਕਾਲਜ ਜਾਂ ਯੂਨੀਵਰਸਿਟੀ ਕਿਸੇ ਗਰੀਬ ਬੱਚੇ ਦਾ ਰੋਲ ਨੰਬਰ ਰੋਕਦੀ ਹੈ। ਇਹ ਹੁਣ ਮੇਰੀ ਜ਼ਿੰਮੇਵਾਰੀ ਹੈ। ਇੱਕ ਵੀ ਦਿਨ ਇਹ ਪੈਨਸ਼ਨ ਗਰੀਬਾਂ ਦੀ ਜਿਹੜੀ ਹੈ, ਵਿਧਵਾਵਾਂ ਦੀ, ਉਹ ਨਹੀਂ ਰੁਕੇਗੀ। ਇਹ ਇੱਕ ਦਿਨ ਰੋਜ਼ ਕੰਮ ਕਰਨਾ ਹੈ ਔਰ ਰੋਜ਼ਮर्रा ਇਸ ਕੰਮਾਂ ਨੂੰ ਨਾਲ ਮੈਂ ਝੂਝਣਾ ਔਰ ਇਹਨਾਂ ਨੂੰ ਪੂਰਾ ਕਰਾਂਗਾ। ਕਾਲਜਾਂ ਤੇ ਵੀ ਨਜ਼ਰ ਰਹੇਗੀ, ਜਿਹੜੇ ਕਾਲਜ ਨਜਾਇਜ਼ ਤੌਰ ਤੇ ਪੈਸੇ ਬਣਾ ਲੈਂਦੇ ਆ ਸਕਾਲਰਸ਼ਿਪ ਦੇ, ਬੱਚਿਆਂ ਤੱਕ ਨਹੀਂ ਪਹੁੰਚਦੇ, ਉਹਨਾਂ ਤੇ ਵੀ ਨਜ਼ਰ ਰਹੇਗੀ। ਬਿਲਕੁਲ ਮੇਰੀ ਹਰ ਗੱਲ ਤੇ ਨਜ਼ਰ ਰਹੇਗੀ ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਉਸ ਚੀਜ਼ ਤੇ ਨਜ਼ਰ ਹੈ ਜਿਹੜੀ ਲੋਕ ਭਲਾਈ ਦੇ ਕੰਮਾਂ ਨੂੰ ਬਿਹਤਰ ਕਰ ਸਕੇ। ਮੇਰੀ ਹਰ ਉਸ ਨਿਗਾਹ ਤੇ ਨਜ਼ਰ ਹੈ ਜਿਹੜੀ ਪੰਜਾਬ ਨੂੰ ਖੋਖਲਾ ਕਰੇ, ਕਮਜ਼ੋਰ ਕਰੇ। ਮੇਰੀ ਉਹਦੇ ਤੇ ਵੀ ਨੁਕਤਾ ਨਿਗਾਹ ਖਤਰਨਾਕ ਤਰੀਕੇ ਨਾਲ ਹੋਈ। ਕੱਲ ਮੁੱਖ ਮੰਤਰੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸੀ, ਉਹ ਕਹਿੰਦੇ ਕਿ ਮੇਰੀ ਸ਼ਰਾਫਤ ਜਾਂ ਮੇਰੇ ਸਲੀਕੇ ਨੂੰ ਤੁਸੀਂ ਕਮਜ਼ੋਰ ਨਾ ਸਮਝਿਓ। ਅਧਿਕਾਰੀਆਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਉਹ ਸਿਸਟਮ ਨਹੀਂ ਚੱਲੇਗਾ। ਮੰਤਰੀਆਂ ਦੀ ਵੀ ਸੁਣੀ ਜਾਏਗੀ, ਵਿਧਾਇਕਾਂ ਦੀ ਵੀ ਸੁਣੀ ਜਾਏਗੀ ਔਰ ਅਗਰ ਕੋਈ ਨਜ਼ਰਅੰਦਾਜ਼ ਕਰਦਾ ਹੈ ਜਾਂ ਅਗਰ ਕੋਈ ਕਰਪਸ਼ਨ ਕਰਦਾ ਹੈ ਤਾਂ ਉਸ ਦੇ ਉੱਤੇ ਇੱਕ ਵੱਡਾ ਐਕਸ਼ਨ ਵੀ ਅਧਿਕਾਰੀ ਦੇ ਉੱਤੇ ਹੋਏਗਾ। ਬਿਲਕੁਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਲੋਕਤੰਤਰ 'ਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਤੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਹੈ, ਲੋਕਾਂ ਦੀ ਤਕਲੀਫਾਂ ਨੂੰ ਸੁਣਨਾ ਹੈ। ਤੇ ਜਿਹੜਾ ਲੋਕਾਂ ਦੀ ਤਕਲੀਫ ਨਹੀਂ ਸੁਣੇਗਾ ਤੇ ਉਹ ਭਾਈ ਸਾਡਾ ਦੁਸ਼ਮਣ ਨੰਬਰ 1 ਆ ਤੇ ਉਹਦਾ ਇਹ ਡਿਪਾਰਟਮੈਂਟਾਂ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। 4.5 ਸਾਲ ਪੁਰਾਣੇ ਜਿਹੜੇ ਮਿਨਿਸਟਰ ਸੀਗੇ ਉਹਨਾਂ ਦੀ ਪਰਫਾਰਮੈਂਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਉਹਨਾਂ ਦਾ ਆਂਕਲਨ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਸਵਾਲਾਂ 'ਚ ਇਨਕੁਆਇਰੀ ਵੀ ਬੈਠ ਗਈ, ਸ਼ਾਇਦ ਇਸੇ ਵਜ੍ਹਾ ਕਰਕੇ ਕੁਰਸੀ ਵੀ ਚਲੇਗੀ। ਬਈ ਜਿਹੜੇ ਚੰਗੇ ਕੰਮ ਹੋਣਗੇ ਉਹਨਾਂ ਨੂੰ ਮੈਂ ਅੱਗੇ ਵਧਾਵਾਂਗਾ, ਜਿਹੜੇ ਖਰਾਬ ਕੰਮ ਹੋਣਗੇ ਉਹਨਾਂ ਨੂੰ ਖਤਮ ਕਰਾਂਗਾ, ਉਹਨਾਂ ਨੂੰ ਦੂਰ ਕਰਾਂਗਾ ਔਰ ਜਿੱਥੇ ਕਮਜ਼ੋਰੀਆਂ ਨੂੰ ਠੀਕ ਕਰਾਂਗੇ। ਕਿਉਂਕਿ ਸੈਂਟਰ ਨਾਲ ਵੀ ਟੱਕਰ ਹੈ, ਸੈਂਟਰ ਕਹਿ ਰਹੀ ਅਸੀਂ ਪੈਸੇ ਭੇਜ ਰਹੇ ਹਾਂ, ਇਹ ਮਹਿਕਮਾ ਹਿਸਾਬ ਕਿਤਾਬ ਨਹੀਂ ਦਿੰਦਾ ਔਰ ਸੈਂਟਰ, ਤੁਸੀਂ ਕਹਿੰਦੇ ਹੋ ਕਿ ਸੈਂਟਰ ਨੇ ਪੈਸੇ ਰੋਕੇ ਹੋਏ ਆ ਸਕਾਲਰਸ਼ਿਪ ਦੇ। ਤਾਂ ਸੈਂਟਰ ਦੇ ਨਾਲ, ਕੇਂਦਰ ਸਰਕਾਰ ਨਾਲ, ਮੋਦੀ ਸਰਕਾਰ ਨਾਲ ਗੱਲਬਾਤ ਕਰੋਗੇ, ਪੈਸੇ ਮੰਗਵਾਓਗੇ ਜਿਹੜੇ ਰੁਕੇ ਹੋਏ ਸਕਾਲਰਸ਼ਿਪ ਦੇ? ਯਾਰ ਗੱਲ ਸੁਣੋ, ਮੇਰੀ ਕਾਬਲੀਅਤ ਹੈ, ਕੀ ਸਮਝਿਆ? ਮੈਂ ਪੰਜਾਬ ਦੇ ਅਧਿਕਾਰੀਆਂ ਨਾਲ ਵੀ ਨਿਪਟਣ ਜਾਣਾ ਤੇ ਕੇਂਦਰ ਵਾਲਿਆਂ ਨਾਲ ਵੀ, ਉਹਨਾਂ ਨੂੰ ਵੀ ਸਮਝਾ ਦੂੰਗਾ ਇਸ ਗੱਲ ਵਾਸਤੇ। ਕਿਉਂਕਿ ਜੇ ਵਕੀਲ ਚੰਗਾ ਹੋਵੇ ਨਾ
ਤੇ ਕੇਸ ਨਹੀਂ ਉਹ ਹਾਰਦਾ ਤੇ ਪੰਜਾਬ ਦਾ ਕੇਸ ਮੇਰੇ ਹੁੰਦੇ ਹਾਰਨਾ ਹੀ ਨਹੀਂ ਤੇ ਮੈਂ ਬੈਠਾ ਹੋਇਆ ਔਰ ਤੁਸੀਂ ਚਿੰਤਾ ਨਾ ਕਰੋ ਸਵੇਰ ਤੋਂ ਬਾਅਦ ਇਹ ਕੰਮ ਸ਼ੁਰੂ ਹੋ ਜਾਣਾ। ਤੁਸੀਂ ਸੰਤੁਸ਼ਟ ਹੋ ਜਿਹੜੇ ਮਹਿਕਮੇ ਮਿਲੇ? ਮੈਂ ਹਮੇਸ਼ਾ ਸੰਤੁਸ਼ਟ ਆ ਯਾਰ, ਕੋਈ ਵੀ ਨਾ ਦਿੱਤਾ ਤੇ ਤਦ ਵੀ ਸੰਤੁਸ਼ਟ ਸੀ ਮੈਂ, ਅੱਜ ਦੇਤਾ ਤਦ ਵੀ ਸੰਤੁਸ਼ਟ। ਇਹ ਮਹਿਕਮੇ ਤੋਂ ਇਲਾਵਾ ਬਾਕੀ ਜਿਹੜੇ ਅਹਿਮ ਮਹਿਕਮੇ ਨੇ, ਵੱਡੇ ਮਹਿਕਮੇ ਨੇ, ਉਹਨਾਂ ਤੇ ਕਿਸ ਤਰੀਕੇ ਦੇ ਨਾਲ ਪਰਫਾਰਮੈਂਸ ਜਿਹੜੀ ਰਹਿਣ ਵਾਲੀ ਹੈ? ਇਹਦੀ ਪਰਫਾਰਮੈਂਸ ਰਹੇਗੀ। ਮੈਂ ਤੁਹਾਨੂੰ ਇਹ ਕਿਹਾ ਕਿ ਜਿੰਨੇ ਮੈਡੀਕਲ ਕਾਲਜ ਹੈ ਮੇਰੇ ਕੋਲ, ਮੈਡੀਕਲ ਹੈਲਥ ਹੈ ਮੇਰੇ ਕੋਲ, ਰਿਨਿਊਵਲ એનર્ਜੀ ਹੈ, ਪਹਿਲੇ ਹਮੇਸ਼ਾ ਸੀਐਮ ਦੇ ਕੋਲ ਹੁੰਦੇ ਆ ਲੇਕਿਨ ਵੱਡੇ ਮਹਿਕਮੇ ਹੋ, ਲੇਕਿਨ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਹੈ ਨਾ, ਇਹ ਮੁੱਖ ਮੰਤਰੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਨਾ, ਕਾਂਗਰਸ ਹਾਈ ਕਮਾਨ ਨੇ, ਤੇ ਉਸ ਭਰੋਸੇ ਨੂੰ ਮੈਂ ਕਾਇਮ ਰੱਖਣਾ ਮੇਰੀ ਜ਼ਿੰਮੇਵਾਰੀ ਹੋਏਗੀ। ਤਾਂ ਰਾਜਕੁਮਾਰ ਵੇਰਕਾ ਦਫ਼ਤਰ ਪਹੁੰਚੇ ਨੇ, 4 ਸੰਭਾਲਣਗੇ 3 ਵਜੇ। ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਨਿਊਜ਼ 18 ਤੇ ਆਏ। ਮਹਿਕਮਿਆਂ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਹੋਏਗਾ, ਕਿਉਂਕਿ ਅਹਿਮ ਮਹਿਕਮੇ ਜਿਹੜੇ ਨੇ ਉਹ ਰਾਜਕੁਮਾਰ ਵੇਰਕਾ ਹੋਰਾਂ ਨੂੰ ਮਿਲੇ ਨੇ। 3 ਵਜੇ ਮੁੱਖ ਮੰਤਰੀ ਖੁਦ ਜਿਹੜੇ ਨੇ ਉਹ ਇੱਥੇ ਆਣਗੇ। ਚਾਰਜ ਜਦੋਂ ਰਾਜਕੁਮਾਰ ਵੇਰਕਾ ਹੋਰੀ ਸੰਭਾਲਣਗੇ ਤਾਂ ਦਫ਼ਤਰ ਰਾਜਕੁਮਾਰ ਵੇਰਕਾ ਸਭ ਤੋਂ ਪਹਿਲਾਂ ਪਹੁੰਚ ਚੁੱਕੇ ਨੇ ਔਰ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ। ਕਹਿ ਰਹੇ ਨੇ ਕੁਰਸੀ ਤੇ ਬੈਠਦਿਆਂ ਨਾਲ ਹੀ तमाम ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਦੇਖਾਂਗਾ, ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ, ਕੀ ਕੁਝ ਕਰਨਾ ਹੈ। ਤਸਵੀਰਾਂ ਲਗਾਤਾਰ ਅੰਮ੍ਰਿਤ ਸੈਕਟਰੀਏਟ ਤੋਂ ਦਿਖਾ ਰਹੇ ਹਾਂ। बिल्कुल तो राजकुमार वेरका ने अपना चार्ज जो है हालांकि दफ्तर पहुंच गए ने पर कहते हैं कि जिम्मेवारी जो है वो 3 बजे संभालांगा। राजकुमार वेरका न्यूज़ 18 दे नाल एक्सक्लूसिवली गलबात की है तो तमाम सवालों के उपर वो जो पॉजिटिव, क्योंकि राजकुमार वेरका दा पंकज एक स्टाइल ही रहा है, चाहे जिस तरह के भी हालात होण हमेशा पॉजिटिव रहंदे ने। बेशक बाकी सारे कह दें कि ऑल इज वैल नहीं है, पर राजकुमार वेरका उन्हां दे विचों ने जिहड़े हमेशा कहंदे ने कि ऑल इज वैल ही है, एक पॉजिटिव एटीट्यूड वाले। क्योंकि जदों भी इस तो पहला भी तुसीं देखा कि कैबिनेट विस्तार ਦੀਆਂ ਲਗਾਤਾਰ ਕਈ ਵਾਰ ਗੱਲਾਂ ਛਿੜੀਆਂ ਕੈਪਟਨ ਦੇ ਹੁੰਦਿਆਂ ਵੀ, ਤਾਂ ਉਸ ਵੇਲੇ ਹਮੇਸ਼ਾ ਰਾਜਕੁਮਾਰ ਵੇਰਕਾ ਦਾ ਨਾਮ ਵੀ ਆਉਂਦਾ ਸੀ, ਉਹਨਾਂ ਤੋਂ ਸਵਾਲ ਵੀ ਹੁੰਦੇ ਸੀ, ਪਰ ਮਹਿਕਮਾ ਨਹੀਂ ਵੀ ਮਿਲਦਾ ਸੀ ਤਾਂ ਵੀ ਇੱਕ ਬੜਾ ਪੋਜ਼ਿਟਿਵ ਐਟੀਟਿਊਡ ਉਹਨਾਂ ਨੇ ਰੱਖਿਆ। ਤਾਂ ਬੇਸ਼ੱਕ ਦੇਰ ਆਏ ਦਰੁਸਤ ਆਏ, ਉਹਨਾਂ ਨੂੰ ਮਹਿਕਮੇ ਵੀ ਵੱਡੇ ਮਿਲੇ ਨੇ, ਜ਼ਿੰਮੇਵਾਰੀ ਵੀ ਵੱਡੀ ਮਿਲੀ ਹੈ, ਪਰ ਅੱਜ ਵੀ ਐਟੀਟਿਊਡ ਉਸੇ ਤਰੀਕੇ ਨਾਲ ਪੋਜ਼ਿਟਿਵ ਹੈ ਕਿ ਸਮਾਂ ਬੇਸ਼ੱਕ ਘੱਟ ਹੈ ਪਰ ਮੈਂ ਕੇਂਦਰ ਨਾਲ ਵੀ ਨਿਪਟ ਲਵਾਂਗਾ ਤਾਂ ਮੈਂ ਇੱਥੇ ਵਿਰੋਧੀਆਂ ਨੂੰ ਵੀ ਦੇਖ ਲਵਾਂਗਾ। ਵੀ ਨੇ ਗੱਲਬਾਤ ਵੀ ਕਰਦੇ ਨੇ ਔਰ ਗੱਲਬਾਤ ਕਰ ਲੈਂਦੇ ਆ, ਕਿਉਂਕਿ ਤੁਸੀਂ ਹਮੇਸ਼ਾ ਤੋਂ ਜਦੋਂ ਵੀ ਪਾਰਟੀ ਦੇ ਉੱਤੇ ਸੰਕਟ ਆਇਆ ਤੁਸੀਂ ਲਗਾਤਾਰ ਖੜ ਜਾਂਦੇ ਹੋ, ਜਵਾਬਦੇਹੀ ਦਿੰਦੇ ਹੋ। ਹੁਣ ਕਿਸ ਤਰੀਕੇ ਦੇ ਨਾਲ, ਕਿਉਂਕਿ 90 ਦਿਨਾਂ ਦਾ ਸਮਾਂ ਬਚਿਆ ਹੋਇਆ ਹੈ, ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ, 2022 ਦੀ ਚੁਣੌਤੀ ਹੈ। 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਚਿਹਰਾ ਵੀ ਆ ਗਏ, ਚਿਹਰਾ ਚਰਨਜੀਤ ਸਿੰਘ ਚੰਨੀ ਰਹਿਣਗੇ 2022 ਦੇ ਵਿੱਚ ਵੀ, ਕਿਉਂਕਿ ਅਕਾਲੀ ਦਲ ਤਾਂ ਕਹਿ ਰਿਹਾ ਸਿਰਫ ਦਲਿਤ ਭਾਈਚਾਰੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਵੋਟਾਂ ਦੇ ਲਈ। 2022 ਸਿੱਧੂ ਆ ਜਾਣਗੇ। ਮੈਂ ਖੁੱਲ ਕੇ ਗੱਲ ਕਹਾਂ, ਇਹ ਸਾਡੀ ਪਾਰਟੀ ਦਾ ਫੈਸਲਾ ਹੈ ਔਰ ਇਹ ਹਾਈ ਕਮਾਂਡ ਦਾ ਫੈਸਲਾ ਹੈ ਕਿ ਸਾਡੀ ਸਰਕਾਰ ਦਾ ਚਿਹਰਾ 2022 ਚ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਗੇ ਔਰ ਸਾਡੀ ਪਾਰਟੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। ਇਹ ਸਰਕਾਰ ਔਰ ਪਾਰਟੀ ਰਲ ਕੇ ਕੰਮ ਕਰੇਗੀ। ਇਸ ਤੋਂ ਇਲਾਵਾ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਅਗਲੀ ਤਿਆਰੀ ਕਰ ਰਹੇ ਆ, ਬੀਜੇਪੀ ਨਾਲ ਨਜ਼ਦੀਕੀਆਂ ਵੱਧ ਗਈਆਂ ਔਰ ਜਿਹੜੇ ਮੰਤਰੀ ਨਾਰਾਜ਼ ਹੋਏ ਆ, ਸਾਧੂ ਸਿੰਘ ਧਰਮਸੋਤ ਨਾਰਾਜ਼ ਹੋ ਗਏ, ਉਹ ਕਹਿੰਦੇ ਕਿਤੇ ਨਾ ਕਿਤੇ ਕੈਪਟਨ ਵਾਲੇ ਪਾਸੇ ਜਾਣਗੇ। ਅੱਜ ਅਸੀਂ ਦੇਖਿਆ ਕਿ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਵੀ ਮਨਾਣਗੇ ਜਿਹੜਾ ਵਾ, ਲੇਕਿਨ ਉੱਥੇ ਮੌਜੂਦ ਨਹੀਂ ਸੀਗੇ ਜਿਹੜੇ ਬਲਬੀਰ ਸਿੱਧੂ। ਤਾਂ ਅਜਿਹੇ 'ਚ ਕੀ ਉਹਨਾਂ ਨੂੰ ਮਨਾ ਲਿੱਤਾ ਜਾਏਗਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਪਾਰੀ ਦਾ ਕਾਂਗਰਸ ਨੂੰ ਨੁਕਸਾਨ ਹੋਏਗਾ? ਕੋਈ ਕਿਤੇ ਨਹੀਂ ਜਾਣਾ, ਤੁਸੀਂ ਦੇਖ ਲੈਣਾ। ਇਹ ਤੇ ਸਿਰਫ ਐਵੇਂ ਅਖਬਾਰੀ ਕੈਫੇ ਹੈਗੇ ਆ। ਔਰ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਕਹਿ ਰਹੇ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲ ਜਾਏਗਾ, ਉਹ ਚੱਲ ਜਾਏਗਾ, ਮੈਂ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ, ਇਹ 'ਚ ਸ਼ੱਕ ਹੋਣਾ ਨਹੀਂ ਚਾਹੀਦਾ ਕਿਸੇ ਨੂੰ। ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਤੇ ਨਹੀਂ ਹੋ ਜਾਣਾ ਭਾਈ, ਉਹ ਵੀ ਕਾਂਗਰਸ 'ਚ ਹੈ ਔਰ ਕਾਂਗਰਸ 'ਚ ਰਹੇਗਾ। 2022 ਚ ਕੋਈ, ਕਿਉਂਕਿ ਉਹ ਤਾਂ ਕਹਿ ਰਹੇ ਕਿ ਸਿੱਧੂ ਨੂੰ ਹਰਾਉਣ ਦੇ ਲਈ ਮੈਂ ਹਰੇਕ ਕੋਸ਼ਿਸ਼ ਕਰਾਂਗਾ। ਬੀਜੇਪੀ ਦੇ ਲੀਡਰ ਲਗਾਤਾਰ ਤਾਰੀਫਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੁੰਦੇ ਨੇ, ਕੈਪਟਨ ਦੇ ਤਾਰੀਫਾਂ ਜਿਹੜੀਆਂ ਨੇ ਉਹ ਬੀਜੇਪੀ ਦੇ ਲੀਡਰ ਕਰਦੇ। ਪਰਸਨਲ ਟਿੱਪਣੀਆਂ ਕੁਝ ਹੈਗੀਆਂ ਹੈ, ਉਹ ਹਾਈ ਕਮਾਂਡ ਦੇਖ ਰਿਹਾ, ਬਹਿ ਕੇ ਕਰ ਲੈਣਗੇ, ਉਹਨਾਂ ਨੂੰ ਕੋਈ ਗੱਲ ਨਹੀਂ, ਕਿਉਂਕਿ ਉਹ ਸਾਡੇ ਲੀਡਰ ਹੈ ਸਾਰੇ। ਔਰ ਅਸੀਂ ਇਹ ਚਾਹੁੰਦੇ ਹਾਂ ਸਾਰੇ ਜਣੇ ਕਿ ਇਹ ਸਾਡੇ ਲੀਡਰ ਯੂਨਾਈਟ ਹੋ ਕੇ ਸਾਡੀ ਅਗਵਾਈ ਕਰਨ। ਔਰ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋ, ਚਰਨਜੀਤ ਸਿੰਘ ਚੰਨੀ ਜੀ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋ, ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਰਲ ਕੇ ਇਹ ਸਾਡੀ ਅਗਵਾਈ ਕਰਨ। ਅਸੀਂ ਮਨਾਓਗੇ ਕਿਵੇਂ ਅਮਰਿੰਦਰ ਸਿੰਘ ਜਿਹੜੇ ਨਾਰਾਜ਼ ਬੈਠੇ ਨੇ, ਮਨਾਇਆ ਕਿਵੇਂ ਜਾਏਗਾ? ਮੈਂ ਤੁਹਾਨੂੰ ਕਿਹਾ ਕਿ ਇਹ ਸਾਰਾ ਪਾਰਟੀ ਦੇ ਅੰਦਰ ਚੱਲ ਰਹੀ ਹੈ ਗੱਲਬਾਤ ਔਰ ਜਲਦੀ ਹੱਲ ਹੋ ਜਾਏਗਾ। ਮੁਕਾਬਲਾ ਹੁਣ ਕਿਸ ਦੇ ਨਾਲ? ਅਕਾਲੀ ਦਲ ਨਾਲ, ਆਮ ਆਦਮੀ ਪਾਰਟੀ ਨਾਲ। ਕੇਜਰੀਵਾਲ ਵੀ ਦਿੱਲੀ ਆ ਰਹੇ ਨੇ, ਅੱਜ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਨੇ, ਲੁਧਿਆਣੇ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਰੱਖੇ ਆ। ਉਹ ਇੱਕ ਨਵੀਂ ਗਰੰਟੀ ਜਿਹੜੀ ਅਰਵਿੰਦ ਕੇਜਰੀਵਾਲ ਦਿੰਦੇ ਹੋਏ ਨਜ਼ਰ ਆਣਗੇ। ਬਈ ਮੈਂ ਤੁਹਾਨੂੰ ਇਹ ਕੀ ਕਿਹਾ,
ਝੂਠੀ ਗਰੰਟੀ ਨੂੰ ਕੀ ਕਰਨਾ ਹੈ ਭਾਈ ਮੇਰਿਆ। ਦਿੱਲੀ 'ਚ ਕਿਹੜੀਆਂ ਗਰੰਟੀਆਂ ਪੂਰੀਆਂ ਹੋਈਆਂ? ਮੈਨੂੰ ਇੱਕ ਗਰੰਟੀ ਦਿਖਾ ਦੇਵੇ ਉਹ ਕਿ ਦਿੱਲੀ ਦੇ ਵਿੱਚ ਫਲਾਣੀ ਗਰੰਟੀ ਪੂਰੀ ਹੋਈ ਹੈ। ਮੈਂ ਤੁਹਾਨੂੰ ਇਹ ਕਿਹਾ ਕਿ ਜਿਹੜੀ ਫਰਾਡ ਆਦਮੀ ਪਾਰਟੀ ਹੋਏ ਤੇ ਉਹਨੇ ਫਰਾਡ ਗੱਲਾਂ ਕਰਨੀਆਂ, ਚੰਗੀਆਂ ਗੱਲਾਂ ਥੋੜੀ ਕਰਨੀਆਂ। ਮੈਂ ਤੇ ਕਿਹਾ ਕਿ ਮੈਨੂੰ ਤੁਸੀਂ ਇੱਕ ਅੱਜ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਕੇਜਰੀਵਾਲ ਅੱਜ ਇੱਥੇ ਆਇਆ ਤੇ ਮੈਨੂੰ ਦਿੱਲੀ ਦੇ ਵਿੱਚ ਕਿੰਨੇ ਯੂਥ ਨੂੰ ਜਦੋਂ ਦੀ ਸਰਕਾਰ ਬਣੀ ਆ ਉਹ ਲਿਸਟ ਦੇ ਨੌਕਰੀਆਂ ਸਰਕਾਰੀ ਮਿਲੀਆਂ, ਲਿਆਓ ਲਿਸਟ ਦੇਵੇ ਉਹਨੂੰ ਕੋਲ, ਇੱਕ ਮੈਨੂੰ ਦਿਖਾ ਦੇਵੇ। ਤੇ ਦੂਜੀ ਗਾਰੰਟੀ ਪਹਿਲਾਂ ਉਹ 300 ਯੂਨਿਟ ਬਿਜਲੀ ਦੀ ਕਰ ਰਹੇ ਸੀ। ਮੈਂ ਗਾਰੰਟੀ ਕਹਿ ਰਿਹਾ ਨਾ। ਦੂਜੀ ਗੱਲ ਹੈ ਕਿ ਜਦੋਂ ਦੀ ਸਰਕਾਰ ਬਣੀ ਹੈ ਕਿੰਨੇ ਉਹਨੇ ਨਵੇਂ ਕਾਲਜ ਬਣਾਏ ਆ, ਜਦੋਂ ਦੀ ਸਰਕਾਰ ਬਣੀ ਆ ਕਿੰਨੇ ਉਹਨੇ ਨਵੇਂ ਹਸਪਤਾਲ ਬਣਾਏ ਆ, ਜਦੋਂ ਦੀ ਸਰਕਾਰ ਬਣੀ ਆ ਕਿੰਨੇ ਉਹਨੇ ਐਲੀਵੇਟਡ ਬਣਾਏ ਆ, ਕਿੰਨੇ ਉਹਨੇ ਗਰੀਬਾਂ ਦੇ ਮਕਾਨ ਬਣਾਏ ਆ, ਕਿੰਨੇ ਲੋਕਾਂ ਨੂੰ ਉਹਨੇ ਫਾਇਦਾ ਦਿੱਤਾ। ਔਰ ਜਿੱਥੋਂ ਤੱਕ 300 ਯੂਨਿਟ ਦਾ ਸਵਾਲ ਹੈ ਭਾਈ, ਇਹ 2% ਲੋਕਾਂ ਨੂੰ 300 ਯੂਨਿਟ ਜਿਹੜੀ 200 ਯੂਨਿਟ ਹੈ ਨਾ, 300 ਨਹੀਂ 200 ਯੂਨਿਟ ਜਿਹੜੀ ਉੱਥੇ ਬਿਜਲੀ ਮਾਫ ਹੈ ਨਾ, ਅਗਰ 201 ਹੋ ਗਿਆ ਨਾ ਤੇ ਸਾਰਾ ਬਿੱਲ ਲੱਗ ਕੇ ਆਉਂਦਾ ਹੀ ਤੇ ਇੱਥੇ ਆ ਕੇ ਬਿੱਲ ਸਾੜਦਾ ਫਿਰਦਾ ਹੀ। ਬਈ ਦਿੱਲੀ ਵਾਲਿਆਂ ਨੂੰ ਮੈਂ ਕਹਿੰਦਾ ਬਈ ਕੇਜਰੀਵਾਲ ਸਾਹਿਬ ਦੇ ਬੂਹੇ ਤੇ ਜਾ ਕੇ ਬਿੱਲ ਸਾੜੋ ਹੁਣ ਸਾਰੇ ਜਣੇ, ਅਗਰ ਉਹ ਮਾਫ ਨਾ ਕਰੇ ਉਹਦੇ ਬੂਹੇ ਦੇ ਉੱਪਰ ਧਰਨੇ ਦਿਓ। ਤੁਸੀਂ ਹੁਣ ਪਾਵਰ ਐਗਰੀਮੈਂਟ ਰੱਦ ਕਰੋਗੇ? ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਇਸ ਤੋਂ ਇਲਾਵਾ ਏਜੀ ਦੀ ਜਿਹੜੀ ਨਿਯੁਕਤੀ ਹੋਈ ਹੈ, ਬੀਜੇਪੀ ਨੇ ਸਵਾਲ ਚੁੱਕੇ ਨੇ, ਅਕਾਲੀ ਦਲ ਸਵਾਲ ਚੁੱਕ ਰਿਹਾ ਹੈ, ਬੀਜੇਪੀ ਕਿਸ ਤਰੀਕੇ ਨਾਲ ਏਜੀ ਦੀ ਨਿਯੁਕਤੀ ਨੂੰ ਦੇਖ ਰਹੇ ਹੋ? ਦੇਖੋ ਮੈਂ ਮਹਿਸੂਸ ਕਰਦਾ ਕਿ ਭਈ ਗੱਲ ਸਿਰਫ ਇੰਨੀ ਹੁੰਦੀ ਹੈ, ਜਿਹੜਾ ਐਡਵੋਕੇਟ ਹੈ ਉਹ ਮਦਈ ਦਾ ਵੀ ਕੇਸ ਲੜਦਾ ਤੇ ਮੁਜਰਿਮ ਦਾ ਵੀ ਲੜਦਾ। ਇਹ ਕੇਸ ਹਰ ਤਰ੍ਹਾਂ ਦੇ ਇਹ ਵਕੀਲ ਲੜਦੇ ਹੁੰਦੇ ਆ, ਇਹਦੇ 'ਚ ਕੋਈ ਗੱਲ ਨਹੀਂ। ਲੇਕਿਨ ਜਦੋਂ ਅਸੀਂ ਆਪਣੀ ਡਿਊਟੀ ਪਰਫਾਰਮ ਕਰਾਣੀ ਹੈ, ਸਾਡੀ ਡਿਊਟੀ ਇਮਾਨਦਾਰੀ ਦੇ ਨਾਲ ਉਹਨੂੰ ਕਰਨੀ ਪਏਗੀ ਔਰ ਉਹਦੀ ਨਿਗਰਾਨੀ ਅਸੀਂ ਖੁਦ ਆਪ ਵੀ ਕਰਾਂਗੇ। ਇੱਕ ਸਵਾਲ ਹੋਰ, ਪਿਛਲੇ 2-3 ਦਿਨਾਂ ਤੋਂ ਨਵਜੋਤ ਸਿੱਧੂ ਨਜ਼ਰ ਨਹੀਂ ਆ ਰਹੇ, ਕਿਤੇ ਖਫਾ ਤਾਂ ਨਹੀਂ ਹੋ ਗਏ, ਨਾਰਾਜ਼ ਤਾਂ ਨਹੀਂ ਕਿਸੇ ਗੱਲ ਯਾਰ ਕੋਈ ਖਫਾ ਨਹੀਂ ਭਾਈ ਮੇਰਿਆ, ਸਾਰੇ ਇਹੀ ਕੰਮ ਕਰਦੇ ਪਏ ਪਾਰਟੀ ਦੇ। ਜਲਦੀ ਮੀਟਿੰਗ ਹੋਏਗੀ, ਉਹ ਵੀ ਆ ਰਹੇ। ਤਾਂ ਰਾਜਕੁਮਾਰ ਵੇਰਕਾ ਚਾਰ ਸੰਭਾਲਣਗੇ ਥੋੜੀ ਦੇਰ ਬਾਅਦ ਔਰ ਨਿਊਜ਼ 18 ਤੇ ਸਭ ਤੋਂ ਪਹਿਲਾਂ ਜੁੜੇ। ਕਿਸ ਤਰੀਕੇ ਦੇ ਨਾਲ ਤਮਾਮ ਮੰਤਰੀ ਮੰਤਰਾਲੇ ਮਿਲਣ ਤੋਂ ਬਾਅਦ ਤਸਵੀਰਾਂ ਹੋਰ ਦਿਖਾਵਾਂਗੇ, ਬਾਕੀ ਜਿਹੜੇ ਵਿਭਾਗ ਨੇ ਕਿਸ ਤਰੀਕੇ ਨਾਲ ਪੰਕਜ ਲਗਾਤਾਰ ਫਿਰ ਤੋਂ ਤੁਹਾਡਾ ਰੁਖ ਕਰਾਂਗੇ, ਜਿਵੇਂ ਹੀ ਹੋਰ ਮੰਤਰੀ ਇੱਕ ਇੱਕ ਕਰਕੇ ਮਹਿਕਮਾ ਸੰਭਾਲ ਰਹੇ ਨੇ। ਤਾਂ ਫਿਲਹਾਲ ਨਪਿੰਦਰ ਬਰਾੜ ਵੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਫਿਲਹਾਲ ਨਪਿੰਦਰ ਲਿਸਟ ਦਾ ਇੰਤਜ਼ਾਰ ਹੋ ਰਿਹਾ ਸੀ, ਉਹ ਇੰਤਜ਼ਾਰ ਖਤਮ ਹੋ ਗਿਆ ਹੈ। ਜੋ ਮਹਿਕਮੇ ਨੇ, ਜਿਵੇਂ ਪਹਿਲਾਂ ਜਾਣਕਾਰੀ ਤੁਸੀਂ ਦਿੱਤੀ ਸੀ, ਗ੍ਰਹਿ ਮੰਤਰਾਲਾ ਜੋ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਗਿਆ ਹੈ, ਕੀ ਕੁਝ ਜਾਣਕਾਰੀ ਹੈ? ਹੁਣ ਕਿੱਥੇ ਮੌਜੂਦ ਹੋ ਤੁਸੀਂ ਇਸ ਵੇਲੇ? ਬਿਲਕੁਲ, ਦੇਖੋ ਇਸ ਵੇਲੇ ਮੈਂ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਆ। ਮਲੂਕਾ ਹੋਰਾਂ ਦੇ ਨਾਲ ਇਸ ਕਰਕੇ ਹੈ ਕਿਉਂਕਿ ਜਿਹੜਾ ਅੱਜ ਕੈਬਨਿਟ ਦੇ ਮਹਿਕਮੇ ਵੰਡੇ ਗਏ ਨੇ, ਉਹਨਾਂ ਮਹਿਕਮਿਆਂ ਦੇ ਵਿੱਚ ਇੱਕ ਦੋ ਚਿਹਰੇ ਐਸੇ ਨੇ ਜਾਂ ਇੱਕ ਦੋ ਮਹਿਕਮੇ ਐਸੇ ਨੇ ਜਿਨ੍ਹਾਂ ਦੇ ਨਾਲ ਅਕਾਲੀ ਦਲ ਦਾ ਸਿੱਧੇ ਤੌਰ ਤੇ ਆਮਣਾ ਸਾਹਮਣਾ ਰਿਹਾ ਦੇਖਿਆ ਜਾ ਸਕਦਾ। ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਗਿਆ ਤੇ ਮੁੱਖ ਮੰਤਰੀ ਨੇ ਵਿਜੀਲੈਂਸ ਮਹਿਕਮਾ ਰੱਖਿਆ ਤੇ ਹੋਰ ਵੀ ਮਹਿਕਮਿਆਂ ਦੀ ਵੰਡ, ਚਾਹੇ ਰਾਜਾ ਵੜਿੰਗ ਦੇ ਕੋਲੇ ਟਰਾਂਸਪੋਰਟ ਮਹਿਕਮੇ ਦੀ ਗੱਲ ਕਰ ਲਈਏ, ਤਾਂ ਅਕਾਲੀ ਦਲ ਕਿਵੇਂ ਦੇਖਦਾ? ਸਿਕੰਦਰ ਸਿੰਘ ਮਲੂਕਾ ਜੀ, ਮਲੂਕਾ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਇਹ ਵੰਡ ਕੀਤੀ ਗਈ ਹੈ? ਵੰਡ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਠੀਕ ਹੈ? ਦੇਖੋ, ਵੰਡ ਤਾਂ ਮੁੱਖ ਮੰਤਰੀ ਦਾ ਅਖਤਿਆਰ ਖੇਤਰ ਹੁੰਦਾ, ਉਹਨੇ ਕਿਹੜੇ ਮਹਿਕਮੇ ਆਪਦੇ ਕੋਲੇ ਰੱਖਣੇ ਆ, ਕਿਹੜੇ ਆਪਣੇ ਵਜ਼ੀਰ ਸਾਥੀਆਂ ਨੂੰ ਦੇਣੇ ਆ, ਕਿਹੜਾ ਕਿੱਥੇ ਕਾਬਲ ਆ, ਉਹ ਤਾਂ ਮੁੱਖ ਮੰਤਰੀ ਨੇ ਦੇਖਣਾ ਹੁੰਦਾ। ਮੁੱਖ ਮੰਤਰੀ ਨੇ ਆਪਣੀ ਸੋਚ ਦੇ ਮੁਤਾਬਕ ਮਹਿਕਮੇ ਵੰਡੇ ਆ, ਪਰ ਜਿੱਥੋਂ ਤੱਕ ਮੇਰੀ ਸਮਝ ਦੇ ਮੁਤਾਬਕ ਹੈ, ਜਿਹੜਾ ਇਸ ਵੇਲੇ ਜੋ ਹਾਲਾਤ ਨੇ ਪੰਜਾਬ ਦੇ ਜਾਂ ਬਾਹਰਲੇ ਦੇਸ਼ਾਂ ਨਾਲ ਸਾਡਾ ਪਾਕਿਸਤਾਨ ਨਾਲ ਥੋੜ੍ਹਾ ਬਹੁਤਾ ਟਕਰਾ ਰਹਿੰਦਾ, ਉਹਦੇ ਮੁਤਾਬਕ ਜਿਹੜਾ ਹੋਮ ਤੇ ਵਿਜੀਲੈਂਸ, ਇਹ ਦੋਨੇ ਸੀਐਮ ਸਾਹਿਬ ਨੂੰ ਆਪਦੇ ਕੋਲੇ ਰੱਖਣੇ ਚਾਹੀਦੇ ਸੀ, ਕਿਉਂਕਿ ਸੀਐਮ ਸਾਹਿਬ ਦਾ ਵੱਡਾ ਆਉਂਦਾ ਹੁੰਦਾ, ਉਹਦੇ ਕੋਲੇ ਹਰ ਨੌਲੇਜ ਆਉਂਦੀ ਹੈ, ਉਹਨੇ ਫੈਸਲੇ ਕਰਨੇ ਹੁੰਦੇ ਆ, ਸੋ ਉਹਨਾਂ ਨੂੰ ਆਪਦੇ ਕੋਲ ਰੱਖਣਾ ਚਾਹੀਦਾ ਸੀ। ਚਲੋ ਕਿਵੇਂ ਦਿੱਤਾ, ਕਿਉਂ ਦਿੱਤਾ, ਕੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੇ ਲੰਮੀ ਰਾਏ ਵਿਚਾਰ ਤੋਂ ਬਾਅਦ ਹੀ ਦਿੱਤਾ? ਨਹੀਂ ਕੀਤੀ ਰਹਿ ਨਹੀਂ ਕੀਤੀ, ਇਹ ਤਾਂ ਸਾਨੂੰ ਨਹੀਂ ਪਤਾ, ਇਹ ਤਾਂ ਉਹਨਾਂ ਨੂੰ ਪਤਾ ਹੋਊ ਵੀ ਰਾਏ ਕੀਤੀ ਨਹੀਂ ਕੀਤੀ, ਕਿਹਦੇ ਨਾਲ ਕੀਤੀ, ਕਿਹਨੇ ਦਵਾਇਆ, ਤਾਂ ਉਹਨਾਂ ਨੂੰ ਪਤਾ ਹੋਊ, ਸਾਨੂੰ ਨਹੀਂ ਪਤਾ। ਪਰ ਮੇਰੀ ਆਪਣੀ ਰਾਏ ਆ ਵੀ ਸੀਐਮ ਸਾਹਿਬ ਨੂੰ ਆਪਦੇ ਕੋਲ ਰੱਖਣਾ ਚਾਹੀਦਾ ਸੀ, ਹੋਮ ਗਾਹਾਂ ਕਿਸੇ ਮਿਨਿਸਟਰ ਨੂੰ ਨਹੀਂ ਸੀ ਦੇਣਾ ਚਾਹੀਦਾ। ਪਰ ਤੁਹਾਨੂੰ ਇਤਰਾਜ਼ ਕੀ ਹੈ? ਕਿਉਂ ਤੁਹਾਨੂੰ ਲੱਗਦਾ ਹੈ ਕਿ ਸੀਐਮ ਨੂੰ ਕਿਉਂ ਲੱਗਦਾ ਤੁਹਾਨੂੰ ਕਿ ਸੀਐਮ ਕੋਲੇ ਹੋਣਾ ਚਾਹੀਦਾ ਸੀ, ਉਪ ਮੁੱਖ ਮੰਤਰੀ ਕੋਲੇ ਕਿਉਂ ਨਹੀਂ? ਸੀਐਮ ਵੀ ਕਾਂਗਰਸ ਦਾ, ਵਜ਼ੀਰ ਵੀ ਸਾਰੇ ਕਾਂਗਰਸ ਦੇ ਆ। ਮੈਂ ਕਿਹਾ ਲਾ ਐਂਡ ਆਰਡਰ ਦੀ ਜਿਹੜੀ ਸਮੱਸਿਆ ਬਹੁਤ ਵੱਡੀ ਹੁੰਦੀ ਆ, ਨਾਲ ਸਾਡਾ ਗੁਆਂਢੀ ਸੂਬੇ ਦੇਸ਼ ਦੇ ਨਾਲ ਸੰਬੰਧ ਸਾਡੇ ਚੰਗੇ ਨਹੀਂ ਹੈਗੇ ਆ, ਇਸ ਕਰਕੇ ਇਹ ਹੋਮ ਜਿਹੜਾ ਹੈਗਾ ਇਹ ਜੁੜਿਆ ਹੋਇਆ ਬਹੁਤ ਚੀਜ਼ਾਂ ਦੀ ਬੜੀਆਂ ਰਿਪੋਰਟਾਂ ਇਹਦੇ ਥੱਲੇ ਦੇ ਆਉਂਦੀਆਂ ਨੇ। ਸੋ ਇਹ ਚਾਹੀਦਾ ਸੀ ਕਿ ਮੁੱਖ ਮੰਤਰੀ ਕੋਲੇ ਹੋਵੇ, ਕਿਉਂਕਿ ਫੈਸਲੇ ਜ਼ਿਆਦਾ ਮੁੱਖ ਮੰਤਰੀ ਨੇ ਲੈਣੇ ਹੁੰਦੇ ਆ। ਤੇ ਪਰ ਸਿੱਧੇ ਤੌਰ ਤੇ ਮਲੂਕਾ ਸਾਹਿਬ, ਜੇ ਤੁਸੀਂ ਅੱਜ ਉਪ ਮੁੱਖ ਮੰਤਰੀ ਕੋਲੇ ਜਾਣ ਤੋਂ ਇਤਰਾਜ਼ ਕਰ ਰਹੇ ਹੋ, ਤਾਂ ਤੁਸੀਂ ਵੀ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਹੋਮ ਤੇ ਹੀ ਰੱਖਿਆ। ਮੁੱਖ ਮੰਤਰੀ ਕਿ ਮੈਂ ਨਹੀਂ ਕਿਹਾ ਕਿ ਉਪ ਮੁੱਖ ਮੰਤਰੀ ਕੋਲੇ ਗਿਆ ਮੈਂ ਤਾਂ ਇਤਰਾਜ਼ ਕਰਦਾ, ਇਹ ਤਾਂ ਮੈਂ ਗੱਲ ਹੀ ਨਹੀਂ ਕਹੀ। ਮੈਂ ਤਾਂ ਸੁਖਜਿੰਦਰ ਰੰਧਾਵਾ ਤੇ ਇਤਰਾਜ਼ ਹੈ ਅਕਾਲੀ ਦਲ ਨਾ, ਮੈਂ ਰੰਧਾਵਾ ਤੇ ਇਤਰਾਜ਼ ਕੀਤਾ? ਮੈਂ ਤਾਂ ਰੰਧਾਵਾ ਤੇ ਇਤਰਾਜ਼ ਹੀ ਨਹੀਂ ਕੀਤਾ। ਮੈਂ ਤਾਂ ਕਿਹਾ ਮੁੱਖ ਮੰਤਰੀ ਕੋਲੇ ਚਾਹੀਦਾ ਸੀ, ਕਿਉਂਕਿ ਮੁੱਖ ਮੰਤਰੀ ਹੈਡ ਆ, ਇਹ ਮਹਿਕਮੇ 'ਚ ਬੜੀਆਂ ਰਿਪੋਰਟਾਂ ਆਉਣੀਆਂ ਹੁੰਦੀਆਂ ਗੁਪਤ,
ਜਿਹੜੀਆਂ ਕਿ ਸੀਐਮ ਕੋਲੇ ਹੋਣੀਆਂ ਚਾਹੀਦੀਆਂ, ਹੋਰ ਕਿਸੇ ਕੋਲੇ ਹੋਣੀਆਂ ਨਹੀਂ ਚਾਹੀਦੀਆਂ। ਸੀਐਮ ਨੂੰ ਹੀ ਪਤਾ ਹੋਣਾ ਚਾਹੀਦਾ, ਸੀਐਮ ਦਾ ਡਾਇਰੈਕਟ ਜਿਹੜੇ ਰਿਲੇਸ਼ਨ ਦਿੱਲੀ ਹੁੰਦੇ ਨੇ ਹੋਮ ਮਿਨਿਸਟਰੀ ਨਾਲ। ਸੋ ਇਸ ਕਰਕੇ ਇਹਦਾ ਠੀਕ ਉੱਥੇ ਸੀਗਾ। ਬਾਕੀ ਜਿਵੇਂ ਇਹਨਾਂ ਨੇ ਕੀਤਾ ਇਹਨਾਂ ਦੀ ਮੈਂ ਫਿਰ ਉਸੇ ਗੱਲ ਤੇ ਆ ਜਾਣਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੀਐਮ ਨੇ ਸਿੱਧੀ ਦਿੱਲੀ ਗੱਲ ਕਰਨੀ ਹੁੰਦੀ ਆ, ਤਾਂ ਫਿਰ ਮਲੂਕਾ ਸਾਹਿਬ ਤੁਹਾਡੇ ਵੇਲੇ ਵੀ ਉਪ ਮੁੱਖ ਮੰਤਰੀ ਕੋਲੇ ਸੀ, ਉਦੋਂ ਇਹ ਚੀਜ਼ ਕਿਉਂ ਨਹੀਂ ਸੋਚੀ ਗਈ ਕਿ ਸੀਐਮ ਨੇ ਸਿੱਧਾ ਦਿੱਲੀ ਗੱਲ ਕਰਨੀ ਸੀ? ਉਦੋਂ ਵੀ ਤਾਂ ਉਪ ਮੁੱਖ ਮੰਤਰੀ ਗੱਲ ਕਰਦੇ ਸੀ ਦਿੱਲੀ। ਦੇਖੋ ਚਲੋ ਉਦੋਂ ਦੀ ਗੱਲ ਵੀ ਥੋੜੀ ਠੀਕ ਹੈ ਕਿ ਉਦੋਂ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਸੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਘਰ ਦੇ ਵਿੱਚ ਹੀ ਸੀ ਸਾਰੀ ਗੱਲ, ਉਹਦੀ ਕੋਈ ਦੋ ਰਿਆ ਨਹੀਂ। ਜੇ ਮੈਂ ਇੱਧਰ ਉੱਧਰ ਕੋਈ ਗੱਲ ਕਰਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਨਾ। ਉਹ ਜਿਹੜੀਆਂ ਗੱਲਾਂ ਦੋਨੇ ਇਕੱਠੇ ਬੈਠ ਕੇ ਆਪਦਾ ਫੈਸਲਾ ਹੋ ਜਾਂਦਾ ਸੀ, ਜਿਹੜੀ ਕੋਈ ਰਿਪੋਰਟ ਆਉਂਦੀ ਸੀ ਉਹ ਬਾਦਲ ਸਾਹਿਬ ਨੂੰ ਤੁਰਤ ਹੀ ਸਾਰੀ ਦੱਸ ਦਿੱਤੀ ਜਾਂਦੀ ਸੀ। ਹੁਣ ਕਿਵੇਂ ਇਹਨਾਂ ਦਾ ਤਾਲਮੇਲ ਬੈਠੂਗਾ? ਮੰਨ ਲਓ ਉਹ ਤਾਂ ਚਲੋ ਪਰਿਵਾਰਕ ਸੀਗੀ ਗੱਲ ਉਹਨਾਂ ਦੀ ਪਿਓ ਪੁੱਤਾਂ ਦੀ, ਕਿਸੇ ਗੱਲੋਂ ਇਹਨਾਂ ਦੇ ਆਪਦੇ ਦੀ ਕਿਸੇ ਗੱਲੋਂ ਪਤਾ ਨਹੀਂ ਲੱਗਦਾ ਹੁੰਦਾ ਪੋਲੀਟਿਕਸ ਦੇ ਵਿੱਚ ਕੀ ਕੁਝ ਹੋ ਜਾਂਦਾ ਹੈ। ਰੰਧਾਵਾ ਸਾਹਿਬ, ਤ੍ਰਿਪਤ ਬਾਜਵਾ ਜੀ ਤੇ ਸੁਖ ਸਰਕਾਰੀਆ ਦੇ ਕਿੰਨੇ ਨੇੜੇ ਦੇ ਸੰਬੰਧ ਸਨ ਕੈਪਟਨ ਅਮਰਿੰਦਰ ਸਿੰਘ ਨਾਲ, ਮੁੜ ਕੇ ਕਾਟੋ ਕਲੇਸ ਪੈ ਗਿਆ। ਉਹ ਕਹਿੰਦੇ ਕਿ ਸਾਡੇ ਵੀ ਘਰ ਦਾ ਘਰ ਹੀ ਸਾਰਾ, ਇੱਕ ਮਿੰਟ ਬਸ, ਉਹ ਕਹਿੰਦੇ ਸਾਡਾ ਵੀ ਘਰ ਦਾ ਘਰ ਆ, ਕਹਿੰਦੇ ਸਭ ਠੀਕ ਹੈ। ਚਲੋ ਚੰਗੀ ਗੱਲ ਹੈ, ਸਭ ਠੀਕ ਰਹੇ, ਘਰ ਦਾ ਘਰ, ਕੋਈ ਹਰਜ ਨਹੀਂ। ਉਹ ਤਾਂ ਜਿਹੜਾ ਵੱਡ ਤੇ ਠੀਕ ਹੈ, ਉਹਦੇ ਚ ਕੋਈ ਕੀਤੂ ਪ੍ਰਾਤੂ ਕਹਿੰਦਾ। ਹੁਣ ਵੱਡੇ ਗਏ ਮਹਿਕਮੇ ਚਲਾਉਣ ਵਧੀਆ ਢੰਗ ਨਾਲ, ਵਧੀਆ ਗੱਲ ਹੈ, ਘਰ ਦਾ ਘਰ ਬਣ ਕੇ ਰਵੇ। ਸਮਾਂ ਥੋੜਾ ਹੈ, ਕੰਮ ਜ਼ਿਆਦੇ ਹੈ, ਕਰਨ ਦੱਬ ਕੇ ਕੰਮ। ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਗ੍ਰਹਿ ਵਿਭਾਗ ਆ ਜਿਹੜਾ ਮੁੱਖ ਮੰਤਰੀ ਕੋਲੇ ਹੋਣਾ ਚਾਹੀਦਾ ਸੀ। ਇਹਨਾਂ ਨੂੰ ਲੱਗਦਾ ਹੈ ਕਿ ਜੀ ਨਪਿੰਦਰ, ਠੀਕ ਹੈ, ਜਿਵੇਂ ਜ਼ਿਕਰ ਪਹਿਲਾਂ ਕਰ ਰਹੇ ਸੀ ਅਸੀਂ ਕਿ ਜਿਵੇਂ ਹਰਿਆਣਾ ਦੇ ਵਿੱਚ ਹੈ ਕਿ ਮੁੱਖ ਮੰਤਰੀ ਦੇ ਕੋਲ ਵਿਜੀਲੈਂਸ ਹੈ ਤੇ ਗ੍ਰਹਿ ਮੰਤਰਾਲਾ ਜੋ ਹੈ ਅਨਿਲ ਵਿਜ ਦੇ ਕੋਲ ਹੈ ਤੇ ਉੱਥੇ ਟਸਲ ਦੇਖਣ ਨੂੰ ਮਿਲਦੀ ਹੈ। ਉਸੇ ਤਰ੍ਹਾਂ ਕਹਿ ਰਹੇ ਨੇ ਸਿਕੰਦਰ ਸਿੰਘ ਮਲੂਕਾ ਕਿ ਫਿਲਹਾਲ ਤਾਲਮੇਲ ਬਣਦਾ ਹੈ ਜਾਂ ਫਿਰ ਆਏ ਦਿਨ ਖੜਕੀ ਰਹਿੰਦੀ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਮਹਿਕਮੇ ਦੋਵੇਂ ਇੰਪੋਰਟੈਂਟ ਨੇ ਤੇ ਦੋਵੇਂ ਵੱਖੋ-ਵੱਖ ਜੋ ਲੋਕਾਂ ਦੇ ਕੋਲ ਕਹਿ ਸਕਦੇ ਹਾਂ ਸਿਆਸਤਦਾਨਾਂ ਦੇ ਕੋਲ ਹੈ, ਸੀਐਮ ਤੇ ਡਿਪਟੀ ਸੀਐਮ ਕੋਲ। ਸ਼ੁਕਰੀਆ ਨਪਿੰਦਰ ਫਿਲਹਾਲ ਇਸ ਪੂਰੀ ਗੱਲਬਾਤ ਦੇ ਲਈ। ਤਾਂ ਸਿਕੰਦਰ ਸਿੰਘ ਮਲੂਕਾ, ਅਕਾਲੀ ਦਲ ਜ਼ਰੂਰ ਥੋੜਾ ਇਤਰਾਜ਼ ਕਰ ਰਿਹਾ ਹੈ ਕਿ ਜੇਕਰ ਵਿਜੀਲੈਂਸ ਸੀਐਮ ਦੇ ਕੋਲ ਹੈ ਤਾਂ ਗ੍ਰਹਿ ਮੰਤਰਾਲਾ ਵੀ ਕਹਿੰਦੇ ਸੀਐਮ ਦੇ ਕੋਲ ਹੋਣਾ ਚਾਹੀਦਾ ਹੈ, ਕਿਉਂਕਿ ਜੋ ਵੱਡੇ ਡਿਸੀਜਨ ਨੇ ਉਹ ਸੀਐਮ ਨੇ ਲੈਣੇ ਹੁੰਦੇ ਨੇ, ਇਹ ਸੀਐਮ ਦੇ ਕੋਲ ਮਹਿਕਮੇ ਹੋਣੇ ਚਾਹੀਦੇ ਨੇ। ਹਾਲਾਂਕਿ ਫਿਰ ਜੋ ਸਵਾਲ ਜਿਵੇਂ ਨਪਿੰਦਰ ਨੇ ਕੀਤਾ ਕਿ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਾਂ ਫਿਰ ਗ੍ਰਹਿ ਮੰਤਰਾਲਾ ਤਾਂ ਉਸ ਵੇਲੇ ਵੀ ਸੁਖਬੀਰ ਬਾਦਲ ਦੇ ਕੋਲ ਸੀ। ਤਾਂ ਉਧਰ ਦੂਜੇ ਪਾਸੇ ਜੋ ਹੈ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਹੁਣ ਤਾਲਮੇਲ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ, ਇਹ ਦੇਖਣਾ ਕਾਫੀ ਅਹਿਮ ਹੋਵੇਗਾ। ਪਰ ਫਿਲਹਾਲ ਵਿਭਾਗਾਂ ਦੀ ਵੰਡ ਜੋ ਕਰ ਦਿੱਤੀ ਗਈ ਹੈ। ਸੰਗਤ ਸਿੰਘ ਗਿਲਜੀਆਂ ਸਾਡੇ ਨਾਲ ਜੁੜੇ ਨੇ, ਕਿਉਂਕਿ ਸੰਗਤ ਸਿੰਘ ਗਿਲਜੀਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ, ਫੋਰੈਸਟ ਵਾਈਲਡ ਲਾਈਫ ਲੇਬਰ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਹੈ। ਤਾਂ ਸੰਗਤ ਸਿੰਘ ਗਿਲਜੀਆਂ ਜੀ, ਇੰਤਜ਼ਾਰ ਖਤਮ ਹੋ ਗਿਆ ਹੈ, ਮਹਿਕਮੇ ਮਿਲ ਗਏ ਨੇ, ਸੰਤੁਸ਼ਟ ਹੋ ਜਿਹੜੇ ਮਹਿਕਮੇ ਤੁਹਾਨੂੰ ਦਿੱਤੇ ਗਏ ਨੇ? ਜੀ ਬਹੁਤ ਖੁਸ਼ ਹਾਂ ਮੈਂ ਜੀ, ਮੈਂ ਤੇ ਵੈਸੇ ਹੀ ਉਦਾਂ ਹੀ ਖੁਸ਼ ਹਾਂ ਬਹੁਤ। ਨਹੀਂ ਉਦਾਂ ਮਤਲਬ ਕੋਈ ਮਹਿਕਮਾ ਵੀ ਨਾ ਮਿਲਦਾ ਭਾਵੇਂ? ਨਹੀਂ ਜੀ, ਨਹੀਂ ਮੈਂ ਖੁਸ਼ ਹਾਂ, ਜੋ ਮੈਨੂੰ ਮਿਲਿਆ ਖੁਸ਼ ਹਾਂ ਮੈਂ। ਤੇ ਫਿਲਹਾਲ ਚਲੋ ਚਾਰਜ ਕਦੋਂ ਲੈਣ ਜਾ ਰਹੇ ਹੋ? ਚਾਰਜ ਮੈਂ ਸ਼ੁੱਕਰਵਾਰ ਲਾਂਗਾ ਜੀ, ਸ਼ੁੱਕਰਵਾਰ। ਅੱਛਾ, ਸ਼ੁੱਕਰਵਾਰ ਚਾਰਜ ਲਓਗੇ। ਤਾਂ ਫਿਲਹਾਲ ਕੀ ਲੱਗਦਾ ਹੈ ਕਿ ਮਹਿਕਮੇ ਤੁਹਾਨੂੰ ਦੇ ਦਿੱਤੇ ਗਏ ਨੇ, ਜ਼ਿੰਮੇਵਾਰੀ ਜ਼ਿਆਦਾ ਹੈ, ਸਮਾਂ ਬੜਾ ਘੱਟ ਹੈ, ਚੁਣੌਤੀਆਂ ਜ਼ਿਆਦਾ ਨੇ, ਕਿੱਦਾਂ ਪੂਰੀਆਂ ਕਰੋਗੇ? ਬਸ ਕੋਸ਼ਿਸ਼ ਕਰਾਂਗੇ ਸਾਰੀਆਂ ਪੂਰੀਆਂ ਹੋ ਜਾਂਦੀਆਂ, ਨੀਤ ਔਰ ਨੀਤੀ ਸਾਫ਼ ਰੱਖ ਕੇ ਕਰਾਂਗੇ। ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼, ਕਿਉਂਕਿ ਸਮਾਂ ਬੜਾ ਘੱਟ ਹੈ, ਲੋਕ ਦੇਖ ਰਹੇ ਨੇ, ਖਾਸ ਤੌਰ ਤੇ ਟਾਂਡਾ ਦੇ, ਦੁਆਬਾ ਦੇ? ਦੇਖੋ ਜੀ ਗੱਲ ਇਦਾਂ ਹੈ ਕਿ ਮੈਂ ਪੂਰੇ ਪੰਜਾਬ ਦਾ ਮੈਨੂੰ ਬਣਾਇਆ ਗਿਆ ਹੈ, ਪਿੱਛੇ ਮੇਰਾ ਦੁਆਬਾ ਤੇ ਮੇਰਾ ਆਂਦਾ ਹੀ ਆਂਦਾ, ਤੇ ਮੈਂ ਪੂਰੇ ਮਨ ਤਨ ਨਾਲ ਇਮਾਨਦਾਰੀ ਨਾਲ ਸੇਵਾ ਕਰਾਂਗਾ, ਕੋਈ ਚਿੰਤਾ ਵਾਲੀ ਗੱਲ ਨਹੀਂ। ਔਰ ਜੋ ਸਮਾਂ ਮਿਲਿਆ ਇਹਦੇ ਵਿੱਚ ਬਹੁਤ ਕੁਝ ਕਰਕੇ ਦੱਸਾਂਗਾ। ਤਾਂ ਬਾਕੀ ਜੋ ਮਹਿਕਮੇ ਅੱਜ ਵੰਡ ਕੀਤੀ ਗਈ ਹੈ, ਲੱਗਦਾ ਹੈ ਕਿ ਸਾਰਿਆਂ ਨੂੰ ਸਹੀ ਵੰਡ ਹੋਈ ਹੈ? ਸਾਰੇ ਸਹੀ ਵੰਡ ਹੋਈ ਜੀ, ਬਿਲਕੁਲ ਸਹੀ ਵੰਡ ਹੋਈ। ਚਲੋ ਸ਼ੁਕਰੀਆ ਸੰਗਤ ਸਿੰਘ ਗਿਲਜੀਆਂ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਫੋਰੈਸਟ ਵਾਈਲਡ ਲਾਈਫ ਤੇ ਲੇਬਰ ਵਿਭਾਗ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਓਬੀਸੀ ਕੋਟੇ ਤੋਂ ਆਉਂਦੇ ਨੇ, ਟਾਂਡਾ ਉੜਮੜ ਤੋਂ ਵਿਧਾਇਕ ਨੇ ਅਤੇ ਨਾਰਾਜ਼ਗੀ ਉਹਨਾਂ ਨੇ ਵੀ ਨਿਊਜ਼ 18 ਦੇ ਉੱਪਰ ਜ਼ਾਹਿਰ ਕੀਤੀ ਸੀ ਤੇ ਇਹ ਵੀ ਬਾਅਦ ਵਿੱਚ ਕਿਹਾ ਸੀ ਕਿ ਨਿਊਜ਼ 18 ਦੇ ਵੱਲੋਂ ਹੀ ਆਵਾਜ਼ ਚੁੱਕੀ ਗਈ ਤੇ ਉਸ ਤੋਂ ਬਾਅਦ ਕੈਬਨਿਟ ਦੇ ਵਿੱਚ ਜਗ੍ਹਾ ਦੇਣ ਦੇ ਉੱਪਰ ਗੰਭੀਰਤਾ ਦੇ ਨਾਲ ਵਿਚਾਰ ਤਾਂ ਜ਼ਰੂਰ ਹੋਇਆ ਹੈ। ਸ਼ੁਕਰੀਆ ਵੀ ਉਹਨਾਂ ਨੇ ਨਿਊਜ਼ 18 ਦਾ ਕੀਤਾ ਸੀ। ਤਾਂ ਫਿਲਹਾਲ ਕਹਿੰਦੇ ਨੇ ਕਿ ਮਹਿਕਮਾ ਜੋ ਅੱਜ ਨਹੀਂ ਸੰਭਾਲਾਂਗਾ, ਫਿਲਹਾਲ ਕਿਉਂਕਿ ਅੱਜ ਮੰਗਲਵਾਰ ਹੈ, ਉਹ ਸ਼ੁੱਕਰਵਾਰ ਨੂੰ ਮਹਿਕਮਾ ਸੰਭਾਲਿਆ ਜਾਵੇਗਾ। ਸੰਗਤ ਸਿੰਘ ਗਿਲਜੀਆਂ ਦੇ ਵੱਲੋਂ ਚਾਰਜ ਲਿਆ ਜਾਵੇਗਾ ਸ਼ੁੱਕਰਵਾਰ ਨੂੰ। ਕਹਿੰਦੇ ਨੇ ਕਿ ਸਮਾਂ ਬੇਸ਼ੱਕ ਘੱਟ ਹੈ, ਪਰ ਇਸ ਸਮੇਂ ਦੇ ਵਿੱਚ ਵੀ ਜੋ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗੇ, ਜੋ ਪੰਜਾਬ ਦੇ ਲੋਕਾਂ ਨੇ, ਪੰਜਾਬ ਸਰਕਾਰ ਨੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਹੈ, ਉਸ ਦੇ ਉੱਪਰ ਪੂਰੀ ਤਨਦੇਹੀ ਦੇ ਨਾਲ ਖਰੇ ਉਤਰਾਂਗੇ। ਖੁਸ਼ ਨੇ, ਕਹਿੰਦੇ ਕੋਈ ਵੀ ਮਹਿਕਮਾ ਮਿਲ ਜਾਂਦਾ ਜਾਂ ਕੋਈ ਨਾ ਵੀ ਮਿਲਦਾ ਤਾਂ ਵੀ ਖੁਸ਼ ਸੀ, ਪਰ ਫਿਲਹਾਲ ਜਦੋਂ ਕੈਬਨਿਟ ਮੰਤਰੀ ਬਣਾਏ ਗਏ ਨੇ ਤਾਂ ਮਹਿਕਮੇ ਤਾਂ ਮਿਲਣੇ ਹੀ ਸੀ। ਤਾਂ ਇਹ ਮਹਿਕਮੇ ਜਿਹੜੇ ਵੰਡੇ ਗਏ ਨੇ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਨੂੰ ਕਿਹੜਾ ਮਹਿਕਮਾ ਮਿਲਿਆ ਹੈ। ਰਾਣਾ ਗੁਰਜੀਤ ਨੂੰ ਤਕਨੀਕੀ ਸਿੱਖਿਆ ਮੰਤਰਾਲਾ ਤੇ ਰੋਜ਼ਗਾਰ ਮੰਤਰਾਲਾ ਮਿਲਿਆ ਹੈ। ਰੋਜ਼ਗਾਰ ਮੰਤਰਾਲਾ ਮਿਲਿਆ ਹੈ, ਅਹਿਮ ਮੰਤਰਾਲਾ ਹੈ। ਰੋਜ਼ਗਾਰ ਹੁਣ ਕਿੰਨਾ ਕੁ ਮਿਲਦਾ ਹੈ ਇਹ ਵੀ ਦੇਖਣਾ ਹੋਵੇਗਾ, ਕਿਉਂਕਿ ਲਗਾਤਾਰ ਰੋਜ਼ਗਾਰ ਦਾ ਮੁੱਦਾ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਹੁੰਦਾ ਹੈ। ਤਾਂ ਰਾਣਾ ਗੁਰਜੀਤ ਦਾ ਮੁੱਦਾ ਵੀ ਹਾਲਾਂਕਿ ਵੱਡਾ ਭਖਿਆ, ਕਿਉਂਕਿ ਰਾਣਾ ਗੁਰਜੀਤ 2018 ਤੋਂ ਬਾਅਦ
ਬਾਹਰ ਹੋਏ ਮਾਈਨਿੰਗ ਦੇ ਇਲਜ਼ਾਮਾਂ ਦੇ ਵਿੱਚ ਤਾਂ ਇਸ ਵਾਰ ਵੀ ਸਹੁੰ ਚੁੱਕ ਸਮਾਗਮ ਵਾਲੇ ਦਿਨ ਉਹਨਾਂ ਦਾ ਨਾਮ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਸ਼ਾਇਦ ਉਹ ਬਾਹਰ ਹੋ ਸਕਦੇ ਨੇ ਜਦੋਂ ਕਾਕਾ ਰਣਦੀਪ ਸਿੰਘ ਨੂੰ ਇਨ ਕਰਨ ਦੀ ਗੱਲ ਹੋ ਰਹੀ ਸੀ। ਪਰ ਰਾਣਾ ਗੁਰਜੀਤ ਸਿੰਘ ਨੇ ਆਪਣੀ ਕੁਰਸੀ ਬਚਾਈ ਹੈ। ਤਕਨੀਕੀ ਸਿੱਖਿਆ ਮੰਤਰਾਲਾ ਤੇ ਰੋਜ਼ਗਾਰ ਮੰਤਰਾਲਾ ਉਹਨਾਂ ਨੇ ਲਿਆ ਹੈ। ਤਾਂ ਫਿਲਹਾਲ ਮੰਤਰੀਆਂ ਦੇ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇੱਕ ਇੱਕ ਕਰਕੇ ਸਾਰਿਆਂ ਨੇ ਚਾਰਜ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਪਰ ਕੁਝ ਮੰਤਰੀ ਜੋ ਕਹਿ ਰਹੇ ਨੇ ਥੋੜੀ ਲੇਟ ਚਾਰਜ ਸੰਭਾਲਾਂਗੇ, ਜਿਨ੍ਹਾਂ ਦੇ ਵਿੱਚ ਸੰਗਤ ਸਿੰਘ ਗਿਲਜੀਆਂ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਸ਼ੁੱਕਰਵਾਰ ਨੂੰ ਚਾਰਜ ਉਹਨਾਂ ਦੇ ਵੱਲੋਂ ਸੰਭਾਲਿਆ ਜਾਵੇਗਾ। ਤਾਂ ਵਿਭਾਗਾਂ ਦੀ ਵੰਡ ਹੋ ਗਈ ਹੈ। ਕਿਸ ਨੂੰ ਕਿਹੜਾ ਮੰਤਰਾਲਾ ਮਿਲਿਆ ਹੈ ਉਸ ਦੀ ਪੂਰੀ ਜੋ ਤਫਸੀਲ ਦੇ ਨਾਲ ਜਾਣਕਾਰੀ ਉਹ ਨਿਊਜ਼ 18 ਤੇ ਅਸੀਂ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦਿੱਤੀ ਹੈ। ਤਾਂ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀਐਮ ਦੇ ਕੋਲ ਅਤੇ ਜੋ ਵਿਜੀਲੈਂਸ ਹੈ ਉਹ ਸੀਐਮ ਚੰਨੀ ਦੇ ਕੋਲ। ਤਾਂ ਹੁਣ ਵਿਜੀਲੈਂਸ ਸੀਐਮ ਦੇ ਕੋਲ ਹੈ, ਗ੍ਰਹਿ ਡਿਪਟੀ ਸੀਐਮ ਦੇ ਕੋਲ ਹੈ। ਆਪਸ ਦੇ ਵਿੱਚ ਬੈਲੈਂਸ, ਆਪਸ ਦੇ ਵਿੱਚ ਤਾਲਮੇਲ ਕਿਸ ਤਰ੍ਹਾਂ ਬਣਦਾ ਹੈ ਇਹ ਦੇਖਣਾ ਕਾਫੀ ਅਹਿਮ ਹੈ। ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਆਪਣਾ ਚਾਰਜ ਸੰਭਾਲਿਆ ਹੈ। ਸਭ ਤੋਂ ਪਹਿਲਾਂ ਜਾ ਕੇ ਰਾਜਕੁਮਾਰ ਵੇਰਕਾ ਆਪਣੇ ਦਫ਼ਤਰ ਪਹੁੰਚ ਗਏ ਨੇ, ਪਰ ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ 3 ਵਜੇ ਉਹ ਚਾਰਜ ਸੰਭਾਲਣਗੇ। ਸੰਗਤ ਸਿੰਘ ਗਿਲਜੀਆਂ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਆਪਣਾ ਚਾਰਜ ਸੰਭਾਲਣਗੇ। ਤਾਂ ਮੰਤਰੀਆਂ ਦੇ ਵਿੱਚ ਵਿਭਾਗਾਂ ਦੀ ਵੰਡ ਜੋ ਹੈ ਉਹ ਕਰ ਦਿੱਤੀ ਗਈ ਹੈ। ਜੋ ਪੁਰਾਣੇ 8 ਮੰਤਰੀ ਸੀ ਉਹਨਾਂ ਦੇ ਵਿੱਚੋਂ 7 ਮੰਤਰੀਆਂ ਦੇ ਮਹਿਕਮੇ ਸੇਮ ਰਹੇ ਨੇ। ਸਿਰਫ ਇੱਕ ਮੰਤਰੀ ਜੋ ਸਿੱਖਿਆ ਮੰਤਰੀ ਰਹੇ ਵਿਜੇ ਇੰਦਰ ਸਿੰਗਲਾ PWD ਮਿਨਿਸਟਰੀ ਉਹਨਾਂ ਦੇ ਕੋਲ ਹੁਣ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਹੈ। ਉਹਨਾਂ ਨੂੰ ਪਬਲਿਕ ਵਰਕਸ ਦਾ ਜੋ ਮਹਿਕਮਾ ਦਿੱਤਾ ਗਿਆ ਹੈ। ਬਾਕੀ ਤਕਰੀਬਨ ਜੋ 7 ਪੁਰਾਣੇ ਮੰਤਰੀ ਸੀ ਉਹਨਾਂ ਦੇ ਮਹਿਕਮੇ ਸੇਮ ਰਹੇ ਨੇ, ਚਾਹੇ ਉਹ ਭਾਰਤ ਭੂਸ਼ਣ ਆਸ਼ੂ ਹੋਣ, ਤ੍ਰਿਪਤ ਰਜਿੰਦਰ ਬਾਜਵਾ ਹੋਣ, ਸੁਖ ਸਰਕਾਰੀਆ ਹੋਣ, ਮਨਪ੍ਰੀਤ ਬਾਦਲ ਹੋਣ। ਤੇ ਉਹ ਜੋ ਹੈ ਹਾਲਾਂਕਿ ਟਰਾਂਸਪੋਰਟ ਮਹਿਕਮਾ जो रज़िया सुल्ताना ਦੇ ਕੋਲ ਸੀ ਟਰਾਂਸਪੋਰਟ ਮਹਿਕਮਾ ਉਹ ਜੋ ਹੈ ਜ਼ਰੂਰ ਦਿੱਤਾ ਗਿਆ ਹੈ ਰਾਜਾ ਵੜਿੰਗ ਨੂੰ। ਰਾਜਾ ਵੜਿੰਗ ਨਵੇਂ ਕੈਬਨਿਟ ਮੰਤਰੀ ਬਣੇ ਨੇ। ਇੱਛਾ ਜਤਾਈ ਸੀ ਉਹਨਾਂ ਨੇ ਟਰਾਂਸਪੋਰਟ ਮਹਿਕਮੇ ਦੀ, ਤੇ ਉਹਨਾਂ ਦੀ ਇੱਛਾ ਪੂਰਤੀ ਵੀ ਹੋਈ ਹੈ। ਉਹਨਾਂ ਨੂੰ ਦਿੱਤਾ ਗਿਆ ਹੈ ਜੋ ਟਰਾਂਸਪੋਰਟ ਮਹਿਕਮਾ। ਤੇ ਵਿਜੇ ਇੰਦਰ ਸਿੰਗਲਾ ਲੋਕ ਨਿਰਮਾਣ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਹੈ। 4.5 ਸਾਲ ਤੱਕ ਉਹਨਾਂ ਨੇ ਸਿੱਖਿਆ ਮੰਤਰਾਲਾ ਸੰਭਾਲਿਆ ਹੈ, ਸਿੱਖਿਆ ਮੰਤਰੀ ਬਣੇ ਰਹੇ ਨੇ, ਪਰ ਹੁਣ ਉਹਨਾਂ ਨੂੰ ਲੋਕ ਨਿਰਮਾਣ ਵਿਭਾਗ ਦਿੱਤਾ ਗਿਆ ਹੈ। ਤਾਂ ਇਹ ਤਸਵੀਰਾਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੀਆਂ ਹੁਣ ਤੋਂ ਥੋੜੀ ਦੇਰ ਪਹਿਲਾਂ ਦੀਆਂ, ਜਦੋਂ ਆਪਣੇ ਦਫ਼ਤਰ ਪਹੁੰਚੇ, ਚਾਰਜ ਲਿਆ ਉਹਨਾਂ ਨੇ। ਤੇ ਹੁਣ ਇੱਕ ਇੱਕ ਕਰਕੇ ਹੋਰ ਮੰਤਰੀ ਵੀ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚ ਰਹੇ ਨੇ, ਚਾਰਜ ਲੈ ਰਹੇ ਨੇ। ਚੰਨੀ ਸਰਕਾਰ ਦੇ ਵਿੱਚ ਵਿਭਾਗਾਂ ਦੀ ਵੰਡ ਫਿਲਹਾਲ ਕਰ ਦਿੱਤੀ ਗਈ ਹੈ। ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਗਿਆ ਹੈ ਤੇ ਵਿਜੀਲੈਂਸ ਸੀਐਮ ਚੰਨੀ ਨੇ ਆਪਣੇ ਕੋਲ ਹੀ ਰੱਖਿਆ ਹੈ। ਇਸ ਤੋਂ ਇਲਾਵਾ ਵੀ ਜੋ ਮਹਿਕਮਿਆਂ ਦੀ ਵੰਡ ਹੈ ਉਹ ਸਾਰਿਆਂ ਦੀ ਕਰ ਦਿੱਤੀ ਗਈ ਹੈ। ਹੁਣ ਚਾਰਜ ਲੈ ਕੇ ਸਾਰੇ ਆਪੋ ਆਪਣੇ ਮਹਿਕਮਿਆਂ ਨੂੰ ਸੰਭਾਲਣਗੇ, ਕੰਮ ਸ਼ੁਰੂ ਹੋਵੇਗਾ। ਤੇ ਕਿੰਨੇ ਵਾਅਦੇ ਪੂਰੇ ਹੁੰਦੇ ਨੇ ਇੰਨੇ ਘੱਟ ਸਮੇਂ ਦੇ ਵਿੱਚ? 3 ਤੋਂ 4 ਮਹੀਨਿਆਂ ਦਾ ਸਮਾਂ ਸਿਰਫ ਰਹਿੰਦਾ ਹੈ। ਅਜਿਹੇ ਦੇ ਵਿੱਚ 14 ਮਹਿਕਮੇ ਸੀਐਮ ਨੇ ਆਪਣੇ ਕੋਲ ਰੱਖੇ ਨੇ, ਜਿਨ੍ਹਾਂ 'ਚ ਬਿਜਲੀ ਦਾ ਮਹਿਕਮਾ, ਮਾਈਨਿੰਗ, ਟੂਰਿਜ਼ਮ, ਐਕਸਾਈਜ਼, ਸਿਵਲ ਐਵੀਏਸ਼ਨ, ਇਹਨਾਂ ਤੋਂ ਇਲਾਵਾ ਹੋਰ ਕਈ ਜੋ ਅਹਿਮ ਮਹਿਕਮੇ ਨੇ ਉਹ ਆਪਣੇ ਕੋਲ ਰੱਖੇ ਨੇ। ਸੈਰ ਸਪਾਟਾ ਮਹਿਕਮਾ ਆਪਣੇ ਕੋਲ ਰੱਖਿਆ ਹੈ ਸੀਐਮ ਨੇ, ਵਿਜੀਲੈਂਸ ਆਪਣੇ ਕੋਲ ਰੱਖਿਆ ਹੈ, ਇਲੈਕਟ੍ਰਿਸਿਟੀ ਬਿਜਲੀ ਦਾ ਮਹਿਕਮਾ ਆਪਣੇ ਕੋਲ ਰੱਖਿਆ ਹੈ, ਐਕਸਾਈਜ਼ ਦਾ ਆਪਣੇ ਕੋਲ ਰੱਖਿਆ, ਮਾਈਨਿੰਗ ਦਾ ਆਪਣੇ ਕੋਲ ਰੱਖਿਆ ਹੈ। ਤਾਂ ਇਹਨਾਂ ਮਹਿਕਮਿਆਂ ਦੀ ਜ਼ਿੰਮੇਵਾਰੀ ਸੀਐਮ ਦੇ ਸਿਰ ਹੈ ਤੇ ਬਾਕੀ ਕੈਬਨਿਟ ਨੂੰ ਵੀ ਮਹਿਕਮੇ ਵੰਡ ਦਿੱਤੇ ਗਏ ਨੇ। ਤਾਂ ਫਿਲਹਾਲ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇੱਕ ਇੱਕ ਕਰਕੇ ਮੰਤਰੀ ਆਪਣਾ ਚਾਰਜ ਸੰਭਾਲਣ ਦੇ ਲਈ ਵੀ ਪਹੁੰਚ ਰਹੇ ਨੇ। ਲਗਾਤਾਰ ਨਜ਼ਰ ਬਣੀ ਹੋਈ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।